ਸਾਡੇ ਘਰ 60 ਡਾਲਰ ਦਾ ਚੈੱਕ ਆ ਗਿਆ ਸਾਡੇ ਸਟੋਰ ਤੇ। ਵੈਰੀ ਗੁੱਡ। ਜਿਸੀ ਅਦਾਲਤਾਂ ਕੰਮ ਕਰਦੀਆਂ, ਕੋਟਾਂ ਹੈਗੀਆਂ ਨੇ, ਕੋਟਾਂ ਸਭ ਕੁਝ ਕਰਦੀਆਂ ਨੇ, ਪਰ ਥੋੜਾ ਸਬਰ ਚਾਹੀਦਾ। ਮਜਾਰਿਆਂ ਨਾਲ ਕੁਝ ਨਹੀਂ ਬਣਨਾ। ਤੁਸੀਂ ਮਜਾਰੇ ਦੇ ਹੱਕ ਵਿੱਚ, ਮਤਲਬ ਤੁਸੀਂ ਹੱਕ ਵਿੱਚ ਨਹੀਂ, ਮਜਾਰੇ ਨਹੀਂ ਹੋਣੇ ਚਾਹੀਦੇ। ਨਹੀਂ ਨਹੀਂ ਨਹੀਂ। ਥੈਂਕ ਯੂ ਸੋ ਮਚ। ਨੈਕਸਟ ਕਾਲ ਪਲੀਜ਼। ਇੱਕ ਕਾਲ ਆਈ ਹੱਕ ਵਿੱਚ, ਦੂਜੀ ਆਈ 9 ਵਜੇ ਤੇ ਕਿੰਨੇ ਹੋਰ ਕਾਲਰ ਨੇ? ਆਓ ਕਾਲ ਕਰੋ ਵੱਧ ਤੋਂ ਵੱਧ। ਜਿਹੜੇ ਹੋਰ ਇਹ ਮਜ਼ਾਰੇ ਆ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਜਾਂ ਨਹੀਂ ਪਾਉਣੀ ਚਾਹੀਦੀ? ਤੁਸੀਂ ਦੱਸੋ ਸਾਨੂੰ। ਜਿਹੜੇ ਲੋਕ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਨੇ, ਉਹ ਬੜੇ ਪਰੇਸ਼ਾਨ ਨੇ ਕਿ ਹੋ ਕੀ ਰਿਹਾ। ਜੇ ਕਿਸੇ ਪੈਸੇ ਮਾਰਦਾ ਤੇ 40 50 100 ਬੰਦਾ ਇਕੱਠਾ ਹੋ ਕੇ ਮਜ਼ਾਰੇ ਕਰਦੇ ਨੇ। ਕੀ ਇਹ ਹੱਲ ਠੀਕ ਹੈ ਜਾਂ ਸਕਾਲਰ? ਤੁਸੀਂ ਇੱਥੇ ਮਜ਼ਾਕ ਬਣਾਏ ਹੋਏ ਲੋਕਾਂ ਨੇ। ਕਿਸੇ ਬੰਦੇ, ਅਸੀਂ ਇਸ ਚੀਜ਼ ਦੇ ਅਗੇਂਸਟ ਆ। ਬੱਚਿਆਂ ਨੂੰ ਪੈਸੇ, ਕੋਈ ਬੰਦਾ ਆ ਕਿਸੇ ਨੂੰ ਪੈਸੇ ਮਾਰੋ ਨਾ, ਪੈਸੇ ਬਣ ਦਿੰਦੇ ਹੋ ਅਗਲੇ ਨੂੰ, ਪਰ ਇਹ ਤਰੀਕਾ ਠੀਕ ਨਹੀਂ ਹੈ। ਹਾਂਜੀ, ਨੰਬਰ ਆਪਣੇ 45 ਕਾਲਰ ਲਾਈਨ 'ਚ ਹੋ। ਨੰਬਰ 5 ਰਣਜੋਤ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਸ ਜੀ, ਮਿਆਰ ਬਿਲਕੁਲ ਨਹੀਂ ਹੋਣੇ ਚਾਹੀਦੇ ਘਰਾਂ ਦੇ ਵਿੱਚ। ਇਹਨਾਂ ਨੇ ਆ ਕੇ ਬਿਜ਼ਨਸ ਖੋਲੇ ਨੇ, ਇਹੀ ਆਪਣਾ ਹੱਕ ਮਾਰਦੇ ਨੇ, ਇਹੀ ਫਰਾਡ ਕਰਦੇ ਨੇ। ਹੁਣ ਤੁਸੀਂ, ਮੈਂ ਤੁਹਾਨੂੰ ਆਪਣੀ ਸਟੋਰੀ ਦੱਸ ਦਿੰਦੀ ਹਾਂ। ਮੈਂ ਵੀ ਤੁਹਾਨੂੰ ਇਸੇ ਕਰਕੇ ਕਾਲ ਕੀਤਾ। ਹੁਣ ਸਾਡੇ ਨਾਲ ਵੀ ਫਰਾਡ ਹੋਇਆ ਜੀ, ਦੇਖੋ। ਤੇ ਆ ਕੰਕਰੀਟ ਵਾਲੇ ਜਿਹੜੇ ਕਰਦੇ ਆ, ਪੈਸੇ ਲੈ ਗਿਆ ਪੂਰੇ, ਤੇ ਹੁਣ ਸਾਡੀਆਂ ਪੌੜੀਆਂ ਬਿਲਕੁਲ ਇੰਨੀਆਂ ਰੱਦੀ ਜਿਹੜੀਆਂ ਹੈਗੀਆਂ ਨਾ, ਅੱਧ ਵਿਚਾਲੇ ਛੱਡ ਕੇ ਕੰਮ ਚੱਲ ਗਿਆ। ਹੁਣ ਅਸੀਂ ਕਾਲ ਕਰਦੇ ਹਾਂ ਤਾਂ ਕਾਲ ਨਹੀਂ ਚੁੱਕਦੇ। ਦੱਸੋ ਅਸੀਂ ਕਿੱਧਰ ਨੂੰ ਜਾਈਏ? ਅਸੀਂ ਪੁਲਿਸ ਕੋਲ ਜਾਈਏ, ਅਸੀਂ ਕੋਰਟ 'ਚ ਜਾਈਏ? ਪੈਸੇ ਸਾਡੇ ਸਾਰੇ ਲੈ ਗਿਆ। ਪਹਿਲਾਂ ਅਸੀਂ ਪਿੱਛੇ ਬਣਵਾਇਆ ਸੀ ਸਾਰਾ, ਪੈਟੀਓ ਸਾਈਡ ਤੇ ਕਰਵਾਇਆ ਸੀ, ਉਹ ਸਾਰੇ ਪੈਸੇ ਲੈ ਗਿਆ। ਪਹਿਲਾਂ ਆਇਆ ਨਾ ਕਰੇ, ਹਫਤਾ ਆਉਂਦੇ ਨਹੀਂ ਗਏ ਤੁਹਾਨੂੰ ਕਰਕੇ। ਫਿਰ ਜਦੋਂ ਅਸੀਂ ਫੋਨ ਕਰਦੇ ਸੀ, ਸਾਨੂੰ ਕਹਿੰਦੇ ਤੁਸੀਂ ਸਾਨੂੰ ਬਗ ਕਿਉਂ ਕਰਦੇ ਹੋ? ਅੱਛਾ, ਮੈਨੂੰ ਦੱਸੋ, ਮੈਂ ਤੁਹਾਡੀ ਹੈਲਪ ਕਰਦਾ, 100% ਹੈਲਪ ਕਰਦਾ। ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਹੋਣ, ਸਾਨੂੰ ਨਾ ਪਤਾ ਹੋਵੇ, ਤੁਹਾਡੇ ਮਨ ਦੇ ਵਿੱਚ ਹੋਵੇ ਕਿ ਆਹ ਗੱਲ ਰੇਡੀਓ ਵਾਲਿਆਂ ਨੇ ਕਰਨੀ ਚਾਹੀਦੀ, ਕੀਤੀ ਨਹੀਂ, ਉਹ ਅਸੀਂ ਕਰਨ ਨੂੰ ਤਿਆਰ ਹਾਂ। ਅੱਜ ਤੁਹਾਨੂੰ ਸਮਾਂ ਦੇ ਰਹੇ ਹਾਂ ਪੂਰੇ 1 ਘੰਟੇ ਦਾ। ਸੋ ਲਗਾਤਾਰ ਅਸੀਂ 1 ਘੰਟਾ ਲਗਾਤਾਰ ਓਪਨ ਟਾਕ ਸ਼ੋ, ਜਿਸ ਤਰ੍ਹਾਂ ਓਪਨ ਨਹੀਂ ਹਾਊਸ ਹੁੰਦਾ, ਓਪਨ ਟਾਕ ਸ਼ੋ ਕਰ ਰਹੇ ਹਾਂ। ਦੇਖ ਤੁਹਾਡੇ ਮਨ ਦੇ ਵਿੱਚ ਕੀ ਹੈ, ਟੋਰਾਂਟੋ 'ਚ, ਬਰੈਂਪਟਨ 'ਚ, ਕੈਨੇਡਾ 'ਚ ਕੀ ਕੁਛ ਵਾਪਰਦਾ, ਕੀ ਕੁਛ ਹੋ ਰਿਹਾ ਜਿਹੜਾ ਕਿ ਤੁਹਾਨੂੰ ਪਸੰਦ ਨਹੀਂ ਹੈ। ਤੁਸੀਂ ਸਾਨੂੰ ਕਾਲ ਕਰੋ, ਅਸੀਂ ਇਹਦੇ ਬਾਰੇ ਵਿੱਚ ਤੁਹਾਡੀ ਰਾਏ ਲੈਣੀ ਚਾਹਾਂਗੇ। ਸਾਡਾ ਨੰਬਰ ਹੈ ਸਟੂਡੀਓ ਦਾ 416 785 0680। ਬਹੁਤ ਸਾਰੇ ਲੋਕ ਇਸ ਗੱਲ ਤੋਂ ਖਫਾ ਨੇ ਕਿ ਜੇ ਕਿਸੇ ਨੇ ਲੈਣ ਦੇਣ ਕਰਨਾ ਆ, ਕੋਈ ਕੰਮ ਕਰਾ ਕੇ ਪੈਸੇ ਨਹੀਂ ਦੇ ਰਿਹਾ, ਉਹਦਾ ਹੱਲ ਇਹ ਨਹੀਂ ਕਿ ਤੁਸੀਂ ਲੋਕਾਂ ਦੇ ਘਰਾਂ ਜਾ ਕੇ ਅੱਗੇ ਮੁਜ਼ਾਹਰਾ ਕਰੋ। ਕਿਉਂਕਿ ਜਿਹੜਾ ਰੈਜ਼ੀਡੈਂਸ਼ੀਅਲ ਏਰੀਆ ਆ, ਇਹਦੇ ਵਿੱਚ ਤੁਸੀਂ ਮੁਜ਼ਾਹਰੇ ਕਰਦੇ ਹੋ ਤਾਂ ਕਿਸੇ ਦੇ ਨਾਲ ਤੁਹਾਡਾ ਡਿਸਪਿਊਟ ਹੈ, ਇੱਕ ਵਿਅਕਤੀ ਦੇ ਨਾਲ, ਨਾ ਕਿ ਆਂਢ ਗੁਆਂਢ ਦੇ ਨਾਲ ਹੈ। ਤਾਂ ਆਂਢ ਗੁਆਂਢ ਦੇ ਲੋਕ, ਕਿਸੇ ਦਾ ਕੋਈ ਬਿਮਾਰ ਹੁੰਦਾ, ਕਿਸੇ ਦੀ ਕੋਈ ਵਿਆਹ ਸ਼ਾਦੀ ਹੁੰਦੀ ਆ, ਤਾਂ ਲੋਕ ਡਿਸਟਰਬ ਹੁੰਦੇ ਨੇ। ਇਹਦੇ ਬਾਰੇ ਵਿੱਚ ਅੱਜ ਅਸੀਂ ਓਪਨ ਟਾਕ ਸ਼ੋ ਕਰ ਰਹੇ ਹਾਂ। ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਇਹ ਠੀਕ ਹੈ ਜਾਂ ਇਹ ਗਲਤ ਹੈ, ਇਹਦਾ ਹੱਲ ਕੀ ਹੈ? ਇਹ ਠੀਕ ਹੋ ਰਿਹਾ ਜਾਂ ਇਹ ਗਲਤ ਹੋ ਰਿਹਾ? ਅਸੀਂ ਕੁਝ ਨਹੀਂ ਕਹਿਣਾ, ਅਸੀਂ ਲੋਕਾਂ ਤੋਂ ਪੁੱਛਣਾ ਕਿ ਪਿਛਲੇ ਕੁਝ ਸਮੇਂ ਤੋਂ ਇਹ ਦਿਨ ਬ ਦਿਨ ਪ੍ਰੋਬਲਮ ਵੱਧਦੀ ਜਾ ਰਹੀ ਹੈ। ਕਿਉਂਕਿ ਕੋਈ ਵੀ ਡਿਸਪਿਊਟ ਹੈ, ਇਹਦੇ ਵਿੱਚ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਡਿਸਪਿਊਟ ਕੀ ਹੈ। ਤੁਸੀਂ ਇਹ ਨਹੀਂ ਕੋਈ ਗਰੁੱਪ ਬਣਾ ਲਓ, ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਦੇ ਘਰ ਦੇ ਜਾ ਕੇ ਹੱਲਾ ਗੁੱਲਾ ਕਰਦੇ ਹੋ, ਤੁਸੀਂ ਮੁਜ਼ਾਹਰੇ ਕਰਨ ਲੱਗ ਪਓ, ਇਜ਼ ਨਾਟ ਐਕਸੈਪਟੇਬਲ। ਤੁਸੀਂ ਫੇਸਬੁੱਕ ਤੇ ਪਾ ਦਿਓ, ਇਜ਼ ਨਾਟ ਐਕਸੈਪਟੇਬਲ। ਕੋਰਟ ਕਾਹਦੇ ਵਾਸਤੇ ਹੈ? ਇਹਦੇ ਬਾਰੇ ਵਿੱਚ ਅਸੀਂ ਲੋਕਾਂ ਦੀ ਰਾਏ ਲੈਣੀ ਚਾਹਾਂਗੇ ਕਿ ਜੇ ਤੁਹਾਡਾ ਕਿਸੇ ਨਾਲ ਡਿਸਪਿਊਟ ਹੈ, ਕਿਸੇ ਨੇ ਵਿਅਕਤੀ ਨੇ ਤੁਹਾਡੇ ਤੋਂ ਕੰਮ ਕਰਕੇ ਪੈਸੇ ਨਹੀਂ ਦਿੱਤੇ, ਇਹਦਾ ਹੱਲ ਇਹ ਸਹੀ ਹੈ? ਕਮਿਊਨਿਟੀ ਚਾਹੁੰਦੀ ਹੈ ਇਹ ਇਸ ਤਰ੍ਹਾਂ ਹੋਵੇ ਜਾਂ ਕੋਈ ਹੋਰ ਹੱਲ ਹੈ? ਸਾਡੇ ਮੁਤਾਬਕ ਕਾਨੂੰਨ ਜਿਹੜਾ ਆ ਉਹ ਕੋਰਟ ਕਾਹਦੇ ਵਾਸਤੇ ਨੇ, ਅਦਾਲਤਾਂ। ਜੇ ਅਸੀਂ ਆਪਣੇ ਆਪ ਲੋਕਾਂ ਦੀ ਬੇਇੱਜ਼ਤੀ ਕਰ ਦੇਣੀ ਹੈ, ਲੋਕਾਂ ਨੂੰ ਡਿਸਟਰਬ ਕਰਨ ਦਾ, ਕਿ ਤੁਹਾਡੇ ਕੋਲ ਕੋਈ ਹੱਕ ਨਹੀਂ ਕਿਸੇ ਵਿਅਕਤੀ ਕੋਲ, ਕਿਸੇ ਵੀ ਸੰਸਥਾ ਕੋਲ ਜਾ ਕੇ। ਅਸੀਂ ਇੰਨੇ 40 ਸਾਲਾਂ ਤੋਂ 50 ਸਾਲਾਂ ਤੋਂ ਲੋਕ ਰਹਿ ਰਹੇ ਨੇ, ਲੋਕ ਕਹਿੰਦੇ ਕਿ ਬਾਸੀ ਜੀ ਅਸੀਂ ਕਦੇ ਸੁਣਿਆ ਨਹੀਂ ਸੀ ਆਹ ਚੀਜ਼ਾਂ ਹੁੰਦੀਆਂ ਨੇ। ਉਦੋਂ ਵੀ ਲੋਕਾਂ ਦਾ ਲੈਣ ਦੇਣ ਬਣਿਆ ਸੀ, ਕੁਛ ਪੈਸੇ ਨਹੀਂ ਸੀ ਦਿੰਦੇ। ਇਹਦੇ ਬਾਅਦ ਤੁਸੀਂ ਜਾ ਕੇ ਘਰ ਬਾਹਰ ਮੁਜ਼ਾਹਰਾ ਕਰਨ 20 ਬੰਦੇ ਲੈ ਜਾ ਕੇ ਤੁਸੀਂ ਉਹਨੂੰ ਗਾਲਾਂ ਕੱਢਣ ਲੱਗ ਪਓ। ਸੋ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲੋਕ ਕਮਿਊਨਿਟੀ ਕੀ ਚਾਹੁੰਦੀ ਆ? ਗਿਵ ਅਸ ਅ ਕਾਲ। ਅਸੀਂ ਇਸ ਤੇ ਠੱਲ ਪਾਉਣੀ ਚਾਹੁੰਦੇ ਹਾਂ ਕਿ ਇਹ ਠੀਕ ਹੈ ਜਾਂ ਇਹ ਗਲਤ ਹੈ। ਆਓ ਤੁਸੀਂ ਆਪਣੇ ਵਿਚਾਰ ਦਿਓ ਸਾਨੂੰ। ਨੰਬਰ 1 ਕਾਲਰ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਬਾਸੀ ਸਾਹਿਬ, ਅਮਰਿੰਦਰ ਬੋਲਦਾ ਜੀ ਮਾਲਟਨ ਤੋਂ। ਜੀ ਅਮਰਿੰਦਰ। ਬਾਸੀ ਸਾਹਿਬ ਦੇਖੋ, ਬਾਸੀ ਸਾਹਿਬ ਇਹ ਜੀ ਅੱਕ ਚੱਬੀ ਆ ਜੀ ਲੋਕਾਂ ਨੇ। ਇਹ ਗੱਲ ਬਿਲਕੁਲ ਸਹੀ ਆਈ ਵੀ ਨਾਲ ਦੇ ਜਿਹੜੇ ਹੈਗੇ ਜੀ ਤੰਗ ਹੁੰਦੇ ਆ, ਪਰ ਤੁਸੀਂ ਆਹ ਗੱਲ ਸੋਚੋ ਬਾਸੀ ਸਾਹਿਬ, ਜੇ ਕਿਸੇ ਦੇ 4-5 ਹਜ਼ਾਰ ਡਾਲਰ ਮੁੜ ਜਾਣਾ, ਕਿਤੇ ਉਹ ਕੋਰਟ 'ਚ 2 ਸਾਲ ਧੱਕੇ ਖਾਊਗਾ ਜੀ। ਜਿਹਨੇ ਫੀਸ ਭਰਨੀ ਹੈ ਜੀ ਆਉਣ ਵਾਲੇ 4 ਮਹੀਨਿਆਂ 'ਚ, ਉਹ 2 ਸਾਲ ਕਿੱਥੇ ਬਾਸੀ ਸਾਹਿਬ ਉਡੀਕ ਕਰੂਗਾ ਜੀ? ਇਹ ਵੀ ਤੁਸੀਂ ਬਾਸੀ ਸਾਹਿਬ ਗੱਲ ਦੇਖੋ ਜੀ। 1 ਸੈਕਿੰਡ, ਤੁਸੀਂ ਮਾਈਂਡ ਨਹੀਂ ਕਰਨਾ। ਤੁਸੀਂ ਕਹਿੰਦੇ ਕਿ ਜੀ 4000 ਡਾਲਰ ਕਿਸੇ ਨੇ ਦੇਣਾ ਉਹਦਾ, ਤਾਂ ਤੁਸੀਂ 30-40 ਜਾਣੇ ਇਕੱਠੇ ਹੋ ਕੇ ਕਿਸੇ ਘਰ ਦੇ ਮੂਹਰੇ ਚੱਲ ਜਾਓ। ਅੱਛਾ, ਜਿਹੜੇ ਆਂਢ ਗੁਆਂਢ ਵਾਸਤੇ ਲੋਕ ਨੇ, ਹਾਂਜੀ, ਕਿੰਨਾ ਕੁ ਦੂਜੇ ਘਰ ਦਾ ਫਰਕ ਹੈ? ਉਹਨਾਂ ਨੇ ਵਿਆਹ ਹੈ, ਸ਼ਾਦੀ ਆ, ਜਾਂ ਕੋਈ ਬਿਮਾਰ ਹੈ, ਹਾਰਟ ਦਾ ਪੇਸ਼ੈਂਟ ਹੈ, ਹਾਂਜੀ,
ਇਹ ਤਾਂ ਸਿਸਟਮ ਜਿਹੜਾ ਆ ਇਹ ਤਾਂ ਫਿਰ ਇਹ ਕੰਮ ਖਰਾਬ ਹੋ ਜੂਗਾ। ਇਹਦਾ ਮਤਲਬ ਕਿ ਅਦਾਲਤਾਂ ਦੀ ਲੋੜ ਨਹੀਂ ਇੰਡੀਆ ਕੈਨੇਡਾ ਵਿੱਚ, ਫਿਰ ਅਦਾਲਤਾਂ ਨਹੀਂ ਚਾਹੀਦੀਆਂ। ਇਹਦਾ ਮਤਲਬ ਕਿ ਤੁਸੀਂ ਨਹੀਂ ਹੋਲਡ ਅ ਸੈਕੰਡ ਅਮਰਿੰਦਰ, ਡੋਂਟ ਮਾਈਂਡ। ਅਸੀਂ ਲੋਕਾਂ ਤੋਂ ਪੁੱਛਦੇ ਹਾਂ ਲੋਕ ਕੀ ਕਹਿਣਾ ਚਾਹੁੰਦੇ ਨੇ, ਲੋਕ ਜਿਹੜੇ ਨੇ ਉਹ ਕੀ ਕਹਿਣਾ ਚਾਹੁੰਦੇ ਨੇ, ਇਹਦੇ ਬਾਰੇ ਵਿੱਚ ਅਸੀਂ ਲੋਕਾਂ ਦੀ ਰਾਏ ਲੈਣੀ ਚਾਹੁੰਦੇ ਹਾਂ ਕਿ ਇਹ ਜਿਹੜੇ ਮੁਜ਼ਾਹਰੇ ਹੋ ਰਹੇ ਨੇ ਠੀਕ ਹੈ ਜਾਂ ਗਲਤ ਆ, ਦੇ ਕਿੰਨੇ % ਲੋਕ ਇਸ ਦੇ ਹੱਕ ਵਿੱਚ ਹੈ, ਕਿੰਨੇ ਗਲਤ ਆ। ਨਹੀਂ ਬਾਸੀ ਸਾਹਿਬ ਤੁਸੀਂ ਮਾਈਂਡ ਕਰਕੇ ਜੀ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਜੇ ਕੋਈ ਹਾਰਟ ਦਾ ਪੇਸ਼ੈਂਟ ਜੇ ਕੋਈ ਬਾਹਰੋਂ ਉਧਰ ਦੂਜੇ ਘਰ ਚ ਆ ਕੇ ਕੰਪਲੇਂਟ ਕਰਦਾ ਕਿ ਇਹ ਨਾ ਕਰੋ, ਫਿਰ ਆਪਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ ਚੀਜ਼। ਪਰ ਬਾਸੀ ਸਾਹਿਬ ਜੇ ਉਹਦੇ ਆਂਢ ਗੁਆਂਢ ਚ ਪਤਾ ਲੱਗੂਗਾ ਵੀ ਇਹ ਬੰਦਾ ਆ ਕੰਮ ਕਰਦਾ ਤਾਂ ਉਹਨੂੰ ਸ਼ਰਮ ਮਹਿਸੂਸ ਹੋਊਗੀ। ਉਹ ਇੱਕ ਤਰੀਕੇ ਨਾਲ ਬਾਸੀ ਸਾਹਿਬ ਸ਼ਰਮ ਮਹਿਸੂਸ ਕਰੂਗਾ ਵੀ ਮੈਂ ਬੰਦੇ ਦੇ ਪੈਸੇ ਮੋੜਾ ਨਹੀਂ ਤੇ ਇਹ ਹੋਰ ਮੇਰੀ ਲਾ ਪਾ ਕੇ। ਹੁਣ ਮੈਨੂੰ ਦੱਸੋ, ਹੁਣ ਸਾਨੂੰ ਕੀ ਪਤਾ, ਕਿਸੇ ਨੂੰ ਕੀ ਪਤਾ ਕਿ ਪੈਸੇ ਕਿਉਂ ਉਹਨੂੰ ਰੋਕੇ ਹੋਏ ਆ? ਹੋ ਸਕਦਾ ਕਿ ਉਹਨੇ ਕੋਈ ਐਸੀ ਗਲਤੀ ਕੀਤੀ ਹੋਵੇ ਵੀ ਆਈ ਡੋਂਟ ਨੋ, ਮੈਨੂੰ ਨਹੀਂ ਪਤਾ, ਮੈਂ ਗੱਲ ਕਰ ਰਿਹਾ। ਸੋ ਤੁਹਾਡੇ ਮੁਤਾਬਕ ਅਰਵਿੰਦਰ ਆਪ ਜੀ ਦੇ ਮੁਤਾਬਕ ਇਹ ਮਤਲਬ ਜਿਹੜੀ ਸਮੱਸਿਆ ਆ ਇਹ ਇਸ ਤਰੀਕੇ ਨਾਲ ਠੀਕ ਕਰਨੀ, ਹੱਲ ਕਰਨੀ ਠੀਕ ਹੈ, ਤੁਸੀਂ ਇਹ ਕਹਿ ਰਹੇ ਹੋ? ਨਹੀਂ ਬਾਸੀ ਸਾਹਿਬ ਪਹਿਲਾਂ ਬੰਦਾ ਜਿਹੜਾ ਹੈਗਾ ਜੀ ਸਿੱਧੇ ਵੇ ਨਾਲ ਹੀ ਚੱਲਦਾ, ਜਦੋਂ ਬੰਦਾ ਜਮਾ ਹੀ ਅੱਕ ਜਾਂਦਾ ਜੀ ਫਿਰ ਇੱਥੇ ਉਤਰਦਾ ਜੀ। ਕੋਈ ਏਦਾਂ ਧਰਨਾ ਲਾਉਣਾ ਬਹੁਤ ਮਤਲਬ ਕੋਈ ਛੋਟੀ ਚੀਜ਼ ਨਹੀਂ ਹੈਗੀ ਜੀ। ਨਹੀਂ ਤੁਸੀਂ ਸ਼ਾਰਟ ਦੱਸੋ, ਇਹ ਹੱਲ ਠੀਕ ਹੈ, ਇਹ ਸੋਲੂਸ਼ਨ ਠੀਕ ਹੈ? ਇਹ ਸੋਲੂਸ਼ਨ ਜਦੋਂ ਬੰਦਾ ਅੱਕ ਜਾਵੇ ਫਿਰ ਠੀਕ ਹੈ। ਓਕੇ, ਮਿਹਰਬਾਨੀ ਵਰਿੰਦਰ ਜੀ, ਤੁਸੀਂ ਪਾਰਟਿਸਿਪੇਟ ਕੀਤਾ। ਅਗਲੀ ਕਾਲ ਅਸੀਂ ਦੇਖਦੇ ਕਿੰਨੇ ਲੋਕ ਨੇ ਔਰ ਅਸੀਂ ਅੱਜ ਪਰਸੈਂਟ ਕੱਢਣੀ ਹੈ ਕਿੰਨੇ ਲੋਕ ਇਸ ਦੇ ਹੱਕ ਵਿੱਚ ਨੇ ਤੇ ਕਿੰਨੇ ਲੋਕ ਇਸ ਦੇ ਵਿਰੋਧ ਵਿੱਚ ਨੇ। ਜੇ ਕੋਈ ਟਰੱਕਿੰਗ ਇੰਡਸਟਰੀ ਵਿੱਚ ਜਾਂ ਕੋਈ ਫੈਕਟਰੀ ਵਾਲਾ ਜਾਂ ਕੋਈ ਰੈਸਟੋਰੈਂਟ ਵਾਲਾ ਪੈਸੇ ਨਹੀਂ ਦਿੰਦਾ ਕੰਮ ਕਰਨ ਵਾਲਿਆਂ ਦੇ, ਜਾਂ ਡਿਸਪਿਊਟ ਉਹਨਾਂ ਦਾ ਕੋਈ ਹੈ ਕਿਸੇ ਵੀ ਕਿਸਮ ਦਾ, ਤੇ ਇਹ ਲੋਕ ਮੁਜ਼ਾਹਰਾ ਕਰਦੇ ਨੇ। ਕਿ ਮੁਜ਼ਾਹਰਾ ਕਰਨ ਵਾਲਿਆਂ ਦੇ ਹੱਕ ਵਿੱਚ ਤੁਸੀਂ ਭੁਗਤ ਰਹੇ ਹੋ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲੋਕ ਕੀ ਕਹਿਣਾ ਚਾਹੁੰਦੇ ਨੇ ਸਾਨੂੰ ਕਾਲ ਕਰਨ। ਨੰਬਰ 4 ਕਾਲਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਭਾਜੀ, ਸੌਰੀ ਮੈਂ ਪਹਿਲਾਂ ਤਾਂ ਸਟੋਰੀ ਸੁਣੀ ਨਹੀਂ, ਹੁਣ ਥੋੜਾ ਜਿਹਾ ਇਹਦਾ ਆਈਡੀਆ ਆਇਆ ਤੁਹਾਡੇ ਤੋਂ ਜੀ ਵੀ ਇਹ ਮੁਜ਼ਾਹਰਿਆਂ ਨਾਲ ਤਾਂ ਕੋਈ ਵੀ ਗੱਲ ਹੱਲ ਨਹੀਂ ਹੁੰਦੀ ਹੈ। ਇਹ ਮਤਲਬ ਇਹ ਹੋ ਗਿਆ ਤੁਸੀਂ ਕਿਸੇ ਪੈਸੇ ਦੇਣੇ ਆ ਤਾਂ ਤੁਸੀਂ ਮੁਜ਼ਾਹਰੇ 50-60 ਮੁੰਡੇ ਨਿਆਣੇ ਇਕੱਠੇ ਕਰਕੇ ਰੌਲੀ ਪਾਉਣ ਲੱਗ ਪਓ, ਜਿਹੜੇ ਪਿੰਡ ਜਿਹੜੇ ਘਰਾਂ ਦੇ ਲੋਕ ਨਹੀਂ ਡਿਸਟਰਬ ਹੋਣ, ਤੇ ਫਿਰ ਅਦਾਲਤਾਂ ਵਿੱਚ ਉਹ ਮੁੰਡਾ ਕਹਿੰਦਾ ਇੱਕ ਅਮਰਿੰਦਰ ਸਾਡਾ ਸਤਿਕਾਰਯੋਗ ਹੈ, ਕਹਿੰਦਾ ਜੀ ਅਦਾਲਤਾਂ ਵਿੱਚ ਟਾਈਮ ਬਹੁਤ ਲੱਗਦਾ ਹੈ। ਇਹਦਾ ਮਤਲਬ ਇਹ ਕਿ ਤੁਸੀਂ ਅਦਾਲਤਾਂ ਦਾ ਸਤਿਕਾਰ ਨਹੀਂ ਕਰ ਰਹੇ, ਫਿਰ ਕੋਰਟ ਦੀ ਲੋੜ ਹੀ ਨਹੀਂਗੀ। ਨਹੀਂ ਭਾਜੀ ਦੇਖੋ ਇੱਥੇ ਅਦਾਲਤਾਂ ਸਭ ਕੁਝ ਕਰਦੀਆਂ ਨੇ, ਟਾਈਮ ਜ਼ਰੂਰ ਲੱਗਦਾ। ਮੈਂ ਤੁਹਾਨੂੰ ਸਾਡੀ ਆਪਣੀ ਗੱਲ ਦੱਸਦੀ ਆ। ਸਾਡੇ ਨਾਲ ਇੱਕ ਵਾਰੀ ਕਿਸੇ ਗੋਰੇ ਨੇ ਮਤਲਬ ਨਾ ਗੈਸ ਪਵਾ ਕੇ ਭੱਜ ਗਿਆ ਉਹ, ਤੇ ਅਸੀਂ ਪੁਲਿਸ ਨੂੰ ਫੋਨ ਕੀਤਾ ਵੀ ਇਦਾਂ ਦਾ ਸਾਡੇ ਨਾਲ ਹੋਈ ਹੈ ਵੀ ਉਹ ਕਾਰਡ ਛੱਡ ਗਿਆ ਹੋਇਆ ਵੀ ਉਹਦਾ ਕਾਰਡ ਚੱਲਦਾ ਨਹੀਂ। ਉਹਨਾਂ ਨੇ ਕਾਰਡ ਦੇ ਵਿੱਚੋਂ ਸਾਰਾ ਕੁਝ ਉਹਦੀ ਫੋਟੋ ਵਗੈਰਾ ਸਾਰਾ ਕੁਝ ਕੱਢ ਲਿਆ। ਉਹ ਕਹਿੰਦੇ ਵੀ ਕਿੱਦਾਂ ਕਰਨਾ, ਇਹ ਕਹਿੰਦੇ ਵੀ ਹੁਣ 40-45 ਡਾਲਰ ਦੀ ਗੈਸ ਪਾਈ ਆ ਵੀ ਦੇਖ ਲਓ ਜੇ ਦਿੰਦਾ ਠੀਕ ਆ, ਨਹੀਂ ਦਿੰਦਾ ਤਾਂ ਨਾ ਸੀ। ਹੁਣ ਇੱਥੇ ਦੇਖੋ ਕਾਨੂੰਨ ਬਹੁਤ ਪੱਕਾ ਹੈ। ਉਹਨਾਂ ਨੇ ਮਤਲਬ ਉਹਨੂੰ ਲੱਭ ਕੇ ਉਹਨੂੰ ਪੁੱਛ ਕੇ ਉਹ ਫਿਰ ਸਾਨੂੰ ਕਹਿਣ ਲੱਗੇ ਵੀ ਤੁਸੀਂ ਕੋਰਟ ਦੇ ਵਿੱਚ ਜਾਓ। ਮੇਰੇ ਹਸਬੈਂਡ ਕੋਰਟ 'ਚ ਚਲੇ ਗਏ, ਇੱਕ ਵਾਰੀ ਗਏ, 2 ਵਾਰੀ ਗਏ, ਤਾਂ ਇਹ ਉਹਨੂੰ ਜੱਜ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਵੀ ਮੇਰੇ ਕੋਲ ਟਾਈਮ ਨਹੀਂ, ਮੈਂ ਇੰਨਾ ਵਿਹਲਾ ਨਹੀਂ ਹੈਗਾ ਵੀ ਮੈਂ ਰੋਜ਼ ਆਵਾਂ, ਮੈਂ ਬਿਜ਼ੀ ਬੰਦਾ, ਵੀ ਜੇ ਉਹ ਦੇ ਦੂਗਾ ਤਾਂ ਵੀ ਠੀਕ ਆ, ਨਾ ਦੇ ਦੂਗਾ ਤਾਂ ਵੀ ਠੀਕ ਆ। ਉਹਨਾਂ ਨੇ ਦੇਖੋ ਉੱਥੇ ਰਿਕੁਐਸਟ ਪਾ ਲਈ, ਉਹਨਾਂ ਨੇ ਸਾਨੂੰ ਫੋਨ ਨਹੀਂ ਕੀਤਾ। ਸਾਨੂੰ 4-5 ਮਹੀਨੇ ਬਾਅਦ ਸਾਡੇ ਘਰ 60 ਡਾਲਰ ਦਾ ਚੈੱਕ ਆ ਗਿਆ ਸਾਡੇ ਸਟੋਰ ਤੇ। ਵੈਰੀ ਗੁੱਡ ਜੀ, ਸੀ ਅਦਾਲਤਾਂ ਕੰਮ ਕਰਦੀਆਂ, ਮਿਹਰਬਾਨੀ। ਕੋਟਾਂ ਹੈਗੀਆਂ ਨੇ, ਕੋਟਾਂ ਸਭ ਕੁਝ ਕਰਦੀਆਂ ਨੇ, ਪਰ ਥੋੜਾ ਸਬਰ ਚਾਹੀਦਾ। ਮੁਜ਼ਾਹਰਿਆਂ ਨਾਲ ਕੁਝ ਨਹੀਂ ਬਣਨਾ। ਤੁਸੀਂ ਮੁਜ਼ਾਹਰੇ ਦੇ ਹੱਕ ਵਿੱਚ, ਮਤਲਬ ਤੁਸੀਂ ਹੱਕ ਵਿੱਚ ਨਹੀਂ, ਮੁਜ਼ਾਹਰੇ ਨਹੀਂ ਹੋਣੇ ਚਾਹੀਦੇ। ਨਹੀਂ ਥੈਂਕ ਯੂ ਸੋ ਮਚ। ਨੈਕਸਟ ਕਾਲ ਪਲੀਜ਼। ਇੱਕ ਕਾਲ ਆਈ ਹੱਕ ਵਿੱਚ, ਦੂਜੀ ਆਈ 9 ਵਜੇ ਦੇ। ਕਿੰਨੇ ਹੋਰ ਕਾਲਰ ਨੇ? ਆਓ ਕਾਲ ਕਰੋ ਵੱਧ ਤੋਂ ਵੱਧ। ਜਿਹੜੇ ਹੋ ਰਹੇ ਮੁਜ਼ਾਹਰੇ ਆ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਜਾਂ ਨਹੀਂ ਪਾਉਣੀ ਚਾਹੀਦੀ? ਤੁਸੀਂ ਦੱਸੋ ਸਾਨੂੰ। ਜਿਹੜੇ ਲੋਕ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਨੇ, ਬੜੇ ਪਰੇਸ਼ਾਨ ਨੇ ਕਿ ਹੋ ਕੀ ਰਿਹਾ। ਜੇ ਕਿਸੇ ਪੈਸੇ ਮਾਰਦਾ ਤੇ 40-50-100 ਬੰਦਾ ਇਕੱਠਾ ਹੋ ਕੇ ਮੁਜ਼ਾਹਰੇ ਕਰਦੇ ਨੇ, ਕੀ ਇਹ ਹੱਲ ਠੀਕ ਹੈ ਜਾਂ ਗਲਤ ਹੈ? ਕਾਲ ਕਰੋ। ਨੰਬਰ 3 ਕਾਲਰ, ਬੋਲੋ ਜੀ। ਹਾਂਜੀ ਬਾਸੀ, ਮੈਂ ਬਿਲਕੁਲ ਇਹਦੇ ਚ ਮੈਂ ਇਹਦਾ ਬਿਲਕੁਲ ਸਪੋਰਟ ਕਰਦਾ ਵੀ ਮੁਜ਼ਾਹਰੇ ਹੋਣੇ ਚਾਹੀਦੇ ਆ। ਤੁਸੀਂ ਸਪੋਰਟ ਕਰਦੇ ਹੋ ਕਿ ਮੁਜ਼ਾਹਰੇ ਹੋਣੇ ਚਾਹੀਦੇ, ਮਤਲਬ ਖੱਪ ਪੈਣੀ ਚਾਹੀਦੀ ਆ? ਮੈਂ ਹੁਣ ਦੱਸਦਾ ਵੀ ਰੀਜ਼ਨ ਪਤਾ ਕੀ ਹੈ ਬਾਸੀ ਜੀ। ਪਹਿਲਾਂ ਆਪਣੇ ਲਾ ਲਓ ਦੂਜੇ EMPLOYER ਹੁੰਦੇ ਸੀ, ਹੁਣ ਆਪਣੇ ਲੋਕਾਂ ਨੇ ਕੰਮ ਖੋਲ ਲਏ ਤੇ ਲੋਕਾਂ ਦੇ ਪੈਸੇ ਮਾਰਦੇ ਆ। ਤੁਸੀਂ ਕਹਿੰਦੇ ਵੀ ਤੁਸੀਂ 30-40 ਸਾਲ ਤੋਂ ਰਹਿੰਦੇ ਹੋ, ਪਹਿਲਾਂ ਉਹ ਦੂਜੇ EMPLOYER ਹੁੰਦੇ ਸੀ, ਹੋਰ ਕਮਿਊਨਿਟੀ ਵਾਲੇ ਜਮੀ ਨਹੀਂ ਸੀ ਪੈਸੇ ਮਾਰਦੇ। ਹੁਣ ਆਪਣੇ ਲੋਕਾਂ ਨੇ ਕੰਮ ਖੋਲ ਲਏ ਤੇ ਪੈਸੇ ਮਾਰੀ ਜਾਂਦੇ ਲੋਕਾਂ ਦੇ, ਫਿਰ ਮੁਜ਼ਾਹਰੇ ਤਾਂ ਹੋਣਗੇ। ਅੱਗੇ ਹਰਮਨ ਅੱਗੇ ਵੀ ਲੋਕ ਜਿਹੜੇ ਸੀਗੇ ਇੱਕ ਦੂਜੇ ਲੈਣ ਦੇਣ ਦੇ ਵਿੱਚ ਗੜਬੜ ਹੁੰਦੀ ਸੀ, ਲੋਕ ਕੋਰਟਾਂ ਕਚਹਿਰੀਆਂ ਵਿੱਚ ਜਾਂਦੇ ਸੀਗੇ, ਲੋਕ ਕਿਰਾਏ ਨਹੀਂ ਸੀ ਦਿੰਦੇ, ਕੋਰਟਾਂ ਜਾਂਦੇ ਸੀਗੇ। ਪਰ ਇਹ ਨਹੀਂ ਹੈ ਕਿ ਤੁਸੀਂ ਜਾ ਕੇ ਮੁਜ਼ਾਹਰਾ ਕਰ ਦੋ। ਬਾਸੀ ਮੈਂ ਦੱਸੋ ਪਹਿਲਾਂ ਆਪਣੇ EMPLOYER ਕਿੰਨੇ ਹੁੰਦੇ ਸੀ? ਤੁਸੀਂ ਪੁਰਾਣੇ ਆਏ ਹੋਏ ਹੋ। ਮੈਂ ਤਾਂ ਮੈਨੂੰ 12 ਸਾਲ ਹੋ ਗਿਆ ਇਹਨੂੰ। ਨਹੀਂ ਕਮਿਊਨਿਟੀ ਵੀ ਘੱਟ ਸੀ ਨਾ ਉਦੋਂ। ਹਾਂਜੀ ਕਮਿਊਨਿਟੀ ਘੱਟ ਸੀ, ਪਰ ਲੋਕ ਆਪਣੇ ਗੋਰੇ ਨਾਲ ਕੰਮ ਕਰਦੇ ਸੀ। ਗੋਰੇ ਪੈਸੇ ਦਿੰਦੇ ਸੀ ਕਿ ਨਹੀਂ, ਟਾਈਮ ਤੇ ਦਿੰਦੇ ਸੀ? ਮੈਨੂੰ ਇਹ ਦੱਸੋ। ਕਈ ਵਾਰ ਨਹੀਂ ਦਿੰਦੇ ਸੀ, ਲੋਕੀ ਕੋਰਟਾਂ ਜਾਂਦੇ ਸੀ।
ਮੈਨੂੰ ਤਾਂ ਲੱਗਦਾ ਨਹੀਂ ਹੈ ਗੋਰੇ ਏਦਾਂ ਕਰਦੇ ਹੋਣਗੇ, ਮੇਰੇ ਨਾਲ ਤਾਂ ਕਦੇ ਹੋਇਆ ਨਹੀਂ। ਮੇਰੇ ਕਿਸੇ ਨੇ ਟਰਕਿੰਗ ਕੰਪਨੀ ਨੇ ਪੈਸੇ ਮਾਰੇ ਸੀ। ਤੁਸੀਂ ਆਏ 12 ਸਾਲ ਤੋਂ ਨਾ, ਤੁਸੀਂ ਆਏ ਹਾਲੇ ਥੋੜਾ ਚਿਰ ਹੋਇਆ, ਤੁਹਾਨੂੰ ਨਹੀਂ ਪਤਾ। ਪਰ ਮੈਂ ਤੁਹਾਨੂੰ ਦੱਸਦਾ ਕੋਰਟ ਕੰਮ ਕਰਦੀ, ਮੈਂ ਮੇਰਾ ਐਕਸਪੀਰੀਅੰਸ ਰਿਹਾ, ਮੇਰੇ ਕਿਸੇ ਟਰਕਿੰਗ ਕੰਪਨੀ ਨੇ ਪੈਸੇ ਮਾਰੇ। ਹਰਮਨ ਮੈਨੂੰ ਇੱਕ ਮਿੰਟ ਜੀ ਦੱਸੋ, ਇਹਦਾ ਮਤਲਬ ਕਿ ਫਿਰ ਤਾਂ ਅਦਾਲਤਾਂ ਦੇ ਵਿੱਚ ਜਾਣ ਦੀ ਲੋੜ ਨਹੀਂ, ਤੁਸੀਂ ਬੰਦੇ ਇਕੱਠੇ ਕਰ ਲਓ ਤਾਂ ਖੱਪ ਕਰਨੀ ਸ਼ੁਰੂ ਕਰ ਦਿਓ। ਨਹੀਂ, ਮਸਲਾ ਤਾਂ ਹੱਲ ਅਦਾਲਤ ਨਹੀਂ ਕਰਨਾ। ਮੇਰੇ ਸਾਲ ਬਾਅਦ ਮੈਨੂੰ ਪੈਸੇ ਮੁੜ ਗਏ ਸੀ, ਮੇਰੇ $6000 ਸੀਗਾ ਮੇਰਾ। ਪਰ ਆਈ ਟੈਲ ਯੂ ਵਨ ਥਿੰਗ, ਮੈਂ ਤੁਹਾਨੂੰ ਇੱਕ ਚੀਜ਼ ਮੈਂ ਵਾਰਨਿੰਗ ਦੇਣੀ ਚਾਹੁੰਦਾ ਉਹਨਾਂ ਲੋਕਾਂ ਨੂੰ, ਮੈਂ ਕੋਈ ਵੀ ਡਸਨਟ ਮੈਟਰ ਕੌਣ, ਆਈ ਡੋਂਟ ਕੇਅਰ। ਕਾਨੂੰਨ ਜਿਹੜਾ ਹੈ ਉਹਨੂੰ ਆਪਣੇ ਹੱਥ ਵਿੱਚ ਨਾ ਲਾਓ, ਔਰ ਇੰਨੀ ਖੱਪ ਕਰਨੀ ਠੀਕ ਨਹੀਂ ਹੈ ਇਸ ਦੇਸ਼ ਦੇ ਵਿੱਚ। ਇਹ ਤੁਸੀਂ ਅਸੀਂ ਜੇ ਕਾਨੂੰਨ ਦੇ ਅਗੇਂਸਟ ਏਦਾਂ ਮੁਜ਼ਾਹਰਾ ਕਰਨਾ ਕਿਸੇ ਦੇ ਘਰੇ ਅੱਗੇ ਜਾ ਕੇ, ਇਹ ਮੇਰੇ ਮੁਤਾਬਕ ਇਹ ਕੋਰਟ ਦੀ ਜੱਜਮੈਂਟ ਜਿਹੜੀ ਆਉਣ ਵਾਲੀ ਆ, ਹਾਂਜੀ ਹਾਂਜੀ, ਇਹ ਜੱਜਮੈਂਟ ਜਦੋਂ ਆਉਣੀ ਆ, ਜਿਹਨੂੰ ਸਜ਼ਾ ਜਿਹਨੂੰ ਨਾ ਪਰ ਜੱਜ ਨੇ ਸੁਣਾਉਣੀ ਆ ਕਿੰਨਾ ਜੁਰਮਾਨਾ, ਉਦੋਂ ਤੁਹਾਨੂੰ ਦੱਸੂਗਾ ਮੈਂ, ਵੇਟ ਕਰੋ। ਚਲੋ ਠੀਕ ਆ ਬਸ ਜੀ, ਕੋਈ ਗੱਲ ਨਹੀਂ। ਥੈਂਕ ਯੂ ਜੀ। ਨੈਕਸਟ ਕਾਲ ਜੀ। ਤੇ ਲੋਕ ਕੀ ਕਹਿੰਦੇ ਨੇ, ਔਰ ਇਹਦੇ ਬਾਰੇ ਵਿੱਚ ਅਸੀਂ ਚਿੰਤਾ ਫਿਕਰਮੰਦ ਹੈ, ਪਰ ਮੈਂ ਇਹ ਵੀ ਨਾਲ ਕਹਾਂਗਾ ਜੇ ਤੋਂ ਕੰਮ ਕਰਾਉਂਦੇ ਉਹਨਾਂ ਬੱਚੇ ਨੂੰ ਪੈਸੇ ਦਿਓ। ਹਾਂਜੀ, ਨੰਬਰ 1 ਕਾਲਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਸੀ ਸਾਹਿਬ, ਆ ਜਿਹੜੇ ਮੁਜ਼ਾਹਰਿਆਂ ਵਾਲੀ ਗੱਲ ਆ ਜੀ, ਇਹ ਜੇ ਪਹਿਲੀ ਗੱਲ ਤਾਂ ਘਰ ਦੇ ਮੂਹਰੇ ਜੀ ਤੁਸੀਂ ਬੰਦੇ ਦੇ ਉਹਦੇ ਕਿਸੇ ਨਿਆਣਿਆਂ ਦੇ ਪਿਓ ਨੇ ਤੁਹਾਡੇ ਪੈਸੇ ਦੇਣੇ ਆ ਜੀ, ਤੁਸੀਂ ਉਹਦੇ ਨਿਆਣਿਆਂ ਨੂੰ ਏਦਾਂ ਕਿੱਦਾਂ ਹਰਾਸ ਕਰ ਸਕਦੇ ਹੋ? ਜਾਂ ਕੋਈ ਉਹਨਾਂ ਦੇ ਬਜ਼ੁਰਗ ਆ ਘਰੇ, ਜੇ ਕਿਸੇ ਦੇ ਪੈਸੇ ਮਾਰੇ ਆ ਕੰਮ ਦੇ ਬਾਹਰ ਜਾ ਕੇ ਜਾਂ ਤੁਸੀਂ ਕਰ ਸਕਦੇ, ਏਦਾਂ ਘਰਾਂ ਦੇ ਤਾਂ ਮੂਹਰੇ ਆ ਕੇ ਤਾਂ ਜੀ ਇਹ ਖੱਪ ਕਰਦੇ ਆ ਮੇਰੀ, ਜਿੱਦਾਂ ਇਹ ਨਹੀਂ ਕਰਨਾ ਚਾਹੀਦਾ ਜੀ। ਤੁਸੀਂ ਮੈਂ ਦੱਸਿਆ ਕਾਲਰ, ਤੁਸੀਂ ਇਹਨੂੰ ਸ਼ਾਇਦ ਕਾਲਰ ਨੂੰ ਪਤਾ ਨਹੀਂ, ਪਹਿਲਾਂ ਕਾਲਰ ਆਇਆ, ਜੇ ਤੁਸੀਂ ਸਪੋਜ਼ ਕਰ ਲਓ ਕਿ ਮੈਂ ਤੁਹਾਡੇ ਪੈਸੇ ਮਾਰੇ ਆ, ਅੱਛਾ ਕੰਪਨੀ ਨੇ ਜਿਸ ਦੇ ਵੀ ਪੈਸੇ ਤੁਸੀਂ ਦੇਣੇ ਆ, ਕਲੈਕਸ਼ਨ ਏਜੰਸੀ ਵਾਲੇ ਕਾਲ ਕਰਦੇ, ਉਹ ਪੁੱਛਦੇ ਤੁਸੀਂ ਕੌਣ ਹੋ, ਤਾਂ ਉਹ ਉਹਨਾਂ ਗੱਲ ਕਰਦੇ, ਨਾ ਬੱਚੇ ਨਾ ਵਾਈਫ ਨਾ, ਉਹ ਕਰ ਨਹੀਂ ਸਕਦੇ ਗੱਲ ਕਿ ਤੁਸੀਂ ਸਾਡੇ ਪੈਸੇ ਦੇਣੇ ਆ, ਇਹ ਲਾਅ ਆ ਇਹ। ਹਾਂ, ਤੁਸੀਂ ਸਿਰਫ ਉਸ ਬੰਦੇ ਨਾਲ ਗੱਲ ਕਰ ਸਕਦੇ ਜਿਹਨੂੰ ਤੁਹਾਡੇ ਪੈਸੇ ਦੇਣੇ ਆ। ਹਾਂਜੀ, ਇਹ ਧਰਨੇ ਵਾਲੇ ਜੀ ਅਗਲੇ ਦੇ ਜਾ ਕੇ ਦਰਾਂ ਮੂਹਰੇ ਖੜ ਜਾਂਦੇ ਆ, ਇਹਨਾਂ ਦੇ ਤਾਂ ਜੀ ਨੱਥ ਪੈਣੀ ਚਾਹੀਦੀ ਆ, ਮੈਂ ਤਾਂ ਕਹਿੰਦਾ ਇਹਨਾਂ ਦੇ ਪੂਰੀ ਜੀ। ਆਓ ਸਾਨੂੰ ਕਾਲ ਕਰੋ, ਲੋਕ ਕੀ ਕਹਿੰਦੇ ਨੇ। ਹਾਂਜੀ, ਨੈਕਸਟ ਕਾਲ ਪਲੀਜ਼। ਅਸੀਂ ਲੋਕਾਂ ਜਾਣਨਾ ਚਾਹੁੰਦੇ ਜਿਹੜੇ ਇਹ ਮੁਜ਼ਾਹਰੇ ਹੋ ਰਹੇ ਠੀਕ ਹੋ ਰਹੇ ਨੇ। ਹਾਂਜੀ, ਨੈਕਸਟ ਕਾਲ ਪਲੀਜ਼। ਨੰਬਰ 2 ਕਾਲਰ ਲਾਈਨ ਤੇ ਆਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਅੰਕਲ ਜੀ। ਮੈਂ ਕਹਿੰਦਾ ਨਹੀਂ ਪੈਣੇ ਚਾਹੀਦੇ, ਖੱਪ ਨਹੀਂ ਪੈਣਾ ਚਾਹੀਦਾ। ਇੱਥੇ ਤੁਸੀਂ ਜਾਣਦੇ ਹੋ, ਵੈਸੇ ਤੁਸੀਂ ਬਹੁਤ ਸਾਲਾਂ ਤੋਂ ਹੀ ਕਰ ਰਹੇ ਹੋ ਇਸ ਕੰਮ 'ਚ, ਜਰਨਲਿਜ਼ਮ 'ਚ, ਤੇ ਇੱਕ ਹੋਰ ਜਰਨਲਿਸਟ ਸੀ ਇੱਥੇ ਕੈਨੇਡਾ ਦਾ ਜਿਹਦੇ ਉੱਤੇ ਅਜੇ ਲਾਸਟ ਵੀਕ ਬਰੈਂਪਟਨ ਅਟੈਕ ਹੋਇਆ, ਉਹਦੇ ਘਰ ਦੇ ਸਾਹਮਣੇ ਉਹਨੂੰ ਕੁੱਟਿਆ ਤੇ ਉਹਦੀ ਆਈ ਥਿੰਕ 10 ਆਵਰਸ ਦੀ ਸਰਜਰੀ ਵੀ ਹੋਈ ਸੀ, ਵਿਚ ਇਜ਼ ਵੈਰੀ ਰੋਂਗ। ਸੋ ਮੈਨੂੰ ਲੱਗਦਾ ਹੈ ਕਿ ਇਹ ਸਭ ਕੁਝ ਨਹੀਂ ਹੋਣਾ ਚਾਹੀਦਾ। ਅਗਲੀ ਕਾਲ ਪਲੀਜ਼। ਨੰਬਰ 4 ਕਾਲਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ, ਤੁਸੀਂ ਐਜ਼ ਏ ਸੱਚ ਬੋਲਿਓ ਆਪਣੀ ਆਵਾਜ਼ ਕਿ ਜੋ ਹੋ ਰਿਹਾ ਠੀਕ ਹੋ ਰਿਹਾ? ਹਾਂ ਬਾਸੀ ਸਾਹਿਬ, ਠੀਕ ਵੀ ਨਹੀਂ ਹੈ ਤੇ ਗਲਤ ਵੀ ਨਹੀਂ ਹੈਗਾ। ਦੇਖੋ ਕੁਛ ਵਾਰੀ ਕੋਰਟਾਂ ਦੇ ਫੈਸਲੇ ਦੇ ਬਾਵਜੂਦ ਵੀ ਲੋਕਾਂ ਨੂੰ ਪੈਸੇ ਨਹੀਂ ਮਿਲੇ, ਹੁਣ ਦੱਸੋ ਕੀ ਕਰੇ ਬੰਦਾ? ਨਹੀਂ, ਪਰ ਅਦਾਲਤਾਂ ਵੀ ਕਾਹਦੇ ਵਾਸਤੇ ਆ? ਨਹੀਂ, ਫਿਰ ਅਦਾਲਤ ਨੇ ਜਿੱਤਾ ਪੈਸੇ ਦਿਓ, ਉਹ ਫੇਰ ਵੀ ਨਹੀਂ ਮਿਲੇ ਤਾਂ ਫੇਰ ਕੀ ਕਰਨਾ ਚਾਹੀਦਾ? ਇਹਦਾ ਜਵਾਬ ਦਿਓ। ਇਹ ਤਾਂ ਜਿਹੜਾ ਕਾਨੂੰਨ ਹੈ ਉਹਨੂੰ ਫੋਲੋ ਕਰਨਾ ਪੈਣਾ ਆਪਾਂ ਨੂੰ। ਕਾਨੂੰਨ ਹੀ ਫੋਲੋ ਕੀਤਾ ਸੀ, ਕੋਰਟ 'ਚ ਗਏ ਸੀ, ਕੋਰਟ ਨੇ ਕਿਹਾ ਹਾਂ ਸਾਨੂੰ ਪੈਸੇ ਮਿਲਣਗੇ, ਫੇਰ ਵੀ ਨਹੀਂ ਮਿਲੇ, ਫੇਰ ਕੀ ਕਰੀਏ? ਨਹੀਂ, ਫਿਰ ਇੱਕ ਮਿੰਟ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਟਾਈਮ ਲੱਗਦਾ, ਫਿਰ ਤੁਸੀਂ ਕੋਰਟ ਫੇਰ ਪ੍ਰੋਸੀਡ ਕਰੋ ਕੇਸ। ਜੀ ਤੁਸੀਂ ਕਿਉਂ ਨਹੀਂ ਗੱਲ ਮੰਨਦੇ? ਹੋਇਆ ਸਾਡੇ ਨਾਲ ਤਾਂ ਅਸੀਂ ਗੱਲ ਕਰ ਰਹੇ ਹਾਂ। ਠੀਕ ਹੈ, ਮੈਂ ਨਹੀਂ ਕਹਿੰਦਾ ਮੁਜ਼ਾਹਰੇ ਕਰਨੇ ਚਾਹੀਦੇ, ਮੈਂ ਹੱਕ ਵਿੱਚ ਵੀ ਨਹੀਂ ਵੀ ਹੈ, ਪਰ ਕੋਰਟਾਂ ਦੇ ਬਾਵਜੂਦ ਵੀ ਨਹੀਂ ਪੈਸੇ ਲੱਭ ਰਹੇ। ਓਕੇ, ਇਹਦਾ ਹੱਲ ਕੀ ਹੈ? ਇਹਦਾ ਜਵਾਬ ਦਿਓ। ਤੁਹਾਡੇ ਮੁਤਾਬਕ ਕੀ ਹੱਲ ਹੈ? ਤੁਸੀਂ ਦੱਸੋ, ਮੈਂ ਤੁਹਾਨੂੰ ਪੁੱਛ ਰਿਹਾ। ਨਹੀਂ, ਮੈਨੂੰ ਤਾਂ ਮੈਂ ਫਿਰ ਤਾਂ ਇਹੀ ਆ ਕਿ ਖਾਮ ਮੁਜ਼ਾਹਰੇ ਹੋਣੇ ਚਾਹੀਦੇ ਆ। ਅੱਛਾ, ਮੁਜ਼ਾਹਰੇ ਤੁਸੀਂ ਹੱਕ ਵਿੱਚ ਹੋ, ਮਿਹਰਬਾਨੀ। ਅਗਲੀ ਕਾਲ ਪਲੀਜ਼। ਨੰਬਰ 6 ਕਾਲਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਸ ਸਾਹਿਬ ਜੀ, ਦੇਖੋ ਮੁਜ਼ਾਹਰੇ ਹੁੰਦੇ ਤਾਂ ਹੀ ਆ, ਸਭ ਨੂੰ ਪਤਾ ਜਦੋਂ ਪੈਸੇ ਮਰਦੇ ਨੇ, ਹਨਾ, ਜਿਹੜੇ ਕੰਮ ਕਰਦੇ ਆ ਮਿਹਨਤ ਦਾ ਮੁੱਲ ਨਹੀਂ ਮਿਲਦਾ, ਮੁਜ਼ਾਹਰੇ ਹੁੰਦੇ ਨੇ। ਸੋ ਮੁਜ਼ਾਹਰੇ ਹੋਣੇ ਚਾਹੀਦੇ ਆ, ਫੇਰ ਹੀ ਇਹ ਜਿਹੜੇ ਚੋਰ ਠੱਗ ਨੇ, ਜਿੰਨੇ ਵੀ ਪੈਸੇ ਮਾਰ ਜਿਨ੍ਹਾਂ ਨੇ ਆਪਦੇ ਕੰਮ ਵਧਾਏ ਨੇ, ਉਹ ਫੇਰ ਹੀ ਰੁਕਣਗੇ ਨਾ ਬਾਈ ਸਾਹਿਬ। ਜੇ ਦੇਸ਼ ਦੇ ਹਿਸਾਬ ਨਾਲ, ਦੇਸ਼ ਦੀ ਸ਼ਾਂਤੀ ਦੇ ਹਿਸਾਬ ਨਾਲ ਦੇਖੀਏ ਤਾਂ ਗਲਤ ਆ, ਪਰ ਗਲਤ ਫਿਰ ਉਹ ਵੀ ਆ, ਪੈਸੇ ਕਿਉਂ ਮਾਰ ਰਹੇ ਆ? ਜੇ ਕਿਸੇ ਤੋਂ ਕੰਮ ਕਰਾਉਣੇ ਆ ਉਹਦੇ ਪੈਸੇ ਦਿਓ। ਪਹਿਲੀ ਗੱਲ ਤਾਂ ਦਿੰਦੇ ਘੱਟ ਨੇ, 8-8 10-10 ਡਾਲਰ ਦਿੰਦੇ ਨੇ, ਹਨਾ। ਜਿਹੜਾ ਕੋਈ ਚਲੋ ਵੱਧ ਕੰਮ ਕਰਦਾ ਜਾਂ ਆਪਦੇ ਓਵਰ ਘੰਟੇ ਕੋਈ ਕੰਮ ਨਾ ਕਰੋ, ਨਾ ਕੋਈ ਓਵਰ ਟਾਈਮ ਦਿੰਦੇ ਨੇ, ਨਾ ਕੰਮ ਕਰੋ, ਉੱਤੋਂ ਪੈਸੇ ਮਾਰਦੇ ਨੇ, ਤੇ ਫਿਰ ਮੁਜ਼ਾਹਰੇ ਹੋਣ। ਮੈਂ ਤੁਹਾਨੂੰ ਦੱਸਿਆ ਗੱਲ, ਦੇਖੋ ਮੈਂ ਤੁਹਾਨੂੰ ਦੱਸਿਆ ਗੱਲ, ਨੋਟ ਕਰ ਲਿਓ, ਗਲਤੀ ਦੇ ਸ਼ਿਕਾਰ ਨਾ ਹੋ ਜਾਣ। ਕੁਝ ਲੋਕ ਹੈ ਨਾ, ਕਈ ਵਾਰ ਲੋਕ ਜਿਹੜੇ ਮਹਿਸੂਸ ਕਰਦੇ ਆ ਕਿ ਕੁਛ ਸਾਨੂੰ ਹੋਇਆ, ਅਸੀਂ ਮੁਜ਼ਾਹਰੇ ਕਰ ਲਏ। ਜੱਜ ਸਾਹਿਬ ਦੀ ਜਿਹੜੀ ਜੱਜਮੈਂਟ ਆਉਣੀ ਹੈ, ਤੁਸੀਂ ਦੇਖ ਲਓ, ਮੈਂ ਕੈਨੇਡੀਅਨ ਸਿਟੀਜ਼ਨ ਹੈ ਔਰ ਮੈਂ 50 ਸਾਲ ਤੋਂ ਕੈਨੇਡਾ ਵਿੱਚ ਰਹਿ ਰਿਹਾ, 40 ਸਾਲ ਜਰਨਲਿਜ਼ਮ ਦੇ ਵਿੱਚ ਹੈ, ਤੇ ਲੋਕੀ ਸਾਡੇ ਹਰ ਇੱਕ ਬੰਦੇ ਰੇਡੀਓ 'ਚ ਚਲਾਉਂਦੇ ਉਹਨੂੰ ਜਰਨਲਿਸਟ ਕਹਿ ਦਿੰਦੇ ਨੇ, ਜਿਹਨੂੰ ਉਡਾੜਾ ਵੀ ਨਹੀਂ ਪਤਾ। ਨੋ, ਇਜ਼ ਨਾਟ ਦੈਟ। ਜਰਨਲਿਜ਼ਮ ਇੱਕ ਵੱਖਰੀ ਗੱਲ ਹੈ, ਜਰਨਲਿਸਟ ਹੋਣਾ ਇੱਕ ਵੱਖਰੀ ਗੱਲ ਹੈ, ਇੱਕ ਰੇਡੀਓ ਚਲਾਉਣਾ, ਇੱਕ ਹੋਸਟ ਵੱਖਰੀ ਗੱਲ ਹੈ। ਔਰ ਤੁਸੀਂ ਇੱਕ ਗੱਲ ਨੋਟ ਕਰ ਲਿਓ, ਇਸ ਦੇਸ਼ ਦੇ ਕਾਨੂੰਨ ਜਿਹੜੇ ਨੇ ਉਹ ਹਰ ਇੱਕ ਲਈ ਇੱਕੋ ਜਿਹੇ ਨੇ, ਡਜ਼ਨਟ ਮੈਟਰ ਕੌਣ ਹੈ, ਚਾਹੇ ਮੰਤਰੀ ਹੈ, ਸੰਤਰੀ, MP, ਸ਼ੈਂਪੀ, ਨੋ ਮੈਟਰ, ਕੋਈ ਵੀ ਹੈ।
ਕੀਪ ਇਨ ਮਾਈਂਡ ਹੈ ਕਿ ਤੁਸੀਂ ਕਾਨੂੰਨ ਇਹ ਚੀਜ਼ ਆਗੇ ਦਿੰਦਾ, ਜੇ ਤੁਹਾਡੇ ਮੈਂ ਪੈਸੇ ਦੇਣੇ ਲੈਣੇ ਆ, ਕਲੈਕਸ਼ਨ ਏਜੰਸੀ ਵਾਲੇ ਪੁੱਛਦੇ ਤੁਸੀਂ ਕੌਣ ਬੋਲਦੇ ਹੋ, ਉਹਨੂੰ ਕਹਿਣਗੇ ਉਹ ਕਿ ਤੁਸੀਂ ਪੇਮੈਂਟ ਕਰੋ ਇੰਨੇ ਵਜੇ ਤੱਕ ਕਿਉਂ ਨਹੀਂ ਦੇ ਰਿਹਾ, ਪਰ ਉਹਦੇ ਕੋਲ ਹੱਕ ਨਹੀਂ ਹੈ ਕਿ ਤੁਹਾਡੇ ਘਰ ਦੇ ਮੈਂਬਰ ਨੂੰ ਜੇ ਤੁਸੀਂ ਫੋਨ ਕੀਤਾ ਘਰ ਦੇ ਵਿੱਚ ਤੁਹਾਡੀ ਵਾਈਫ, ਹੋਲਡ ਔਨ, ਲਿਸਨ ਟੂ ਮੀ, ਮੇਰੀ ਗੱਲ ਵੀ ਸੁਣੋ, ਤੁਸੀਂ ਮੇਰੀ ਸੁਣੋ ਗੱਲ, ਤੁਸੀਂ ਮੇਰੀ ਸੁਣੋ। ਤੁਸੀਂ ਉਹ ਕਲੈਕਸ਼ਨ ਏਜੰਸੀ ਵਾਲਾ ਵੀ ਦੂਜੇ ਬੰਦੇ ਨੂੰ ਕਹਿ ਨਹੀਂ ਸਕਦਾ, ਉਹਨੂੰ ਸੂਹ ਕਰ ਦੇਣਗੇ। ਜਦੋਂ ਇੱਕ ਦੂਜੇ ਨੂੰ ਸੂਹ ਕੀਤਾ ਨਾ, ਇੱਥੇ ਇਹ ਸਾਰਾ ਕੁਝ ਜਿਹੜਾ ਹੈ ਖਤਮ ਹੋ ਜਾਣਾ। ਜਿਹੜੇ ਨੱਠੇ ਬੱਜੇ ਕਾਨੂੰਨ ਆਗਿਆ ਨਹੀਂ ਦੇ ਰਿਹਾ ਇਹ। ਹਾਂਜੀ ਬਸ ਮੈਂ ਮੰਨਦਾ, ਤੁਸੀਂ ਕਹਿ ਰਹੇ ਤੁਸੀਂ ਹੁਣ ਕਰਨ ਵਾਲੇ ਮਜ਼ਾਰੇ ਕਰਦੇ ਨੇ, ਤੁਸੀਂ ਉਹਨਾਂ ਨੂੰ ਹੋ ਸਕਦਾ ਕੋਈ ਉਹਨਾਂ ਦੇ ਕੇਸ ਬਣ ਜੇ, ਉਹਨਾਂ ਨੂੰ ਸਜ਼ਾ ਵੀ ਹੋਵੇ, ਮੈਂ ਮੰਨਦਾ, ਪਰ ਨਾਲ ਹੀ ਨਾਲ ਜਿਹੜੇ ਇਹ ਕਰ ਰਹੇ ਨੇ ਪੈਸੇ ਮਾਰ ਰਹੇ, ਉਹਨਾਂ ਨੂੰ ਵੀ ਠੱਲ ਪਊਗੀ, ਦੋਵੇਂ ਕੁਛ ਨੂੰ ਠੱਲ ਪਊਗੀ। ਉਹਨਾਂ ਨੂੰ ਵੀ ਸ਼ਰਮ ਆਊਗੀ ਕਿ ਸਾਡੇ ਘਰ ਦੇ ਮੂਹਰੇ ਨਾਰੇ ਲੱਗਦੇ ਨੇ ਅਸੀਂ ਕਿਸੇ ਦੇ ਪੈਸੇ ਮਾਰ ਗਿਆ, ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ, ਸਾਰੇ ਘਰ ਦੇ ਵਿੱਚ ਇੱਕ ਬੰਦੇ ਨੇ ਪੈਸੇ, ਸਮਝੇ ਗੱਲ, ਜਿਹੜਾ ਕੋਈ ਜਾਂਦਾ ਇਹੋ ਜਿਹਾ ਕੰਮ ਕਰਦਾ ਉਹਨੂੰ ਵੀ ਪਤਾ ਹੁੰਦਾ ਜੇ ਮੇਰੇ ਤੇ ਬਣ ਜੂਗਾ ਤਾਂ ਵੀ ਕੋਈ ਗੱਲ ਨਹੀਂ, ਜਿਹੜੇ ਆਉਣ ਵਾਲੇ ਹੋਰ ਲੋਕ ਨੇ ਉਹਨਾਂ ਨਾਲ ਹੀ ਨਾ ਧੱਕਾ ਹੋਊਗਾ। ਚਲੋ ਜੇ ਬਣ ਵੀ ਜਾਊਗਾ ਤੇ ਹੋ ਆਉਣ ਵਾਲੇ ਹਜ਼ਾਰਾਂ ਬਚਣਗੇ ਵੀ, ਇਹਦਾ ਫਾਇਦਾ ਵੀ ਹੋਊਗਾ ਨਾ। ਨਹੀਂ ਫਾਇਦਾ ਕੋਈ ਨਹੀਂ। ਹੁਣ ਸੁਣੋ ਗੱਲ, ਤੁਹਾਡੇ ਬੱਚੇ ਹੈਗੇ ਆ? ਬੱਚੇ ਹੈ ਤਾਂ ਹੈ ਨਹੀਂ ਜੀ। ਓਕੇ, ਤਦੇ ਤੁਸੀਂ ਕਹਿ ਰਹੇ ਹੋ ਨਾ, ਤੁਸੀਂ ਜੋਸ਼ ਵਿੱਚ ਹੋਸ਼ ਵਿੱਚ ਨਹੀਂ ਹੋ। ਤੁਹਾਡੇ ਬੱਚੇ 12 20 21 22 ਸਾਲ ਦੇ ਨੇ, 25 ਸਾਲ ਦੇ ਨੇ। ਅੱਛਾ, ਤੁਹਾਡੇ ਤੁਸੀਂ ਪੈਸੇ ਦੇਣੇ ਆ ਜਾਂ ਲੈਣੇ ਆ, ਤੁਹਾਡਾ ਡਿਸਪਿਊਟ ਹੈ, ਤੇ ਤੁਹਾਡੇ ਬੱਚੇ ਜਿਹੜੇ ਜਵਾਨ ਹੋ ਜਾਂਦੇ ਆ ਤੇ ਤੁਹਾਡੇ ਘਰ ਆਣ ਕੇ ਹੱਲਾ ਗੁੱਲਾ ਕਰਦੇ, ਜਿਹੜੇ ਆਂਢ ਗੁਆਂਢ ਦੇ ਵਾਸਤੇ ਲੋਕਾਂ ਵਿੱਚ ਕੋਈ ਬਿਮਾਰ ਬੰਦਾ ਆ ਤੇ ਤੁਸੀਂ ਉੱਥੇ ਖੱਪ ਕਰਦੇ ਹੋ, ਐਕਸੈਪਟੇਬਲ ਨਹੀਂ? ਤੁਸੀਂ ਇਹ ਦੱਸੋ ਕਿਸੇ ਦੇ ਪੈਸੇ ਮਾਰਨੇ ਸਹੀ ਗੱਲ ਹੈ? ਕੋਰਟ ਜਾਓ ਫਿਰ। ਕੋਰਟ ਕਾਹਦੇ ਵਾਸਤੇ? ਕੋਰਟ ਦੇ ਵਿੱਚ ਕਿਸੇ ਨੇ ਕਿਸੇ ਤੋਂ $500 ਲੈਣਾ ਤਾਂ ਕੋਰਟ ਧੱਕੇ ਖਾਂਦਾ ਫਿਰੂਗਾ, ਉਹਨੂੰ ਕੋਰਟ ਜਾਣਾ ਪੈਣਾ। ਇਹ ਕੋਰਟ ਕਾਹਦੇ ਵਾਸਤੇ ਆ? ਇਹ ਕੋਰਟ ਇਸ ਕੰਮ ਵਾਸਤੇ ਹੀ ਆ। ਇਹ ਮੁਜ਼ਾਹਰੇ ਤਾਂ ਬਸ ਸਾਹਿਬ ਆਈ ਹੋਣਗੇ, ਜੇ ਪੈਸੇ ਲੋਕ ਮਾਰਨਗੇ ਮੁਜ਼ਾਹਰੇ ਆਈ ਹੋਣਗੇ। ਓਕੇ, ਤੁਸੀਂ ਬੇਟਾ ਤੇਰਾ ਨਾਂ ਕੀ ਆ? ਨਾ ਕੁਝ ਵੀ ਹੋਵੇ ਜੀ, ਜਿਹੜੀ ਗੱਲ ਕਰ ਰਹੇ ਉੱਥੇ ਆਓ ਤੁਸੀਂ, ਨਾ ਦੋ ਤੁਸੀਂ ਕੀ ਕਰਨਾ, ਤੁਸੀਂ ਜਿਹੜਾ ਇੱਥੇ ਮੈਨੂੰ ਪਾਸਪੋਰਟ ਬਣਾ ਕੇ ਦੇਣਾ ਮੇਰਾ। ਆ ਮੈਨਰਸ ਹੈ, ਗੱਲ ਕਰਨ ਤਰੀਕਾ ਤੇਰਾ, ਆ ਗੱਲ ਕਰਨ ਤਰੀਕਾ ਤੇਰਾ, ਆ ਨੰਬਰ ਨੋਟ ਕਰੀ ਆਲ ਦੀ ਟਾਈਮ ਕਰਦਾ। ਆ ਦੇਖ ਲਓ, ਆ ਤਰੀਕਾ ਜੇ ਤੂੰ ਗੱਲ ਕਰ ਸਕਦੇ, ਜੁਰਤ ਆ ਗੁਰਦੇ ਮੇਰੇ ਨਾਲ ਗੱਲ ਕਰ, ਮੇਰੇ ਨਾਲ ਕਰ ਗੱਲ। ਪਾਸਪੋਰਟ ਬਣਾਉਣ ਦਾ ਬੱਚਾ, ਇਹ ਬਾਰੇ ਤੁਸੀਂ ਮਜ਼ਾਰੇ ਹੋਣਗੇ, ਮਜ਼ਾਰੇ ਇਸ ਤਰ੍ਹਾਂ ਨਹੀਂ ਹੋਣ ਦੇਣੇ ਇੱਥੇ ਤੁਹਾਨੂੰ, ਤੁਸੀਂ ਇਹ ਰੁਕਣਾ ਪੈਣਾ ਇੱਦਾਂ। ਚੋਰ ਜਿਹੜੇ ਨੇ ਲੁੱਟ ਬੰਦ ਕਰੋ ਜਿਹੜੇ। ਐਨੀਵੇ ਮੇਰੇ ਖਿਆਲ ਕਿ ਤੂੰ ਖੁਦ ਚੋਰ ਲੱਗਦਾ ਮੈਨੂੰ। ਇਹਨੂੰ ਬੰਦ ਕਰੋ ਸਾਰਾ ਵਾਸਤੇ, ਨੂੰ ਇਹ ਲਾਈਨ ਨੂੰ ਫ੍ਰੀਜ਼ ਕਰ ਦਿਓ। ਇਜ਼ ਨੌਨਸੈਂਸ ਕਾਲਰ। ਤੁਸੀਂ ਇੱਥੇ ਮਜ਼ਾਕ ਬਣਾਏ ਹੋਏ ਲੋਕਾਂ ਨੇ ਕਿਸੇ ਬੰਦੇ। ਅਸੀਂ ਇਸ ਚੀਜ਼ ਦੇ ਅਗੇਂਸਟ ਆ, ਬੱਚਿਆਂ ਨੂੰ ਪੈਸੇ, ਕੋਈ ਵੀ ਬੰਦਾ ਆ ਕਿਸੇ ਦੇ ਪੈਸੇ ਮਾਰੋ ਨਾ, ਪੈਸੇ ਬਣਦੇ ਦਿਓ ਅਗਲੇ ਨੂੰ, ਪਰ ਇਹ ਤਰੀਕਾ ਠੀਕ ਨਹੀਂ ਹੈ। ਹਾਂਜੀ, ਨੰਬਰ ਆਪਣੇ 45 ਕਾਲਰ ਲਾਈਨ 'ਚ ਹੋ। ਨੰਬਰ 5 ਰਣਜੋਤ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਸ ਜੀ, ਮੁਜ਼ਾਹਰੇ ਬਿਲਕੁਲ ਨਹੀਂ ਹੋਣੇ ਚਾਹੀਦੇ ਘਰਾਂ ਦੇ ਵਿੱਚ। ਤੇ ਦੂਜੀ ਗੱਲ, ਜੇ ਕਿਸੇ ਨੇ ਮੁਜ਼ਾਹਰਾ ਕਰਨਾ ਹੋਵੇ ਸਿਟੀ ਹਾਲ ਜਾਣ ਤੇ ਆਪਣੇ ਨਾਲ ਪ੍ਰੈਸ ਨੂੰ ਸੱਦਣ। ਹਾਂ, ਤੁਸੀਂ ਸਿਟੀ ਹਾਲ ਜਾਓ, ਤੁਸੀਂ ਕਮਰਸ਼ੀਅਲ ਪ੍ਰਾਪਰਟੀ ਤੇ ਜਾਓ, ਨਾ ਕਿ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਆਓ। ਜਿਹੜੇ ਜਿੱਥੇ ਘਰ ਨੇ ਤੁਸੀਂ ਉੱਥੇ ਮੁਜ਼ਾਹਰੇ ਕਿਉਂ ਕਰ ਸਕਦੇ ਹੋ? ਥੈਂਕ ਯੂ ਬਸ ਜੀ, ਗਿਵ ਅਸ ਅ ਕਾਲ। ਤੁਹਾਡੇ ਵਿਚਾਰ ਕੀ ਨੇ? ਨੈਕਸਟ ਕਾਲ ਪਲੀਜ਼। ਨੰਬਰ 3 ਕਾਲਰ, ਕੀ ਕਹਿਣਾ ਚਾਹੁੰਦੇ ਹੋ? ਸਰ ਜੀ, ਪ੍ਰੋਟੈਸਟ ਵਗੈਰਾ ਨਹੀਂ ਹੋਣੇ ਚਾਹੀਦੇ। ਮੈਂ ਅੱਜ ਸਾਊਂਡ ਲਾਈਕ ਇਦਾਂ ਹੋ ਰਿਹਾ ਨਾ ਕਿ ਅੱਜ ਪੂੰਜੀਪਤੀਆਂ ਦੀ ਗੱਲ ਕਰ ਰਹੇ ਆ, ਇੱਕ ਕਾਮਾ ਵਿਅਕਤੀ ਨੂੰ ਵਿੱਚ ਨਹੀਂ ਅਲਾਉ ਕਰ ਰਹੇ, ਪਰ ਰੈਲਿਟੀ ਇਹੀ ਆ, ਇਹ ਕੰਟਰੀ ਇੱਥੇ ਪ੍ਰੋਟੋਕੋਲ ਸਾ ਲਾ ਆ, ਲੇਬਰ ਕੋਡ ਆ, ਉਹ ਟਾਈਮ ਲੈਂਦਾ ਪਰ ਰਿਜ਼ਲਟ ਦਿੰਦਾ। ਮੈਂ ਖੁਦ ਇੱਕ ਸਟੂਡੈਂਟ ਆ, ਜਿਹੜਾ ਮੌਂਟਰੀਅਲ ਦੇ ਵਿੱਚ ਪ੍ਰੋਟੈਸਟ ਵਗੈਰਾ ਕੀਤੇ ਸਟੂਡੈਂਟਸ ਵਗੈਰਾ ਨੇ, ਉਹਦਾ ਰਿਜ਼ਲਟ ਇਹ ਨਿਕਲਿਆ ਆ ਕਿ ਉੱਥੇ ਜਿਹੜੀ ਮੌਂਟਰੀਅਲ ਦੇ ਵੀਜ਼ੇ ਦੇਣੇ ਬੰਦ ਹੋ ਗਏ ਆ। ਜਿਨ੍ਹਾਂ ਦੇ 8 ਬੈਂਡ ਆ, 80% ਸਕੋਰ ਆ ਇੰਡੀਆ ਦੇ ਵਿੱਚ, ਉਹਨਾਂ ਨੂੰ ਵੀਜ਼ੇ ਨਹੀਂ ਮਿਲ ਰਹੇ ਉੱਥੇ। ਇਹ ਰਿਜ਼ਲਟ ਆ ਰਹੇ ਆ। ਇਹ ਲੋਕ ਲਾਈਕ ਨਹੀਂ ਕਰਦੇ। ਹੋਰ ਕਮਿਊਨਿਟੀ ਵਾਲੇ ਲੋਕ ਕਿੰਨੀ ਕੁ ਵਾਰੀ ਅੱਗੇ ਆਏ ਆ ਪ੍ਰੋਟੈਸਟ ਕਰਨੇ ਨੂੰ ਕਿ ਸਾਡੇ ਪੈਸੇ ਨਹੀਂ ਮਿਲੇ। ਏਦਾਂ ਨਹੀਂ ਹੋਏ, ਪੈਸੇ ਸਾਡੇ ਉੱਥੇ ਮਿਲੇ ਆ ਜਿੱਥੇ ਅਸੀਂ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਹੜੇ ਰੈਸਟੋਰੈਂਟਾਂ 'ਚ ਅਸੀਂ ਕੰਮ ਕਰਦੇ ਆ, ਉੱਥੇ ਅਸੀਂ ਉਹਨਾਂ ਨਾਲ ਡੀਲ ਕੀਤੀ ਹੈ ਕਿ ਅਸੀਂ ਕੈਸ਼ ਪੈਸੇ ਲੈਣੇ ਆ, ਤੇ ਉੱਥੇ ਇਹ ਕੁਝ ਹੋਊਗਾ। ਅਸੀਂ ਉਹਨਾਂ ਨੂੰ ਕਹਿੰਦੇ ਆ, ਭਾਈ ਤੁਸੀਂ ਸਾਨੂੰ ਪੈਸੇ ਘੱਟ ਦੇ ਰਹੇ ਹੋ, ਸਾਨੂੰ B ਲੈਵਲ ਦੀ ਜੌਬ ਦਾ ਜੌਬ ਲੈਟਰ ਦਿਓ, ਅਸੀਂ ਤੁਹਾਡੇ ਕੋਲ ਕੰਮ ਕਰੀ ਜਾਵਾਂਗੇ। ਮੈਂ ਇਹੋ ਜਿਹੇ ਲੋਕ ਵੀ ਦੇਖੇ ਆ, ਕਹਿੰਦੇ ਆ ਸਾਡੇ ਕੋਲ 10,000 ਰੁਪਇਆ ਲੈ ਲਓ, ਸਾਨੂੰ ਆਹ ਵਾਲਾ ਜੌਬ ਲੈਟਰ ਦਿਓ, ਅਸੀਂ ਕੰਮ ਵੀ ਕਰਾਂਗੇ। ਗਲਤ ਵੀ ਕੰਮ ਕਰਦੇ ਆ ਨਾ ਇਹ। ਹਾਂਜੀ ਸਰ, ਵੀ ਇਹਨਾਂ ਦਾ ਰਿਜ਼ਲਟ ਇੱਦਾਂ ਦਾ ਹੀ ਆਉਣਾ ਨਾ, ਪਰ ਅਸੀਂ ਕਾਨੂੰਨ ਤੇ ਵਿਸ਼ਵਾਸ ਰੱਖੀਏ। ਲੇਬਰ ਕੋਡ ਜਾਈਏ, ਲੇਬਰ ਕੋਡ ਟਾਈਮ ਬਹੁਤ ਲੈਂਦਾ, ਪਰ ਤੁਹਾਨੂੰ ਰਿਜ਼ਲਟ ਜ਼ਰੂਰ ਮਿਲਦਾ। ਨਹੀਂ, ਇਹਦਾ ਮਤਲਬ ਇਹ ਕਿ ਜੇ ਟਾਈਮ ਲੱਗਦਾ ਕੋਰਟਾਂ ਦੇ ਵਿੱਚ, ਤੁਸੀਂ ਆਪਣਾ ਕਾਨੂੰਨ ਬਣਾ ਲਓ।
ਬਿਲਕੁਲ ਸਰ ਨਹੀਂ ਕਰਨਾ ਚਾਹੀਦਾ, ਇਹਦਾ ਰਿਜ਼ਲਟ ਅੱਛੇ ਨਹੀਂ ਹੈਗੇ। ਹੋਰ ਇਹਦਾ ਮਤਲਬ ਇਹ ਆ ਕਿ ਜੇ ਸਾਡੀ ਕੋਈ ਸਾਡੇ ਇੱਕ ਦੋ ਬੰਦੇ ਨੇ ਐਡਾ ਵਾਲਿਆਂ ਨੇ ਪੈਸੇ, ਸੁਣੋ ਗੱਲ, ਐਡਾ ਵਾਲਿਆਂ ਨੇ ਵੀ ਪੈਸੇ ਦੇਣੇ ਆ, 2-3 ਜਣਿਆਂ ਨੇ। ਅੱਛਾ, ਇਹ ਥੋੜਾ ਮਤਲਬ ਮੈਂ ਰੇਡੀਓ ਦੌਰਾਨ ਕੋਈ ਨਾਲ ਜੀ ਮੇਰੇ ਪੈਸੇ ਦੇਣੇ ਆ, ਦਿਸ ਨਾਟ ਲਾਅ। ਬਿਲਕੁਲ ਸਰ, ਇਹ ਲਾਅ ਥੋੜਾ ਆ ਕੋਈ। ਬਿਲਕੁਲ ਬਿਲਕੁਲ ਹਾਂ, ਇਹ ਲਾਅ ਨਹੀਂ ਹੈ, ਇਹ ਕਾਨੂੰਨ ਇਹ ਨਹੀਂ ਹੈ। ਇਹ ਕਾਨੂੰਨ ਜਿਹੜਾ ਇਹ ਤੁਸੀਂ ਲੋਕੀ ਮਜ਼ਾਕ ਸਮਝਦੇ। ਆਈ ਟੈਲ ਯੂ ਵਨ ਥਿੰਗ, ਮੇਰੀ ਅਟਾਰਨੀ ਮੈਂ ਦੱਸੂਗਾ ਨਹੀਂ ਕਿਉਂਕਿ ਮੈਂ ਆਈ ਐਮ ਰਜਿਸਟਰਡ ਵਿਦ ਯੂ ਨੋ ਕਿੱਥੇ ਆ ਮੈਂ। ਆਈ ਡੋਂਟ ਟੈਲ ਯੂ ਹੂ ਆਈ ਬਾਈ ਦ ਵੇ। ਮਾਈ ਨੇਮ ਜੋਗਿੰਦਰ ਬਾਸੀ ਦਾ ਸੋਲ ਪੀਰੀਅਡ। ਅਟਾਰਨੀ ਨਾਲ ਮੇਰੀ ਗੱਲ ਹੋਈ ਹੈ। ਅਟਾਰਨੀ ਨੇ ਮੈਨੂੰ ਇਹ ਚੀਜ਼ ਦੱਸੀ ਹੈ ਕਿ ਇਹ ਲੋਕ ਮਜ਼ਾਕ ਸਮਝਦੇ ਆ। ਬਿਲਕੁਲ ਹਾਂ, ਇਹ ਬੜਾ ਸੀਰੀਅਸ ਕ੍ਰਾਈਮ ਹੈ ਇਹ, ਜਿਹੜਾ ਕਿ ਆਪਣੇ ਲੋਕੀ ਹੱਥਾਂ ਵਿੱਚ ਲੈ ਰਹੇ ਆ। ਜੱਜ ਸਾਹਿਬ ਦੀ ਜੱਜਮੈਂਟ ਜਦੋਂ ਆਉਣੀ ਹੈ, ਥੋੜੀ ਦੇਖੋ, ਥੋੜੇ ਮਹੀਨੇ ਵਿੱਚ ਜਾਂ ਹਫ਼ਤੇ ਜਦੋਂ ਵੀ ਆ ਜਾਣੀ ਆ, ਤੇ ਇਹਨਾਂ ਨੂੰ ਕਿੰਨਾ ਫਾਈਨ ਹੋਣਾ ਆ। ਉਸ ਬੰਦੇ ਨੇ ਪੈਸੇ ਦਿੱਤੇ ਆ, ਕਿੰਨੇ ਦੇਣੇ ਆ, ਉਹ ਗੱਲ ਵੱਖਰੀ, ਡਿਫਰੈਂਟ ਇਸ਼ੂ ਆ। ਇਸ਼ੂ ਇੱਥੇ ਇਹ ਆ ਕਿ ਤੁਸੀਂ ਜਿੱਥੇ ਲੋਕ ਵੱਸਦੇ ਨੇ ਉੱਥੇ ਤੁਸੀਂ 100-200 ਬੰਦਾ ਲਿਜਾ ਕੇ ਸਪੀਕਰ ਲੈ ਕੇ ਉੱਚੀ ਉੱਚੀ ਹਾਂ ਨਾਅਰੇ ਲਾਉਂਦੇ ਹੋ, ਫੇਸਬੁੱਕ ਤੇ ਪਾਉਂਦੇ ਹੋ, ਇਜ਼ ਨਾਟ ਐਕਸੈਪਟੇਬਲ। ਹਾਂਜੀ, ਜਦੋਂ ਤੁਹਾਡੇ ਬੱਚੇ ਹੋਣਗੇ, ਬੱਚੇ 22 ਸਾਲ ਦੇ ਹੋ ਗਏ, 24 ਸਾਲ ਦੇ ਹੋ ਗਏ ਆ, ਉਹਨਾਂ ਦੀ ਕੱਲ੍ਹ ਨੂੰ ਸ਼ਾਦੀ ਹੋਣੀ ਆ, ਤੁਸੀਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਫਾਦਰ ਦਾ ਕਸੂਰ ਆ ਜਾਂ ਮਦਰ ਦਾ ਆ, ਪੈਸੇ ਇੱਕ ਨੇ ਦੇਣੇ ਆ ਨਾ ਸਾਰੇ ਟੱਬਰ ਨੇ ਦੇਣੇ ਆ, ਤੁਸੀਂ ਕਿਵੇਂ ਉਹਨਾਂ ਨੂੰ ਕਹਿ ਸਕਦੇ ਚੋਰ ਹੋ? ਬਿਲਕੁਲ ਜੀ, ਇਹ ਹੱਕ ਨਹੀਂ ਹੈ ਤੁਹਾਨੂੰ ਕਿਸੇ ਨੂੰ ਵੀ ਕਿਸੇ ਦਾ। ਇਹ ਕੋਰਟ ਦਾ ਹੈ, ਜੱਜ ਸਾਹਿਬ ਦੀ ਜੱਜਮੈਂਟ ਹੈ। ਅਸੀਂ ਜੱਜ ਸਾਹਿਬ ਨੂੰ ਆਨਰ ਕਰਨਾ ਹੈ, ਨਾ ਕਿ ਅਸੀਂ ਤੁਹਾਡੀ ਜਿਹੜੀ ਜੱਜਮੈਂਟ ਹੈ ਉਹਨੂੰ ਆਨਰ ਕਰਨਾ ਹੈ। ਆਮ ਸੌਰੀ, ਆਈ ਕੈਨ ਸਟੈਂਡ। ਅਸੀਂ ਜਿਸ ਮੁਲਕ ਤੋਂ ਆਏ ਆ ਨਾ, ਅਸੀਂ ਉਸੇ ਸਿਸਟਮ ਨੂੰ ਲੈ ਕੇ ਚੱਲ ਰਹੇ ਆ। ਅਸੀਂ ਇਸੇ ਸਿਸਟਮ ਨੂੰ ਅਡਾਪਟ। ਤੁਸੀਂ ਇੱਥੇ ਨਾ, ਉੱਥੇ ਤਾਂ ਇੰਡੀਆ ਵਿੱਚ ਤੁਸੀਂ ਰੇਲਵੇ ਰੋਕ ਦਿੰਦੇ ਹੋ, ਹਾਈਵੇ ਰੋਕ ਦਿੰਦੇ ਹੋ, ਇੱਥੇ ਰੋਕ ਕੇ ਦਿਖਾ ਲਓ। ਇਹੀ ਹੈ ਬਸ ਸਰ। ਇੱਕ 427 ਜਾਂ ਮੇਰੀ ਰੋਡ ਰੋਕ ਕੇ ਦਿਖਾ ਲਓ, ਤੁਹਾਨੂੰ ਨਾ ਪੁਲਿਸ ਚਾਰਜ ਕਰੇਗੀ। You can't stop nonsense these things. ਸਰ, ਜਦੋਂ ਕਨਸੀਕੁਐਂਸਸ ਦੇਖਣਗੇ, ਰਿਜ਼ਲਟ ਦੇਖਣਗੇ ਨਾ, ਇਹ ਫੇਰ ਹਟਣਗੇ। ਤਾਮਿਲ ਕਮਿਊਨਿਟੀ ਨੇ 401 ਨੂੰ ਕੁਝ ਸਮੇਂ ਲਈ ਮਤਲਬ ਬੰਦ ਕਰਤਾ ਸੀ, ਤਾਂ ਉਹਨਾਂ ਨੇ ਚਾਰਜ ਐਸੇ ਲਾਏ ਸੀ, ਮੁੜ ਕੇ ਜਿਹੜਾ ਨਾਂ ਨਹੀਂ ਲੈਂਦਾ ਕੋਈ ਵੀ। ਬਿਲਕੁਲ ਸਰ, ਭੁੱਲੇ ਹੋਏ ਲੋਕ ਨੇ, ਇਹਨਾਂ ਨੂੰ ਪਤਾ ਨਹੀਂ ਮਜ਼ਾਕ ਸਮਝਦੇ ਨੇ ਇਹ। ਆਸਟ੍ਰੇਲੀਆ ਦੇ ਵਿੱਚ ਵੀ ਸਾਰੇ ਪ੍ਰੋਟੈਸਟ ਕੀਤਾ ਗਿਆ ਸੀਗਾ ਕਿਸੇ ਚੀਜ਼ ਨੂੰ ਲੈ ਕੇ, ਤੇ ਉਹਦੇ ਜਿਹੜੇ ਰਿਜ਼ਲਟ ਆ, ਜੋ ਸਾਨੂੰ ਫਾਈਨ ਪਾਏ ਗਏ ਆ ਨਾ, ਜੇ ਸ਼ਾਇਦ ਕਿਸੇ ਨੂੰ ਲਿਆ ਕੇ ਕਿਸੇ ਜਾਵੇ ਤਾਂ ਫਿਰ ਸ਼ਾਇਦ ਸਾਡੇ ਆਨਰੇਬਲ ਅਟਾਰਨੀ ਨੇ ਮੈਨੂੰ ਦੱਸਿਆ ਕਿ ਆਹ ਬੰਦੇ ਸਾਡੇ ਕੋਲ ਫੇਸ ਪਹੁੰਚ ਗਏ, ਆਹ ਸਭ ਕੁਝ ਹੋ ਗਿਆ, ਤੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਫਾਈਨ ਕਰ ਰਹੇ ਹਾਂ। ਔਰ ਜੋ ਫਾਈਨ ਕਰਨ, ਦੇਖੋ ਕੀ ਹੋਣਾ, ਇਹ ਕਿਹੜੇ ਭਾਵ ਵਿਅਕਤੀ ਆ। ਇਹ ਲੋਕ ਹਾਲੇ ਮਜ਼ਾਕ ਸਮਝਦੇ। ਮੈਂ ਇਹਨਾਂ ਨੂੰ ਬੇਨਤੀ ਕਰ ਰਿਹਾ, ਪੈਸੇ ਦਾ ਲੈਣ ਦੇਣ ਹੈਗਾ, ਕੋਰਟ ਆ। ਇਹ ਥੋੜਾ ਮਤਲਬ ਕਿ ਤੁਸੀਂ ਕੋਰਟ ਰਾਹੀਂ ਆਪਣੇ ਆਪ ਹੀ ਕੋਰਟ ਬਣਾ ਲਓ, ਆਪਣੇ ਆਪ ਹੀ ਜੱਜਮੈਂਟ ਲੈ ਲਓ। ਕੁਝ ਸਾਡੇ ਵੀਰ ਸੋਚਦੇ ਹੋਣੇ ਪੂੰਜੀਪਤੀ। ਥੈਂਕਸ ਕਾਲਰ। ਗੱਲ ਹੈਗੀ ਦੀ ਸਾਡੀ ਟੌਪ। ਥੈਂਕ ਯੂ ਸੋ ਮਚ। ਮੋਤੀ ਜਰੂਰ ਜਿਹੜਾ ਹੈ ਉਹ ਖੁੱਲ ਚੁੱਕਾ ਹੈ ਸਰੀ ਦੇ ਵਿੱਚ, ਔਰ ਸੁਣ ਛਾਪੇ ਵਾਲੇ ਮੋਤੀ ਜਰੂਰ ਨੂੰ ਯਾਦ ਰੱਖਣਾ। ਹਾਂਜੀ, ਨੰਬਰ 1 ਕਾਲਰ ਲਵਪ੍ਰੀਤ ਲਾਈਨ ਤੇ ਆਪ ਜੀ। ਹਾਂਜੀ ਸਰ, ਪ੍ਰੋਟੈਸਟ ਕਰਨੇ ਚਲੋ ਗਲਤ ਆ, ਪਰ ਇਹ ਵੀ ਬੱਚੇ ਇਕੱਲੇ ਐਮਪਲੋਇਰਾਂ ਦੇ ਨਹੀਂ ਹੁੰਦੇ, ਜਿਹੜੇ ਇੰਪਲੋਏ ਕੰਮ ਕਰ ਰਹੇ ਆ, ਬੱਚੇ ਉਹਨਾਂ ਦੇ ਵੀ ਨੇ, ਪੇਰੈਂਟਸ ਉਹਨਾਂ ਦੇ ਵੀ ਇੱਥੇ ਆਏ ਨੇ, ਸਾਰੇ ਹੀ ਸਫਰ ਕਰਦੇ ਆ। ਫਿਰ ਇਸ ਕਰਕੇ ਚਾਹੀਦਾ ਇੰਪਲੋਇਰ ਨੂੰ ਵੀ ਜਾਂ ਇੰਪਲੋਏ ਨੂੰ ਵੀ ਕਿ ਆਪਸ 'ਚ ਬਹਿ ਕੇ ਸੋਲਵ ਕਰ ਲਓ, ਹੈ ਨਾ। ਇਹ ਨਹੀਂ ਹੈ ਕਿ ਜੇ ਉਹਨਾਂ ਦੇ ਘਰ ਅੱਗੇ ਪ੍ਰੋਟੈਸਟ ਹੋ ਰਿਹਾ ਤੇ ਇਕੱਲੇ ਉਹਨਾਂ ਦੇ ਬੱਚੇ ਸਫਰ ਕਰ ਰਹੇ ਆ। ਹੁਣ ਮੈਂ ਮੰਨ ਲਓ ਮੇਰੇ ਪੇਰੈਂਟਸ ਨਾਲ ਰਹਿ ਰਹੇ ਆ, ਮੇਰੇ 2 ਬੱਚੇ ਆ ਮੰਨ ਲਓ, ਤੇ ਉਹ ਵੀ ਤਾਂ ਸਫਰ ਕਰਨਗੇ ਨਾ ਜੇ ਮੇਰੀ ਤੇ ਮਰੀ ਹੋਵੇ। ਨਹੀਂ, ਸਫਰ ਕਰਨਾ ਵੱਖਰੀ ਗੱਲ ਹੈ, ਪਰ ਪ੍ਰੋਬਲਮ ਇਹ ਕਿ ਜੇ ਪੈਸੇ ਦੇਣੇ ਆ ਤੁਹਾਡੇ, ਉਹਨੂੰ ਦੇਣੇ ਚਾਹੀਦੇ। ਮੰਨਦਾ ਕਿ ਪੈਸੇ ਨਹੀਂ ਮਾਰਨੇ ਚਾਹੀਦੇ ਕਿਸੇ ਵੀ ਵਿਅਕਤੀ ਦੇ, ਪਰ ਜਿਹਨੇ ਪੈਸੇ ਮਾਰੇ ਆ ਉਹ ਡਾਇਰੈਕਟ ਡੀਲ ਕਰ ਸਕਦਾ, ਨਾ ਕਿ ਸਾਰੇ ਤੁਸੀਂ ਪਰਿਵਾਰ ਨੂੰ ਡੀਲ ਕਰ ਸਕਦੇ ਹੋ। ਹੁਣ ਪਿੱਛੇ ਜੇ ਇੱਕ ਟਰੱਕਿੰਗ ਕੰਪਨੀ ਵਾਲੇ ਘਰ ਦੇ ਅੱਗੇ ਪ੍ਰੋਟੈਸਟ ਹੋਇਆ ਸੀ ਤੇ ਉਹਨੇ ਡੈਫੇਮੇਸ਼ਨ ਦਾ ਕੀਤਾ ਕੇਸ, ਤੇ ਜੱਜ ਸਾਹਿਬ ਨੇ ਉਹਦਾ ਡੈਫੇਮੇਸ਼ਨ ਦਾ ਕੈਂਸਲ ਕਰਕੇ ਇਹ ਕਿਹਾ ਕਿ ਹਾਂ ਤੂੰ ਗਲਤ ਹੈ ਤੇ ਉਹਦੇ ਪੈਸੇ ਵੀ ਦੇਣੇ ਪੈਣੇ ਤੈਨੂੰ ਇੰਪਲੋਏ। ਇੱਕ ਸੈਕਿੰਡ, ਕਿਹੜਾ ਕੇਸ ਹੋਇਆ? ਕਿਉਂ ਝੂਠ ਬੋਲਦੇ ਹੋ? ਝੂਠੀ NSF ਜਿਹੜੀ ਨੌਜਵਾਨ ਸਪੋਰਟ ਨੈਟਵਰਕ ਹੈ, ਉਹਨਾਂ ਦੇ ਜੱਜ ਸਾਹਿਬ ਨੇ ਇਹ ਨਹੀਂ ਕਿਹਾ ਤੁਸੀਂ ਜਾ ਕੇ ਪ੍ਰੋਟੈਸਟ ਕਰਕੇ ਤੇ ਪੈਸੇ ਲੈ ਲਿਆ ਕਰੋ ਇਸ ਤਰ੍ਹਾਂ। ਨੋ, ਜੱਜ ਡਿਡਨਟ ਸੇ ਦੈਟ। ਨੋ, ਮੈਂ ਇਹ ਨਹੀਂ ਕਿਹਾ। ਮੈਂ ਇਹ ਕਿਹਾ ਕਿ ਉਹ ਡੈਫੇਮੇਸ਼ਨ ਦਾ ਉਹਨੇ ਕੇਸ ਕੀਤਾ ਸੀ, ਬਟ ਉਹ ਉਹਦਾ ਮਤਲਬ ਡੈਫੇਮੇਸ਼ਨ ਦਾ ਕੇਸ ਜਿਹੜਾ ਕੇਸ ਚੱਲ ਰਿਹਾ ਆ, ਉਹ ਡੈਫੇਮੇਸ਼ਨ ਦੇ ਵਿੱਚ ਉਹਨੂੰ ਪੈਸੇ ਜਿਹੜੇ ਆ ਉਹਨਾਂ ਨੂੰ ਦੇਣੇ ਪੈਣੇ। ਡੈਫੇਮੇਸ਼ਨ ਦਾ ਕੇਸ ਜਿਹੜਾ ਸੈਪਰੇਟ ਆ, ਜਿਹੜਾ ਲੈਣ ਦੇਣ ਦਾ ਸੈਪਰੇਟ ਹੈ। 2 ਇਸ਼ੂ ਨੇ ਇਹ। ਓਕੇ, ਹਾਂ, 2 ਇਸ਼ੂ ਆ। ਡੋਂਟ ਕਨਫਿਊਜ਼ ਪੀਪਲ ਪਲੀਜ਼, ਡੋਂਟ ਗਿਵ ਮਿਸ ਇਨਫੋਰਮੇਸ਼ਨ। you can be charged। I know, ਗਲਤ ਆ ਉਹ ਇਨਫੋਰਮੇਸ਼ਨ। ਉਹ ਕੇਸ ਇਸ ਤਰ੍ਹਾਂ ਸੀਗਾ, ਮੈਂ ਦੱਸਦਾ ਕੀ ਆ। ਜੱਜ ਸਾਹਿਬ ਨੇ ਜੱਜਮੈਂਟ ਜਿਹੜੀ ਇਹ ਆ ਕਿ ਤੁਸੀਂ ਆਹ ਪੈਸੇ ਆ, ਆਹ ਲੌਗ ਸ਼ੀਟ ਬਣੀ ਹੋਈ ਆ, ਇਹਦੇ ਪੈਸੇ ਬਣ ਦਿੱਤੇ ਜਾਵੇ। ਪਰ ਦੂਜੇ ਪਾਸੇ ਜੱਜ ਸਾਹਿਬ ਦੀ ਇਹ ਵੀ ਜੱਜਮੈਂਟ ਹੈ ਕਿ ਤੁਹਾਡੇ ਕੋਲ ਕੀ ਹੱਕ ਹੈ ਕਿ ਤੁਸੀਂ ਪ੍ਰੋਟੈਸਟ ਕੀਤਾ। ਉਹ ਡੈਫੇਮੇਸ਼ਨ ਕੇਸ ਚੱਲ ਰਿਹਾ, ਹੁਣ ਉਹਨੂੰ ਫਾਈਨ ਹੋਣਾ ਉਸ ਚੀਜ਼ ਦਾ, ਉਹਦੀ ਵੇਟ ਕਰੋ। ਠੀਕ ਹੈ। ਹਾਂਜੀ, ਅਗਲੀ ਕਾਲ ਪਲੀਜ਼। ਸੀ ਦਿਸ ਇਜ਼ ਦ ਵੇ।
ਇਸ ਟੂ ਮੈਟਰ ਨੇ। ਨੰਬਰ 2 ਕਾਲਰ। ਹੈਲੋ ਹਾਂਜੀ, ਇਹ ਆਪਾਂ ਇਹਨਾਂ ਨਾਲ ਗੱਲ ਕਰ ਚੁੱਕੇ ਹਾਂ। ਹੋਲਡ ਰੱਖੋ ਲਾਈਨ ਕਿਉਂਕਿ ਟੇਕ ਦੀ ਅਦਰ ਕਾਲ ਪਲੀਜ਼। ਹਾਂਜੀ, ਨੰਬਰ 4 ਕਾਲਰ, ਤੁਸੀਂ ਵੈਨਕੂਵਰ ਤੋਂ ਹੋ, ਬੋਲੋ। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਜੀ ਬਾਸੀ ਸਾਹਿਬ, ਇਹ ਮੁਜ਼ਾਹਰੇ ਨਹੀਂ ਹੋਣੇ ਚਾਹੀਦੇ। ਪਰ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਲਿਆ ਕਿ ਮੁਜ਼ਾਹਰੇ ਜੇ ਤੁਸੀਂ ਲੈਣ ਦੇਣਾ ਕੋਰਟ ਵਿੱਚ ਜਾਓ ਨਾ। ਜਿਹੜੀ ਬਾਸੀ ਸਾਹਿਬ ਜਿਹੜੀ ਕੰਟਰੀ ਆ ਨਾ ਕੈਨੇਡਾ, ਇਹਨਾਂ ਨੇ ਪੈਨ ਦੀ ਮਾਰ ਮਾਰਨੀ ਆ। ਤਾੜੀ ਇੱਕ ਹੱਥ ਦੇ ਨਾਲ ਨਹੀਂ ਵੱਜਦੀ, ਤਾੜੀ ਦੋਨੇ ਹੱਥ ਨਾਲ ਹੀ ਵੱਜਦੀ ਆ ਜੀ। ਅਸੀਂ ਆਪ ਵੀ ਗਲਤ ਹੁੰਦੇ ਆ। ਦੇਖੋ, ਪਹਿਲੀ ਗੱਲ ਤਾਂ ਤੁਸੀਂ ਕੰਮ ਕਰਾਉਂਦੇ ਹੋ ਨਾ, ਤੁਸੀਂ ਪੈਸੇ ਦਿਓ ਬੱਚਿਆਂ ਨੂੰ। ਬੱਚਿਆਂ ਨੂੰ ਪੈਸੇ ਬਣਦੇ ਦਿਓ, ਪੈਸੇ ਜੋ ਮਿਨੀਮਮ ਵੇਜਸ ਹੈ ਉਹ ਦਿਓ ਬੱਚਿਆਂ ਨੂੰ। ਹਾਂਜੀ ਹਾਂਜੀ, ਬਟ ਦੂਜੇ ਪਾਸੇ ਅਸੀਂ ਕਹਿੰਦੇ ਕਿ ਜੇ ਨਹੀਂ ਤੁਸੀਂ ਕੋਰਟ ਵਿੱਚ ਜਾਓ, ਨਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ 100-200 ਬੰਦਾ ਜਾ ਕੇ ਹੱਲਾ ਗੁੱਲਾ ਕਰੋ। ਇਜ਼ ਨਾਟ ਐਕਸੈਪਟੇਬਲ। ਬਾਸੀ ਸਾਹਿਬ, ਮੈਨੂੰ 18 ਸਾਲ ਹੋ ਗਏ ਆਏ ਤੂੰ ਇੰਡੀਆ ਤੋਂ ਜੀ, ਤੇ ਅਸੀਂ ਗੋਰਿਆਂ ਨਾਲ ਕੰਮ ਕਰਦੇ ਸੀ ਪਹਿਲਾਂ। ਸਾਡੇ ਪੈਸੇ ਨਹੀਂ ਦਿੱਤੇ ਉਹ ਗੋਰੇ ਨੇ। ਤੁਸੀਂ ਮੁਜ਼ਾਹਰਾ ਕਿਤੇ ਜਾ ਕੇ? ਅਸੀਂ ਲੇਬਰ ਕੋਰਟ ਚਲੇ ਗਏ ਤੇ ਲੇਬਰ ਕੋਰਟ ਵਾਲੇ ਕਹਿੰਦੇ ਤੁਹਾਨੂੰ ਪਤਾ ਹੋਣਾ ਤੁਹਾਡੇ ਕੋਲ ਕੈਲੰਡਰ ਹੈਗਾ ਕੰਮ ਤੇ? ਹਾਂ, ਪਹਿਲਾਂ ਕੈਲੰਡਰ ਮੰਨਦੇ ਹੁੰਦੇ ਸੀ ਬਾਸੀ ਸਾਹਿਬ। ਇਹ ਕੈਲੰਡਰ ਤੇ ਟੈਕ ਮਾਰਕ ਹੋਣਾ ਚਾਹੀਦਾ ਸੀਗਾ ਵੀ। ਹਾਂ, ਵੀ ਮੈਂ ਇਸ ਦਿਨ ਕੰਮ ਤੇ ਗਿਆ। ਸਾਡੇ ਕੋਲੇ ਉਹ ਕੈਲੰਡਰ ਸੀਗਾ, ਘਰੇ ਜਾ ਕੇ ਲਿਖਣਾ ਵੀ ਇਸ ਦਿਨ ਮੈਂ ਕੰਮ ਤੇ ਗਿਆ, ਇੰਨੇ ਵਜੇ ਕੰਮ ਤੇ ਗਿਆ, ਇੰਨੇ ਵਜੇ ਹਟਿਆ ਹਨਾ। ਉਹ ਕੈਲੰਡਰ ਜਾ ਕੇ ਕੋਰਟ 'ਚ ਪੇਸ਼ ਕੀਤਾ ਵੀ ਆਹ ਕੈਲੰਡਰ ਪਿਆ ਵਾ ਜੀ, ਅਸੀਂ ਆਹ ਦਿਨ ਕੰਮ ਕੀਤਾ। ਉਹ ਕਹਿੰਦੇ ਕੋਈ ਗੱਲ ਵੀ ਤੁਹਾਨੂੰ ਪੇ ਮਿਲੂਗੀ ਸਾਰੀ, ਜਿੱਦੇ ਉਹਦੀ ਹਰਾਸਮੈਂਟ ਹੋਈ ਹੈ ਤੁਹਾਨੂੰ ਵੀ ਪੇ ਕਰਨਗੇ। ਇਹ ਸਾਨੂੰ ਪੇ ਹੋਏ ਆ ਜੀ। ਤੇ ਫਿਰ ਲੋਕਾਂ ਨੂੰ ਦੱਸੋ ਕਿ ਜਿਹੜੇ ਕੋਰਟ ਹੈ, ਹੁਣ ਤੁਸੀਂ ਕੋਰਟ ਤੋਂ ਬਗੈਰ ਆਪਣੀ ਅਦਾਲਤ ਲਾ ਲੈਣੀ ਜਾਂ ਬਾਹਰ ਆਪਣੇ ਆਪ ਜੱਜ ਬਣ ਜਾਣਾ? ਜਿੱਥੇ ਮਰਜ਼ੀ ਭਾਜੋ ਬਾਸੀ ਸਾਹਿਬ, ਕਿੱਡੇ ਮਰਜ਼ੀ ਗੱਲ ਹੋ ਜਾਵੇ, ਫੈਸਲਾ ਅੰਤ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਹੋਣਾ। ਮੈਂ ਦੇਖੋ, ਲੋਕੀ ਸੀਰੀਅਸ ਨਹੀਂ ਲੈ ਰਹੇ, ਲੋਕਾਂ ਨੂੰ ਪ੍ਰੋਬਲਮ ਪੈਣੀ ਹੈ। ਇਹ ਉਹਨਾਂ ਲੋਕਾਂ ਨੂੰ ਪੀਆਰ ਵੀ ਨਹੀਂ ਮਿਲਣੀ। ਇਹ ਬਹੁਤ ਵੱਡਾ ਇਸ਼ੂ ਆ। ਇਹ ਕ੍ਰਾਈਮ ਵਿੱਚ ਇਨਵੋਲਵ ਹੋ ਗਿਆ, ਫਰਾਡ ਇਨਵੋਲਵ ਹੋ ਗਿਆ, ਥ੍ਰੈਟ ਇਨਵੋਲਵ ਹੋ ਗਿਆ, ਤੇ ਪੁਲਿਸ ਨੇ ਚਾਰਜ ਵੀ ਕਰ ਲੈਣੇ ਆ। ਜੇ ਤੁਸੀਂ ਹੱਲਾ ਗੁੱਲਾ ਕਰੋਗੇ, ਦਰਵਾਜ਼ੇ ਭੰਨੋਗੇ ਜਾ ਕੇ, ਤੁਸੀਂ ਟ੍ਰੈਸਪਾਸਿੰਗ ਵਿੱਚ ਚਾਰਜ ਕਰ ਸਕਦੀ ਪੁਲਿਸ ਤੁਹਾਨੂੰ। ਜੇ ਤੁਸੀਂ ਕਿਸੇ ਨੂੰ ਪੈਸੇ ਦੇਣੇ ਨਾ, ਸਾਰਾ ਕੰਮ ਹੀ ਇਹੋ ਆ। ਜੇ ਸਪੋਜ਼ ਕਰਕੇ ਮੈਂ ਤੁਹਾਨੂੰ ਪੈਸੇ ਦੇਣੇ ਆ, ਤੁਸੀਂ ਮੇਰੇ ਪੈਸੇ ਦੇਣੇ, ਮੈਂ ਪੈਸੇ ਦੇਣੇ ਆ, ਤਾਂ ਆਈ ਕਾਲ ਦੀ ਪੁਲਿਸ ਕਿ ਬੰਦਾ ਮੇਰੇ ਘਰ ਦੇ ਮੂਹਰੇ ਆਉਣਾ ਚਾਹੀਦਾ। ਡਸਨਟ ਮੈਟਰ ਕਿ ਨੋ ਮੈਟਰ ਕਿੰਨੇ ਪੈਸੇ ਦੇਣੇ ਆ। ਤੁਸੀਂ ਪ੍ਰਾਪਰਟੀ ਵਿੱਚ ਟ੍ਰੈਸਪਾਸਿੰਗ ਚਾਰਜ ਕਰ ਸਕਦੇ ਆ, ਤੇ ਚਾਰਜ ਲਾ ਕੇ ਤੁਹਾਡੀ ਇਮੀਗ੍ਰੇਸ਼ਨ ਨਹੀਂ ਮਿਲਣੀ। ਬਿਲਕੁਲ ਬਿਲਕੁਲ, ਤੁਹਾਨੂੰ ਪਤਾ ਇਲਾਵਾ ਡਸਨਟ ਮੈਟਰ। ਜੇ ਤੁਸੀਂ ਕਹਿ ਰਹੇ ਹੋ ਕਿ ਆ ਐਮਪੀ ਸ਼ੈਂਪੀ ਜੋ ਵੀ ਹੈਗੇ ਆ, ਇਹ ਮੇਰੇ ਘਰ ਨਹੀਂ ਹੋਣਾ ਚਾਹੀਦਾ ਮੇਰੀ ਪ੍ਰਾਪਰਟੀ ਵਿੱਚ, ਤਾਂ ਇਜ਼ ਨਾਟ ਅਲਾਉਡ ਈਵਨ ਉਹਦੇ ਵਾਸਤੇ ਅਲਾਉਡ ਨਹੀਂ ਆ ਉਹਨੂੰ। ਬਾਸੀ ਸਾਹਿਬ, ਜੇ ਕਿਸੇ ਨੇ ਕੰਮ ਕੀਤਾ ਤਾਂ ਉਹਦੇ ਪੈਸੇ ਦਿਓ। ਪਰ ਜੇ ਅਸੀਂ ਆਪ ਹੀ ਪਹਿਲਾਂ ਗਲਤ ਆ, ਜੇ ਕੋਈ ਪਹਿਲਾਂ ਬੰਦਾ ਕਹਿੰਦਾ ਮੈਨੂੰ $5 ਦਿੰਦਾ ਵਾ ਉਹ ਘੰਟੇ ਦੇ, ਤੁਸੀਂ ਨਾ ਕੰਮ ਕਰੋ ਉੱਥੇ। ਜੀ, ਥੈਂਕ ਯੂ ਸੋ ਮਚ। ਤੁਸੀਂ ਵੈਨਕੂਵਰ ਤੋਂ ਕਾਲ ਕਰਕੇ ਪਾਰਟਿਸਿਪੇਟ ਕੀਤਾ। ਤੁਹਾਡੇ ਸ਼ਹਿਰ ਵਿੱਚ ਮੋਤੀ ਜੁਐਲਰ ਖੁੱਲ੍ਹਿਆ ਸੋਨੇ ਸ਼ਾਪਿੰਗ ਕਰਨ ਲਈ। ਖਿਆਲ ਰੱਖਣਾ ਸਰੀ ਵਿੱਚ ਮੇਰੇ ਦੋਸਤ, ਮਿਹਰਬਾਨੀ। ਅਗਲੀ ਕਾਲ ਪਲੀਜ਼। ਨੰਬਰ 3 ਕਾਲ ਲਓ ਜੀ। ਜੇ ਤੁਸੀਂ ਐਸੀ ਵੈਸੀ ਕੋਈ ਗਲਤ ਕੀਤੀ ਤਾਂ ਤੁਹਾਡਾ ਨੁਕਸਾਨ ਹੋਊਗਾ। ਕਾਨੂੰਨ ਆਗਿਆ ਨਹੀਂ ਦੇ ਰਿਹਾ ਹੈ। ਸੋ ਪੁਲਿਸ ਨੂੰ ਸਹੀ ਇਨਫੋਰਮੇਸ਼ਨ ਦਿਓ, ਔਰ ਇੱਕ ਦਿਨ ਪੁਲਿਸ ਇਹਨਾਂ ਨੂੰ ਐਕਸ਼ਨ ਲਊਗੀ। ਜੱਜ ਸਾਹਿਬ ਨੇ ਜਦੋਂ ਆਰਡਰ ਹੋ ਗਿਆ ਕਿ ਇਹਨਾਂ ਲੋਕਾਂ ਨੂੰ ਚੁੱਕ ਕੇ ਅੰਦਰ ਦਿਓ, ਤਾਂ ਪੁਲਿਸ ਨੂੰ ਉਹ ਐਕਸ਼ਨ ਜਿਹੜਾ ਇੰਪਲੀਮੈਂਟ ਕਰਨਾ ਪੈਣਾ। ਲਾਓ ਜੱਜ ਸਾਹਿਬ ਦੀ ਜੱਜਮੈਂਟ ਜਿਹੜੀ ਆ ਆਉਣੀ ਬਾਕੀ ਆ। ਔਰ ਫਿਰ ਤਾਂ ਅਦਾਲਤਾਂ ਦੀ ਲੋੜ ਹੀ ਨਹੀਂ ਕੈਨੇਡਾ ਵਿੱਚ। ਫਿਰ ਇਹਨਾਂ ਅਦਾਲਤਾਂ ਦੇ ਵਿੱਚ ਫਿਰ ਜਾਣ ਦੀ ਕੀ ਲੋੜ ਹੈ? ਫਿਰ ਤੁਸੀਂ ਆਪੇ ਕਾਨੂੰਨ ਬਣਾ ਲਿਆ। ਜੇ ਕਿਸੇ ਬੰਦੇ ਨੇ 100 ਬੰਦਾ ਇਕੱਠਾ ਕਰਕੇ ਕਿਸੇ ਘਰ ਮੂਹਰੇ ਖੜ ਜਾਓ, ਯੂ ਕਾਂਟ ਡੂ ਦਿਸ। ਰਾਈਟ। ਨੰਬਰ 3 ਕਾਲਰ ਪਲੀਜ਼। ਥੈਂਕ ਯੂ। ਆਉਣ ਵਾਲੇ ਸੋਮਵਾਰ ਨੂੰ 15 ਅਗਸਤ ਹੈ। 15 ਅਗਸਤ ਦੀ ਬਹੁਤ ਮੁਬਾਰਕ। ਕੋਸ਼ਿਸ਼ ਕਰੋ ਕਿ ਇੰਡੀਆ ਦਾ ਫਲੈਗ ਆਪਣੇ WhatsApp ਤੇ ਲਾਓ ਔਰ ਆਪਣੇ ਘਰ ਦੇ ਅੱਗੇ ਚਲਾਓ ਝੰਡਾ। ਔਰ ਮੇਰੇ 40 ਸਾਲ ਚੱਲ ਰਿਹਾ, ਮੈਨੂੰ ਮਾਣ ਹੈ ਭਾਰਤ ਜਿੰਦਾਬਾਦ ਦਾ। ਅਸੀਂ 15 ਅਗਸਤ ਨੂੰ ਆਪਣੇ ਜਸ਼ਨ ਨੂੰ ਮਨਾ ਰਹੇ ਹਾਂ। ਹਾਂਜੀ, ਨੰਬਰ 3 ਕਾਲਰ ਲਾਈਨ ਤੇ ਆਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਭੈਣ ਜੀ, ਤੁਸੀਂ ਇਸ ਦੇਸ਼ ਵਿੱਚ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ? ਅਸੀਂ 28 ਸਾਲ। 28 ਸਾਲ ਤੋਂ। ਟੈਲ ਮੀ ਟਰੂ, ਆ ਜਿਹੜੇ ਵਿਅਕਤੀ ਮੈਨੂੰ ਕਹਿ ਰਹੇ ਨੇ ਕਿ ਬਸ ਜੀ ਉਹ ਅਦਾਲਤਾਂ ਬਹੁਤ ਚਿਰ ਲਾਉਂਦੀਆਂ ਆ ਔਰ ਅਸੀਂ ਅਦਾਲਤਾਂ ਦਾ ਕਹਿਣਾ ਮੰਨਣ ਨੂੰ ਤਿਆਰ ਨਹੀਂ ਹੈ। ਮੈਨੂੰ ਕਹਿ ਰਹੇ ਤੁਸੀਂ ਪਾਸਪੋਰਟ ਮੈਨੂੰ ਬਣਾ ਕੇ ਦੇਣਾ। ਇਹੋ ਜਿਹੀ ਬੋਲੀ ਬੋਲਦੇ ਨੇ। 40 ਸਾਲ ਦਾ ਮੈਂ ਹੋਸਟ ਹਾਂ, ਜੇ ਮੈਨੂੰ ਬੋਲ ਰਿਹਾ ਤੇ ਇੰਨੀ ਕੁ ਤਾਲੀਮ ਲੈ ਕੇ ਆਇਆ ਹੋਇਆ ਦੇਸ਼ ਦੇ ਵਿੱਚ। ਹਾਂਜੀ, ਦੇਖੋ ਵੀਰ ਜੀ, ਮੁਜ਼ਾਹਰਾ ਕਰਨ ਦੇ ਹੱਕ ਵਿੱਚ ਤਾਂ ਮੈਂ ਬਿਲਕੁਲ ਹੈ ਨਹੀਂ ਗੀ, ਕਿਉਂਕਿ ਕਿਸੇ ਨੂੰ ਡਿਸਟਰਬ ਕਰਨਾ, ਕਿਸੇ ਦੀ ਫੈਮਿਲੀ ਨੂੰ ਡਿਸਟਰਬ ਕਰਨਾ, ਜਿਹੜੇ ਬੰਦੇ ਨੇ ਧੋਖਾ ਕੀਤਾ ਤੁਸੀਂ ਉਹਨੂੰ ਕਰੋ, ਤੇ ਦੂਜੀ ਨੇਬਰਹੁੱਡ ਦੇ ਵਿੱਚ ਤੁਸੀਂ ਨਾ ਨੁਕਸਾਨ ਕਰੋ ਕਿਸੇ ਦਾ, ਹਨਾ, ਨੋਇਜ਼ ਕਰਕੇ। ਤੇ ਦੂਜੀ ਗੱਲ ਹੈਗੀ ਵੀਰ ਜੀ, ਜਿਹੜੇ ਹੈਗੇ ਨੇ ਨਾ ਆਪਣੇ ਆਹ ਇੰਡੀਅਨ, ਇਹਨਾਂ ਨੇ ਹੀ ਆ ਕੇ ਬਿਜ਼ਨਸ ਖੋਲ੍ਹੇ ਨੇ, ਇਹੀ ਆਪਣਾ ਹੱਕ ਮਾਰਦੇ ਨੇ, ਇਹੀ ਫਰਾਡ ਕਰਦੇ ਨੇ। ਹੁਣ ਮੈਂ ਤੁਹਾਨੂੰ ਆਪਣੀ ਸਟੋਰੀ ਦੱਸ ਦਿੰਦੀ ਹਾਂ। ਮੈਂ ਵੀ ਤੁਹਾਨੂੰ ਇਸੇ ਕਰਕੇ ਕਾਲ ਕੀਤਾ। ਹੁਣ ਸਾਡੇ ਨਾਲ ਵੀ ਫਰਾਡ ਹੋਇਆ ਜੀ, ਦੇਖੋ। ਤੇ ਕੰਕਰੀਟ ਵਾਲੇ ਜਿਹੜੇ ਕਰਦੇ ਆ, ਪੈਸੇ ਲੈ ਗਿਆ ਪੂਰੇ,
ਤੇ ਹੁਣ ਸਾਡੀਆਂ ਪੌੜੀਆਂ ਬਿਲਕੁਲ ਇੰਨੀਆਂ ਰੱਦੀ ਜਿਹੜੀਆਂ ਹੈਗੀਆਂ ਨਾ ਅੱਧ ਵਿਚਾਲੇ ਛੱਡ ਕੇ ਕੰਮ ਚੱਲ ਗਿਆ। ਹੁਣ ਅਸੀਂ ਕਾਲ ਕਰਦੇ ਹਾਂ ਤਾਂ ਕਾਲ ਨਹੀਂ ਚੁੱਕਦੇ। ਦੱਸੋ ਅਸੀਂ ਕਿੱਧਰ ਨੂੰ ਜਾਈਏ? ਅਸੀਂ ਪੁਲਿਸ ਕੋਲ ਜਾਈਏ, ਅਸੀਂ ਕੋਰਟ 'ਚ ਜਾਈਏ? ਪੈਸੇ ਸਾਡੇ ਸਾਰੇ ਲੈ ਗਿਆ। ਪਹਿਲਾਂ ਅਸੀਂ ਪਿੱਛੇ ਬਣਵਾਇਆ ਸੀ ਸਾਰਾ, ਪੈਟੀਓ ਸਾਈਡ ਤੇ ਕਰਵਾਇਆ ਸੀ, ਉਹ ਸਾਰੇ ਪੈਸੇ ਲੈ ਗਿਆ। ਪਹਿਲਾਂ ਆਇਆ ਨਾ ਕਰੇ, ਹਫਤਾ ਆਉਂਦੇ ਨਹੀਂ ਗਏ ਤੁਹਾਨੂੰ ਕਰਕੇ। ਫਿਰ ਜਦੋਂ ਅਸੀਂ ਫੋਨ ਕਰਦੇ ਸੀ ਸਾਨੂੰ ਕਹਿੰਦੇ ਤੁਸੀਂ ਸਾਨੂੰ ਬਗ ਕਿਉਂ ਕਰਦੇ ਹੋ? ਅੱਛਾ ਮੈਨੂੰ ਇਹ ਦੱਸੋ, ਮੈਂ ਤੁਹਾਡੀ ਹੈਲਪ ਕਰਦਾ, 100% ਹੈਲਪ ਕਰਦਾ, ਤੁਹਾਡੀ ਓਪਨਲੀ ਹੈਲਪ ਕਰੂੰਗਾ। ਤੁਸੀਂ ਦੋ ਚੀਜ਼ਾਂ ਮੈਨੂੰ, ਮੈਂ ਵੀਰ ਜੀ ਇੱਕ ਤੁਹਾਨੂੰ ਮੈਂ ਗੱਲ ਦੱਸਾਂ, ਮੈਂ ਨਾ ਉਹਨੂੰ ਇਹ ਪਹਿਲਾਂ ਤਾਂ ਸਾਡੇ ਕੋਲੋਂ ਪੈਸੇ ਜ਼ਿਆਦਾ ਲੈ ਗਿਆ। ਇੱਕ ਪਹਿਲਾਂ ਦੋਵਾਂ ਦਾ ਪਾਰਟਨਰਸ਼ਿਪ ਹੈ। ਪਹਿਲਾਂ ਤਾਂ ਸਾਡੇ ਕੋਲੋਂ ਪੈਸੇ ਜ਼ਿਆਦਾ ਲੱਗਿਆ, ਥਾਂ ਥੋੜੀ ਸੀਗੀ ਤੇ ਅਸੀਂ ਉਹ ਮਿਲ ਲਿਆ। ਬਾਅਦ ਵਿੱਚ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖੋ ਅਸੀਂ ਇੱਕ ਪੈਸਾ ਨਹੀਂ ਘਟਾਇਆ ਹੈਗਾ ਤੁਹਾਡੇ ਨਾਲ, ਤੁਸੀਂ $9 ਨੂੰ ਸਕੁਆਇਰ ਫੀਟ ਮੰਗਿਆ, ਸਾਡਾ ਥਾਂ ਘੱਟ ਹੈ। ਕਹਿੰਦਾ ਦੱਸੋ ਕਿੰਨਾ ਵੀ ਤੁਸੀਂ ਦੱਸ ਦਿਓ। ਮੈਂ ਕਿਹਾ ਨਹੀਂ ਮੈਂ ਨਹੀਂ ਦੱਸਣਾ, ਤੁਸੀਂ ਆਪੇ ਹੀ ਮੰਨ ਲਓ। ਅੱਜ ਤੁਸੀਂ ਉਹ ਬੰਦਾ ਹੋ ਰਿਹਾ ਸੀ ਥੋੜਾ ਜਿਹਾ ਨਾਈਸ ਸੀਗਾ ਤੇ ਮੈਂ ਕਿਹਾ ਵੀ ਤੁਸੀਂ ਮਿਲ ਲਓ ਵੀਰ ਜੀ, ਜਿੰਨੇ ਪੈਸੇ ਬਣਦੇ ਨੇ ਤੁਸੀਂ $9 ਦੇ ਸਕੁਆਇਰ ਫੀਟ ਨਾਲ ਸਾਡੇ ਰੱਖ ਲਓ, 5000 ਤੁਹਾਡਾ ਗਿਆ ਹੈ, ਬਾਕੀ ਪੈਸੇ ਤੁਸੀਂ ਤੁਹਾਡੇ ਸਾਡੇ ਨਾਲ ਐਂਜੀਨੀਅਰ ਨੂੰ ਮਿਲਦੇ ਆ ਘਰਾਂ ਵਾਲੇ ਕਿੰਨਾ ਸਕੁਆਇਰ ਫੀਟ ਆ, ਉਹ ਕਿ ਇੰਨੇ ਬਣ ਗਏ ਜੀ, ਆਪਾਂ ਕਹਿੰਦੇ ਦੇਣ ਦੇ ਪੈਸੇ। ਮੇਰਾ ਖਿਆਲ ਮੇਰੇ ਹਸਬੈਂਡ ਨੇ ਕੁਝ ਨਹੀਂ ਪੁੱਛਿਆ ਜੀ, ਮੈਨੂੰ ਨਹੀਂ ਪੁੱਛਿਆ ਸੀਗਾ, $5000 ਫੜਾਤਾ ਉਹਨਾਂ ਨੂੰ ਚੱਕ ਕੇ। ਉਹ ਜਦੋਂ ਮੈਂ ਕਾਊਂਟ ਕੀਤਾ ਜੀ ਸਾਰਾ ਉਹ ਘਟ ਗਿਆ। ਮੈਂ 2 ਵਾਰੀ ਮਿਲਿਆ, ਮੈਂ ਕਿਹਾ ਕਿਤੇ ਮੈਂ ਮਿਸਟੇਕ ਨਾ ਕਰ ਲਾਂ ਇਹਨਾਂ ਨੂੰ ਆਪਣਾ ਮੂੰਹ ਖੋਲ ਕੇ। ਜਦੋਂ ਆਇਆ ਉਦੋਂ ਤੋਂ ਵੀ ਘਟ ਗਿਆ, ਉਹਨੇ ਆਪ ਮਿਲਿਆ। ਫਿਰ ਕਹਿੰਦਾ ਭੈਣ ਜੀ ਕੋਈ ਗੱਲ ਨਹੀਂ, $4050 ਬਣੇ ਜੀ ਸਾਡੇ। ਅੱਛਾ ਪਹਿਲੇ ਮੈਨੂੰ ਦੱਸੋ ਇੱਕ ਮੁੜ ਕੇ ਮੈਨੂੰ ਕਹਿੰਦਾ ਹਾਂ ਭੈਣ ਜੀ। ਫਿਰ ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਪਹਿਲੀ ਗੱਲ ਤਾਂ ਉਹਦੇ ਫੀਟ ਨਾਲ ਮਿਲਣ ਲੱਗ ਗਿਆ ਮੈਨੂੰ ਜਦੋਂ ਫਰੰਟ ਤੇ ਸਟੈਪਸ ਕਰਵਾਉਣੀਆਂ ਸੀ। ਮੈਂ ਉਹਨੂੰ ਕਿਹਾ, ਮੈਂ ਵੀਰ ਜੀ ਤੁਸੀਂ ਤੁਹਾਡੇ ਕੋਲ ਹੈ ਨਹੀਂ ਮੇਜਰਮੈਂਟ ਕਰਨ ਵਾਲਾ, ਤੁਸੀਂ ਆਪਣੇ ਫੁੱਟ ਨਾਲ ਮਿਣਦੇ ਹੋ? ਕਹਿੰਦਾ ਭੈਣ ਜੀ ਮੇਰਾ 13 ਇੰਚ ਦਾ ਫੁੱਟ ਹੈ, 12 ਇੰਚ ਦਾ ਫੁੱਟ ਹੁੰਦਾ, 13 ਇੰਚ ਦਾ ਮੇਰਾ ਪੈਰ ਹੈਗਾ ਤੇ ਮੈਂ ਨਾ ਇਹਦੇ ਨਾਲ ਹੀ ਮੰਨ ਲੈਣਾ। ਮੈਨੂੰ ਸ਼ੱਕ ਪੈ ਗਈ। ਮੈਂ ਕਿਹਾ ਨਹੀਂ ਅਸੀਂ ਨਹੀਂ ਪੌੜੀਆਂ ਕਰਵਾਉਣੀਆਂ ਹੈਗੀਆਂ। ਮੈਨੂੰ ਕਹਿੰਦਾ 1450 ਬਣਦੇ ਨੇ। ਮੈਂ ਕਿਹਾ ਨਹੀਂ ਰਹਿਣ ਦਿਓ, ਤੁਸੀਂ ਸਾਡੀਆਂ ਪੌੜੀਆਂ ਤਾਂ ਬਣੀਆਂ ਹੋਈਆਂ ਸੀਗੀਆਂ, ਪਹਿਲਾਂ ਇੰਟਰਲੌਕ ਕੀਤਾ ਸੀ ਪਿੱਛੇ ਵੀ ਮੂਹਰੇ ਵੀ, ਤੇ ਮੈਂ ਕਿਹਾ ਚਲੋ ਇਹ ਰਹਿਣ ਦਿਓ ਤੁਸੀਂ। ਜਦੋਂ ਅਸੀਂ ਰਹਿਣ ਦਿੱਤਾ ਜੀ ਪਿਛਲੇ 'ਚ ਵੀ ਸਾਨੂੰ ਹੱਕ ਮਾਰ ਕੇ, ਮੈਨੂੰ ਸ਼ੱਕ ਪੈ ਗਿਆ ਵੀ ਇੰਨਾ ਤਾਂ ਪੈਸੇ ਬਣਦੇ। ਮੈਂ ਮੰਨ ਲਿਆ ਜੀ ਫਰੰਟ ਦਾ ਉਹ ਸਾਰੇ 40 ਸਕੁਆਇਰ ਫੀਟ ਤੇ ਮੈਂ ਕਿਹਾ ਇਹਦੇ ਤਾਂ ਪੈਸੇ ਬਹੁਤ ਥੋੜੇ ਬਣਦੇ ਨੇ। ਤੇ ਫਿਰ ਜਦੋਂ ਦੂਸਰਾ ਭਾਈ ਆਇਆ ਉਹਨੂੰ ਜਦ ਉਹਦੀ ਗਲਤੀ ਫੜੀ ਗਈ ਤੇ ਮੈਂ ਉਹਨੂੰ ਕਿਹਾ ਤੇ ਮੈਂ ਕਿਹਾ ਜੇ ਤੁਸੀਂ ਨਾ ਆਉਂਦੇ ਮੈਂ ਬਾਸੀ ਵੀਰ ਜੀ ਦੇ ਪ੍ਰੋਗਰਾਮ ਤੇ ਅੱਗੇ ਵੀ ਫੋਨ ਕਰਦੀ ਹਾਂ, ਮੈਂ ਉੱਥੇ ਆਉਣਾ ਸੀਗਾ। ਜੇ ਤੁਸੀਂ ਸਾਡਾ ਨਾਂ ਕੰਪਲੀਟ ਕਰਕੇ ਜਾਂਦੇ, ਤੁਸੀਂ ਨਾ ਸਾਨੂੰ ਪੈਸਿਆਂ ਦਾ ਹਿਸਾਬ ਕਰਦੇ। ਤੇ ਉਹਨਾਂ ਨੂੰ ਦੇਖ ਲਓ, ਫੇਰ ਵੀ ਦੇਖ ਲਓ, ਹੁਣ ਵੀਰ ਜੀ ਡਰੇ ਨਹੀਂ ਹੈਗੇ। ਫਰੰਟ ਕਹਿੰਦਾ ਕੋਈ ਨਾ ਤੁਸੀਂ ਦੱਸੋ, ਤੁਸੀਂ ਪਹਿਲਾਂ ਪੌੜੀਆਂ ਕਰਵਾ ਲਓ ਮੂਰਲੀਆਂ ਨਾ ਪੈਸੇ ਆਂਦੇ, ਚਲੋ ਅਸੀਂ ਪੈਸੇ ਮੈਂ ਕਹਾਂ ਚਲੋ ਚਲੋ ਪੌੜੀਆਂ ਕੰਪਲੀਟ ਕਰ ਦਿਓ। ਇੱਕ ਸੈਕਿੰਡ ਆਈ ਹੋਲਡ ਔਨ 1 ਸੈਕਿੰਡ। ਦੁਨੀਆ ਸੁਣ ਰਹੀ ਹੈ, ਦੇਖ ਰਹੀ ਹੈ। ਹਾਂਜੀ ਤੁਸੀਂ ਦੇਖੋ ਜਲਵਾ ਮੇਰਾ, ਮੈਂ ਤੁਹਾਨੂੰ 2 ਗੱਲਾਂ ਪੁੱਛੂੰਗਾ। ਮੈਂ ਤੁਹਾਨੂੰ ਸੇ ਯੈਸ ਔਰ ਨੋ, ਮੈਂ ਓਪਨਲੀ ਨਾ ਵੀ ਲੈ ਲੂੰਗਾ, ਬਟ ਉਸ ਤੋਂ ਪਹਿਲਾਂ ਮੈਨੂੰ 2 ਚੀਜ਼ਾਂ ਚਾਹੀਦੀਆਂ। ਤੁਸੀਂ ਇਹ ਆਪਣਾ ਘਰ ਦਾ ਕੰਮ ਕਰਾਉਣ ਤੋਂ ਪਹਿਲਾਂ ਰਿਟਨ ਕੰਟਰੈਕਟ ਕੀਤਾ ਹੋਇਆ? ਨਹੀਂ ਵੀਰ ਜੀ, ਆਪਣੇ ਉਹੀ ਤਾਂ ਮਾਰ ਖਾ ਗਏ। ਮੇਰੇ ਹਸਬੰਡ ਕਹਿੰਦੇ ਗੁਰਸਿੱਖ ਬੰਦਾ ਹੋ ਕੇ ਆਪਣੇ ਨਾਲ ਇਹ ਫੇਰਾ ਫੇਰੀ ਕਰੂਗਾ, ਮੈਨੂੰ ਏਦਾਂ ਜਵਾਬ ਮਿਲਿਆ। ਮੈਡਮ ਜਸਟ ਗਿਵ ਮੀ ਦੈਟ ਆਨਸਰ। ਤੁਸੀਂ ਰਿਟਨ ਕੰਟਰੈਕਟ ਕੀਤਾ ਸੀ ਆਪ ਜੀ ਨੇ? ਨਹੀਂ ਜੀ, ਇੰਡੀਅਨ ਕਰਦੇ ਹੀ ਨਹੀਂ ਜੀ ਇਹ। ਨਹੀਂ ਨਹੀਂ, ਆਮ ਆਸਕਿੰਗ ਟੂ ਯੂ। ਨਹੀਂ ਜੀ ਕੀਤਾ ਨਹੀਂ। ਓਕੇ ਆਮ ਸੌਰੀ, ਯੂ ਆਰ ਫੇਲਿਅਰ। ਨੰਬਰ 2, ਤੁਸੀਂ ਉਹਨਾਂ ਦੀ ਕੰਪਨੀ ਬਾਰੇ ਜਾਣਦੇ ਹੋ? ਇਸ ਰਜਿਸਟਰ ਹੈ ਉਹ? ਹਾਂਜੀ। ਓਕੇ ਸੋ ਤੁਸੀਂ ਰਜਿਸਟ੍ਰੇਸ਼ਨ ਜਿਹੜੀ ਕੰਪਨੀ ਆ ਉਹਨਾਂ ਦੇ ਕੋਲੋਂ ਡਿਮਾਂਡ ਕੀਤੀ ਹੈ ਕਿ ਤੁਹਾਡੀ ਕੰਪਨੀ ਦਾ ਨਾਮ ਕੀ ਪੂਰਾ, ਤੇ ਤੁਸੀਂ ਪੇਮੈਂਟ ਜਿਹੜੀ ਆ ਬਾਈ ਚੈੱਕ ਦਿੱਤੀ ਹੈ? ਕੈਸ਼ ਲੈ ਕੇ ਗਏ ਨੇ ਵੀ। ਓਕੇ ਯੂ ਕੈਨ ਬੀ ਚਾਰਜ ਵਿਦ ਫਰਾਡ। ਤੁਹਾਨੂੰ ਪਤਾ ਇਸ ਚੀਜ਼ ਦਾ? ਨਹੀਂ ਮੈਨੂੰ ਨਹੀਂ ਪਤਾ ਜੀ। ਹਾਂ ਤੁਸੀਂ 28 ਸਾਲ ਤੋਂ ਰਹਿ ਰਹੇ ਹੋ। ਗੁਆਂਢ ਚ ਕਰਕੇ ਗਏ ਸੀ, ਉੱਥੋਂ ਮਾਰ ਖਾ ਕੇ ਦੇਖ ਕੇ ਕਰਵਾ ਲਈ। ਐਕਸਕਿਊਜ਼ ਮੀ ਪਲੀਜ਼। ਅਗਰ ਜੇ ਅੱਜ ਤੁਹਾਡੇ ਕੋਲ ਰਿਟਨ ਕੰਟਰੈਕਟ ਹੁੰਦਾ ਵਿਦਨ 2 ਮਿੰਟ ਤੁਸੀਂ ਮੈਨੂੰ ਭੇਜ ਦੇ ਤਾਂ ਮੈਂ ਨਾ ਕੰਪਨੀ ਦੇ ਲੈਣ ਦੇ ਮੇਰੇ ਕੋਲ ਪੂਰੇ ਹੱਕ ਨੇ। ਹਾਂਜੀ ਉਹਦੇ ਵਿੱਚ ਤੁਹਾਨੂੰ ਪਤਾ ਕਿ ਸ਼ਾਮ ਤੱਕ 5 ਵਜੇ ਤੱਕ ਮੈਂ ਫਰਾਡ ਡਿਪਾਰਟਮੈਂਟ ਕਾਲ ਕਰਕੇ ਉਹਨਾਂ ਨੂੰ ਫਰਾਡ ਚਾਰਜ ਕਰਾ ਸਕਦਾ ਸੀ। ਮੇਰੇ ਕੋਲ ਇੰਨੇ ਹੱਕ ਨੇ। ਹਾਂਜੀ ਮੈਂ ਕੋਈ ਪ੍ਰਾਈਵੇਟ ਚੈਨਲ ਨਹੀਂ ਚਲਾ ਰਿਹਾ, ਮੈਂ ਕਮਿਊਨਿਟੀ ਚੈਨਲ ਰਨ ਕਰ ਰਿਹਾ। 1610 ਇੱਕ ਕਮਿਊਨਿਟੀ ਚੈਨਲ ਹੈ ਤੇ ਮੈਂ ਰਜਿਸਟਰ ਹਾਂ। ਮੈਂ ਜਰਨਲਿਸਟ ਹੂੰ, ਮੈਂ ਕੋਈ ਰੇਡੀਓ ਹੋਸਟ ਨਹੀਂ ਹੈ ਜਿਹੜੇ $100 ਲੈ ਕੇ ਰੇਡੀਓ ਚਲਾ ਲਓ। ਦੇਖੋ ਤੁਹਾਨੂੰ ਪਤਾ ਇਸ ਚੀਜ਼ ਦਾ ਕਿ ਚੋਰੀ ਕਰਨ ਵਾਲਾ, ਕਰਾਉਣ ਵਾਲਾ, ਚੋਰੀ ਸਮਾਨ ਵਰਤਣ ਵਾਲਾ ਸਾਰਿਆਂ ਦਾ ਲਾਅ ਦੇ ਮੁਤਾਬਕ ਉਹ ਇੱਕ ਚੋਰ ਹੈ ਤੇ ਉੱਤੇ ਕ੍ਰਾਈਮ ਸੇਮ ਹੈ। ਜੇ ਸਪੋਜ਼ ਕਰ ਲਓ ਕਿ ਮੈਂ ਗੱਡੀ ਲੈ ਲਈ 40,000 ਦੀ ਤਾਂ ਉਹ ਹੈਗੀ 80,000 ਦੀ, ਤੇ ਮੈਨੂੰ ਪਤਾ ਆਈ ਐਮ ਨੋਇੰਗਲੀ ਡੂਇੰਗ ਦਿਸ, ਤੇ ਮੇਰੇ ਤੇ ਚਾਰਜ ਜਿਹੜੇ ਆ ਉਹ ਲੱਗਣਗੇ। ਤੇ ਜਿਹੜਾ ਬੰਦਾ ਕਹਿੰਦਾ ਤੁਸੀਂ ਉਹ ਗੱਡੀ ਉੱਥੇ ਖੜੀ ਚੋਰੀ ਕਰ ਲਾ, ਤਾਂ ਉਹ ਚੋਰੀ ਆਪ ਨਹੀਂ ਕਰਦਾ, ਦੂਜੇ ਨੂੰ ਕਹਿ ਕਰਾ ਰਿਹਾ, ਉੱਥੇ ਵੀ ਚਾਰਜ ਲੱਗਣਗੇ, ਚੋਰੀ ਕਰਕੇ ਉੱਥੇ ਲੱਗਣਗੇ। ਸੋ ਅਗਰ ਜੇ ਤੁਸੀਂ ਮੇਰੇ ਸਿਰ ਦੇ ਤਾਜ ਹੋ, ਜੇ ਤੁਹਾਡੇ ਕੋਲ ਰਿਟਨ ਹੁੰਦਾ ਤਾਂ ਮੈਂ ਹੁਣ ਨਾ ਲੈ ਲੈਣਾ ਸੀ। ਮੈਂ ਕੀ ਕਰਦਾ, ਤੁਸੀਂ ਹੁਣ ਤੁਸੀਂ ਪੇਮੈਂਟ ਕੈਸ਼ ਕੀਤੀ ਆ? ਹਾਂਜੀ ਓਕੇ, ਮੈਂ ਇਹਨਾਂ ਨੂੰ ਵਿਦ ਰਿਕੁਐਸਟ ਕਾਲ ਕਰੂੰਗਾ। ਮੈਂ ਤੁਹਾਡਾ ਨੰਬਰ ਨੋਟ ਕਰ ਲਿਆ ਕਿ ਤੁਹਾਡੀ ਹੁਣ ਪ੍ਰੋਬਲਮ ਕੀ ਹੈ, ਬੋਲੋ। ਹੁਣ ਪ੍ਰੋਬਲਮ ਹੈ ਜੀ ਸਾਡੇ ਨਾ ਤਾਂ ਕੰਪਲੀਟ ਕਰਕੇ ਜਾਂਦੇ ਆ, ਨਾ ਸਾਡਾ ਫੋਨ ਚੱਕਦੇ ਆ। ਨੋ ਪ੍ਰੋਬਲਮ, ਆਈ ਵਿਲ ਬੀ ਕਾਲ them, ਆਈ ਵਿਲ ਬੀ ਟੈਲ them। ਹੁਣ ਸਮੱਸਿਆ ਇਹ ਆ
ਕਿ ਮੈਨੂੰ ਵੀ ਵਿਦ ਰਿਸਪੈਕਟ ਗੱਲ ਕਰਨ ਪੈਣੀ ਹੈ ਔਰ ਮੈਂ ਐਜ਼ ਏ ਮੀਡੀਆ ਤੌਰ 'ਤੇ ਗੱਲ ਕਰ ਸਕਦਾ। ਮੈਂ ਇੱਥੋਂ ਬੋਲ ਰਿਹਾ ਤੇ ਮੈਂ ਕਹੂੰਗਾ ਵੀਰ ਜੀ ਮੈਂ ਬਾਸੀ ਜੋਗਿੰਦਰ ਬੋਲ ਰਿਹਾ, ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਸਮੱਸਿਆ ਨੂੰ ਹੱਲ ਕਰੋ। ਅਦਰਵਾਈਜ਼ ਮੇਰਾ ਆਪਣਾ ਡਿਫਰੈਂਟ ਸਟਾਈਲ ਜਦੋਂ ਮੈਂ ਗੱਲ ਕਰਦਾ ਹਾਂ। ਹਾਂਜੀ, ਮੈਂ ਨਾਂ ਨਹੀਂ ਲੈਣਾ ਵੀਰ ਜੀ, ਪਰ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ। ਡੋਂਟ ਵਰੀ ਦੈਟ, ਆਈ ਐਮ ਵਿਦ ਯੂ, ਮੈਂ ਤੁਹਾਡੇ ਨਾਲ ਹੈ ਔਰ ਮੈਂ ਇਹ ਨਹੀਂ ਕਹੂੰਗਾ ਮੈਂ ਆਪ ਅਕਾਊਂਟ ਬਣਾ ਦੂੰਗਾ। ਸੋ ਹਾਂਜੀ, ਸੋ ਥੋੜ੍ਹਾ ਜਿਹਾ ਤੁਸੀਂ ਹਿੰਟ ਦੇ ਦਿਓ ਕਿਹੋ ਜਿਹਾ ਦੇਖਣ ਨੂੰ ਲੱਗਦਾ ਹੈ। ਉਹ ਤਾਂ ਵੀਰ ਜੀ ਤੁਸੀਂ ਪੌੜੀਆਂ ਸਾਡੀਆਂ ਪਹਿਲਾਂ ਵਧੀਆ ਸੀਗੀਆਂ, ਸਾਡਾ ਜੀ ਕਰਦਾ ਹੁਣ ਵੀ ਅਸੀਂ ਕਿੱਥੇ ਗਲਤੀ ਕਰ ਲਈ। ਜਿਹੜਾ ਬੰਦਾ ਦੇਖਣ ਨੂੰ ਕਿਹੋ ਜਿਹਾ ਲੱਗਦਾ ਉਹ ਦੇਖਣ ਨੂੰ ਬੰਦਾ? ਹਾਂ, ਤੁਸੀਂ ਨਾਲ ਲੈਣਾ, ਆਪਾਂ ਗੱਲਾਂ ਵਿੱਚ ਦੱਸਣਾ ਲੋਕ। ਨਹੀਂ, ਉਹਦਾ ਹੋਰ ਵੀ ਬਿਜ਼ਨਸ ਆ, ਤੁਹਾਡੇ ਐਡ ਦਿੱਤੀ ਸੀ ਜੀ ਉਹਨੇ। ਬਸ ਇੰਨਾ ਹੀ ਦੱਸ ਸਕਦੀ ਹਾਂ ਮੈਂ ਤੁਹਾਨੂੰ, ਕੱਲਿਆਂ ਨੂੰ ਤਾਂ ਫਿਰ ਦੱਸ ਸਕਦੀ ਹਾਂ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਹੁਣ ਇੱਥੇ। ਦੇਖਣ ਉਹਦਾ ਹੁਲੀਆ ਦੱਸੋ ਕਿਹੋ ਜਿਹਾ, ਮੋਟਾ ਭਾਰਾ? ਹਾਂਜੀ, ਦੋ ਨੇ ਜੀ। ਪਹਿਲਾਂ ਤਾਂ ਦਾੜੀ ਸਿੱਖ ਵਾਲਾ ਸੀਗਾ, ਜਿਵੇਂ ਨਾਰਮਲ ਬੰਦੇ ਹੁੰਦੇ ਆ, ਨਾ ਜ਼ਿਆਦਾ ਹੈਵੀ ਸੀਗਾ, ਤੇ ਦੂਸਰੇ ਵੀ ਠੀਕ ਹੀ ਸੀਗੇ, ਉਹ ਮੋਨੇ ਸੀਗੇ। ਜਿਹੜੇ ਮੋਨੇ ਸੀਗੇ ਉਹ ਬਹੁਤ ਪੋਲਾਈਟ ਸੀਗੇ, ਚੰਗੇ ਸੀਗੇ। ਜਿਹੜੇ ਸੈਕੰਡ ਟਾਈਮ ਜਿਨ੍ਹਾਂ ਨੇ ਪੌੜੀਆਂ ਸ਼ੁਰੂ ਕੀਤੀਆਂ ਸੀ ਵੀ ਚਲੋ ਪੈਸੇ ਤੁਸੀਂ ਭੈਣ। ਹਾਂਜੀ, ਉਹ ਪਾਰਟਨਰ ਨੇ ਦੋਨੇ ਜਾਣੇ, ਉਹੀ ਸਰਦਾਰ ਨੇ, ਦੋਨਾਂ ਬਿਜ਼ਨਸ ਸਾਂਝੀ ਆ ਤੇ ਕੰਕਰੀਟ ਦਾ ਕੰਮ ਕਰਦੇ ਆ ਉਹ। ਕੰਕਰੀਟ ਦਾ? ਹਾਂਜੀ। ਓਕੇ, ਕਿੰਨੀ ਉਮਰ ਦੇ ਨੇ? 40+। ਦਾੜੀ ਰੱਖੀ ਹੋਈ ਹੈ, ਕਲੀਨ ਸ਼ੇਪ ਨੇ, ਅੰਗੋਰੇ ਇੱਕ ਨੇ ਦਾੜੀ ਰੱਖੀ ਹੋਈ ਜੀ, ਪੂਰਾ ਗੁਰਸਿੱਖ ਹੈ, ਇੱਕ ਪੂਰਾ ਕਲੀਨ ਸ਼ੇਪ ਹੈ। ਸੋ ਉਹਨਾਂ ਦਾ ਰੰਗ ਕਿੱਦਾਂ ਦੇ ਨੇ? ਜਿਹੜੇ ਦਾੜੀ ਵਾਲੇ ਨੇ ਉਹਨਾਂ ਦਾ ਤਾਂ ਥੋੜਾ ਜਿਹਾ ਡਾਰਕਰ ਹੈ, ਜਿਹੜੇ ਦੂਸਰੇ ਨੇ ਉਹਨਾਂ ਦਾ ਫੇਅਰ ਹੈ, ਇੰਡੀਅਨ। ਉਹਨਾਂ ਦੇ ਕੋਲ ਗੱਡੀਆਂ ਕਿਹੋ ਜਿਹੀਆਂ ਆ? ਟਰੱਕ ਹੀ ਲੈ ਕੇ ਆਉਂਦੇ ਨੇ ਜੀ, ਜਿਹੜਾ ਆਪਣਾ ਬਿਜ਼ਨਸ ਹੈ। ਅੱਛਾ, ਠੀਕ ਹੈ। ਐਨੀਵੇ, ਸੋ ਕਿੰਨੇ ਸਮੇਂ ਤੋਂ ਇਸ ਬਿਜ਼ਨਸ ਵਿੱਚ ਨੇ? 3-4 ਸਾਲ ਤੋਂ ਹੋਣਗੇ ਜੀ। ਗੁਆਂਢੀਆਂ ਨੇ ਕਰਵਾਇਆ ਸੀ, ਉੱਥੋਂ ਪਤਾ ਲੱਗਿਆ। ਉਹਨਾਂ ਨਾਲ ਟਰੱਕ ਚਲਾਉਂਦਾ ਸੀ ਪਹਿਲਾਂ ਭਾਈ। ਅੱਜ ਤੋਂ ਬਾਅਦ ਤੁਸੀਂ ਸਿੱਖਿਆ ਕੋਈ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਾਉਣਾ? ਬਿਲਕੁਲ ਜੀ, ਮੈਂ ਤੁਸੀਂ ਪੁੱਛੋ, ਮੈਂ ਮੇਰੇ ਹਸਬੰਡ ਨੂੰ ਵੀ ਕਿਹਾ, ਮੈਂ ਕਿਹਾ ਤੁਸੀਂ ਕੈਸ਼ ਕਿਉਂ ਦਿੱਤੇ? ਓਕੇ, ਤੁਹਾਡੇ ਹਸਬੰਡ ਦੇ ਨਾਲ ਮੈਂ ਗੱਲ ਕਰਨੀ ਚਾਹਾਂਗਾ ਆਉਣ ਵਾਲੇ ਸਮੇਂ ਵਿੱਚ ਕੈਸ਼ ਕਿਉਂ ਦਿੱਤੇ, ਪਲੱਸ ਤੁਸੀਂ ਜੇ ਚੈੱਕ ਦਿੱਤੇ ਹੁੰਦੇ ਤਾਂ ਤੁਸੀਂ ਇੱਕ ਤਾਂ ਜਿਹੜੇ ਮੇਜਰਮੈਂਟ ਦੇ ਵਿੱਚ ਤੁਹਾਡਾ ਹੇਰਾਫੇਰੀ ਕੀਤੀ ਆ, ਉਹ ਜੇ ਦੇਖੋ ਤੁਹਾਡਾ ਕੰਮ ਨਹੀਂ ਕੀਤਾ, ਕੰਮ ਖਰਾਬ ਕੀਤਾ, ਇਹ ਸਿਵਲ ਮੈਟਰ ਹੋ ਗਿਆ। ਪਰ ਮੇਜਰਮੈਂਟ ਦੇ ਵਿੱਚ ਉਹਨਾਂ ਲਿਖਣਾ ਸੀ ਇੰਨੇ ਸਕੁਅਰ ਫੁੱਟ ਦੇ ਅਸੀਂ ਚਾਰਜ ਕੀਤੇ, ਤੇ ਜੇ ਸਕੁਅਰ ਫੁੱਟ ਇਹਨੇ ਘੱਟ ਨਿਕਲਦੇ ਉਹ ਫਰਾਡ ਸੀਗਾ। ਹਾਂਜੀ, ਉਹ ਤਾਂ ਵੀਰ ਜੀ ਜੇ ਮੈਂ ਨਾ ਮਿਲਦੀ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ। ਸੁਣੋ ਗੱਲ ਨਾ, ਆਪ ਤੁਸੀਂ ਆ ਮਿਲ ਲਿਆ, ਹੁਣ ਹਰ ਬੰਦਾ ਥੋੜਾ ਮਿਲਦਾ ਆ। ਕਿੰਨੇ ਲੋਕ ਮਿਲਦੇ ਆਪਣੇ ਸਕੁਅਰ ਫੁੱਟ? ਇਹ ਇੱਥੇ ਹੇਰਾਫੇਰੀ ਕਰ ਜਾਂਦੇ ਲੋਕ, ਇਹ ਸਾਰੇ ਨਹੀਂ, ਇਹਦੇ ਵਿੱਚ ਬਹੁਤ ਲੋਕ ਨੇ ਜਿਹੜੇ ਹੇਰਾਫੇਰੀ ਕਰਦੇ ਆ, ਕਹਿੰਦੇ ਅਸੀਂ $9 ਚਾਰਜ, ਚਲੋ 8 ਕਰ ਲੈਂਦੇ ਆ। ਉਹ ਕੀ ਕਰਦੇ ਆ, ਤੁਹਾਡੇ ਜੇ ਇੰਨੇ ਸਕੁਅਰ ਫੁੱਟ ਆ, ਉਹ 20 ਸਕੁਅਰ ਫੁੱਟ ਹੋਰ ਪਾਉਂਦੇ ਆ, ਤੁਸੀਂ ਕਿਹੜਾ ਕਹਿਣ ਮਿਲਦੇ ਆ। ਹਾਂਜੀ, ਹੁਣ ਇੱਥੇ ਇੱਕ ਦੋ ਬੈਂਕ ਠਾਲ ਵਾਲੇ ਨੇ ਕੀ ਕਰਦੇ ਨੇ, ਤੁਹਾਡੇ ਮਹਿਮਾਨ ਜੀ ਅਸੀਂ ਪਲੇਟਾਂ ਕਹਿਣੀਆਂ ਜੀ, ਪਲੇਟਾਂ ਜੀ 800 ਪਲੇਟ ਸੀਗੀ। ਅੱਛਾ, ਉਹਨਾਂ ਨੂੰ ਡਿਸਕਾਊਂਟ ਕਿਸੇ ਕਹਿ ਕੇ 10 ਰੁਪਏ ਜਾਂ 5 ਰੁਪਏ ਸਸਤਾ ਦੇ ਦਿੱਤਾ, 5 ਰੁਪਏ ਦੇਤਾ ਸਸਤਾ ਡਿਸਕਾਊਂਟ, ਖੁਸ਼ ਕਰਤਾ ਲੋਕਾਂ ਨੂੰ। ਉਹਨਾਂ ਕਹਿਤਾ ਜੀ 100 ਬੰਦਾ ਹੋਰ ਆਇਆ ਸੀ, 100 ਪਲੇਟ ਹੋਰ ਲੱਗੀ ਆ, ਤੇ ਉਧਰ ਧੂੰਆਂ ਕੱਢ ਕੇ ਤੁਹਾਡਾ। ਸੋ ਇਦਾਂ ਹੀ ਕਰਦੇ ਨੇ ਲੋਕ ਸਾਡੇ। ਹਾਂਜੀ, ਅਸੀਂ ਤਾਂ ਬਹੁਤ ਪਰੇਸ਼ਾਨ ਆ ਜੀ। ਉਸ ਦਿਨ ਜਦ ਫੋਨ ਵੀ ਨਹੀਂ ਚੱਕਦੇ, ਫੋਨ ਕਰਕੇ ਅਸੀਂ ਪੁੱਛ ਤਾਂ ਲਈਏ ਤੁਸੀਂ ਤੁਹਾਡਾ ਹਿਸਾਬ ਕਿਤਾਬ ਵੀ ਕਿਉਂ ਕਰਕੇ ਜੋ ਸਾਡੇ ਨਾਲ। ਉਹ ਤੁਹਾਡੇ ਘਰ ਆਉਣਗੇ। ਠੀਕ ਹੈ ਜੀ, ਘਰ ਆਉਣਗੇ ਤੁਹਾਡੇ, ਆਈ ਪ੍ਰੋਮਿਸ ਯੂ। ਓਕੇ, ਬਾਏ ਨਾਓ। ਓਕੇ ਵੀਰ ਜੀ, ਥੈਂਕ ਯੂ। ਬਟ ਯੂਰ ਮਿਸਟੇਕ। ਓਕੇ, ਕਿਉਂਕਿ ਤੁਸੀਂ ਇੱਕ ਫਰਾਡ ਹੈ ਕਿ ਜਿਹੜਾ ਤੁਸੀਂ ਵੀ ਇਨਵੋਲਵ ਹੋ, ਔਰ ਮੇਰੇ ਸਤਿਕਾਰਯੋਗ ਭੈਣ ਜੀ ਆ, ਔਰ ਤੁਸੀਂ ਇੱਕ ਤਾਂ ਪਹਿਲਾਂ ਕੰਟਰੈਕਟ ਨਹੀਂ ਕਰਦੇ, ਫਿਰ ਕੈਸ਼ ਦਿੰਦੇ ਹੋ। 100 ਦਿਨ ਚੋਰ ਦਾ 1 ਦਿਨ ਸਾਧ ਦਾ। ਮੈਂ ਐਸੀ ਜੱਜਮੈਂਟ ਜਿਹੜੀ ਜਦੋਂ ਆਉਣੀ ਆ ਮੇਰੀ, ਮੈਂ ਦੱਸਿਆ ਤੁਹਾਨੂੰ ਹੁਣੇ, ਮੇਰੀ ਅਟਾਰਨੀ ਦੇ ਨਾਲ ਗੱਲ ਹੋਈ ਸੀ, ਅਸੀਂ ਗੱਲਬਾਤ ਕੀਤੀ ਸੀ। ਆਈ ਵਿਲ ਟੈਲ ਯੂ ਕਿ ਮੈਂ ਕਿਉਂ ਮਿਲਿਆ ਸੀ, ਅਟਾਰਨੀ ਮੈਨੂੰ ਕਿਉਂ ਮਿਲਿਆ। ਵੀ ਆਰ ਸੋ ਮੈਨੀ ਕੇਸਿਸ, ਮੈਂ ਬਹੁਤ ਸਾਰੇ ਕੇਸਿਸ, ਡੈਥ ਕੇਸ ਤੇ ਪੁਲਿਸ ਨੂੰ ਹੈਂਡਓਵਰ ਕੀਤੇ ਨੇ। ਇੱਥੇ ਇੱਕ ਲੜਕੀ ਨੂੰ ਮਾਰਤਾ ਸੀ ਗੈਸ, ਉੱਥੇ ਇੱਕ ਬੰਦੇ ਨੂੰ ਮਾਰਤਾ ਸੀ, ਮੈਂ ਪੁਲਿਸ ਨੂੰ ਦੱਸਿਆ ਪਹਿਲਾਂ ਕਿ ਆਹ ਡੈਥ ਹੋ ਗਈ ਹੈ, ਇਹਨੂੰ ਹੈਂਡਓਵਰ ਕਰ। ਪੁਲਿਸ ਨੂੰ ਪਤਾ, ਮੈਂ ਪਹਿਲਾਂ ਦੱਸਿਆ। ਹਰ ਇੱਕ ਬੰਦੇ ਫਰਜ਼ ਬਣਦਾ ਜੇ ਇੱਕ ਸਵੈਪਰ ਹੁੰਦਾ ਬੈਡ। ਸੋ ਮੈਂ ਪੁਲਿਸ ਦਾ ਟਾਊਟ ਨਹੀਂ ਹੈ, ਬਟ ਪੁਲਿਸ ਦੇ ਨਾਲ ਰਲ ਕੇ, ਚਾਹੇ ਦੇਸ਼ ਦੀ ਜਾਂ ਵਿਦੇਸ਼ ਦੀ ਜਾਂ ਕੋਈ ਵੀ ਏਜੰਸੀ ਆ, ਮੈਂ ਕੰਮ ਕਰਦਾ ਕਿਉਂਕਿ ਮੈਂ ਚਾਹੁੰਦਾ ਹਰ ਇੱਕ ਵਿਅਕਤੀ ਸੇਫ ਰਹੇ। ਆਈ ਟੈਲ ਯੂ ਟਰੂ ਹੂ ਆਈ ਐਮ ਬਾਈ ਦੀ ਵੇ। ਸੋ ਤੁਸੀਂ ਮੇਰੇ ਬਾਰੇ ਬਹੁਤ ਗਿਆਨ ਰੱਖਦੇ ਹੋ। ਜਿੱਦਾਂ ਬੰਦਾ ਬੋਲ ਕੇ ਗਿਆ ਤੁਸੀਂ ਮੇਰੇ ਪਾਸਪੋਰਟ ਬਣਾਉਣਾ, ਔਰ ਪਾਸਪੋਰਟ ਜੇ ਨਾ ਵੀ ਬਣਾਏਗੇ ਤਾਂ ਪਾਸਪੋਰਟ ਕੈਂਸਲ ਜ਼ਰੂਰ ਹੋ ਸਕਦਾ, ਜਿਸ ਹਿਸਾਬ ਨਾਲ ਗੱਲ ਕਰਦਾ। ਜਸਟ ਟੈਲ ਦੈਮ। ਹਾਂਜੀ, ਜੇ ਨਹੀਂ ਜੀ ਤਾਂ ਲੋਕਾਂ ਨੂੰ ਪੁੱਛ ਲੈਣਾ। ਸੋ ਉਹਨ ਬੱਚੇ ਨਾਲ ਪਤਾ ਨਹੀਂ ਕਿ ਹੂ ਆਈ ਐਮ, ਕਾਨੂੰਨ ਜਿਹੜਾ ਸਾਡਾ ਇੱਕੋ ਜਿਹਾ। ਅੱਛਾ ਹਾਂਜੀ ਅਮਰਿੰਦਰ, ਗੱਲ ਇਸ ਤਰ੍ਹਾਂ ਆ ਨਾ, ਕਿਹੜੀ ਪਹਿਲੀ ਗੱਲ ਤਾਂ ਜਿਹੜੇ ਲੋਕ ਕੰਮ ਕਰਾਉਂਦੇ ਆ ਉਹਨਾਂ ਨੂੰ ਪੂਰੇ ਪੈਸੇ ਦਿੰਦੇ। ਮੈਂ 100% ਐਗਰੀ ਆ, ਉਹਨਾਂ ਨੂੰ ਪੂਰੇ ਪੈਸੇ ਦੇਣੇ ਚਾਹੀਦੇ ਆ। ਫਿਰ ਜੇ ਪੈਸੇ ਤੁਸੀਂ ਪੂਰੇ ਦਿਓ ਤੇ ਨਾਲੇ ਜੇ ਕੰਮ ਕਰਾ ਤਾਂ ਉਨੇ ਪੈਸੇ ਬੱਚਿਆਂ ਨੂੰ ਦਿਓ। ਕੋਈ ਬੱਚੇ ਜਿਹੜੇ ਵਿਚਾਰੇ 3 ਗੁਣਾ ਫੀਸ ਦੇ ਕੇ ਇੱਥੇ ਆਏ ਆ, ਲੋਨ ਲੈ ਕੇ ਆਏ ਆ, ਬਹੁਤ ਘੱਟ ਬੱਚੇ ਨੇ ਜਿਨ੍ਹਾਂ ਨੇ ਘਰੋਂ ਜਿਹੜੇ ਆ ਰੱਜੇ ਪੁੱਜੇ ਆਏ ਨੇ। ਅਸੀਂ ਖੁਦ ਆਪ ਗਰੀਬੀ ਦੀ ਹਾਲਤ ਵਿੱਚ ਆਏ ਕੈਨੇਡਾ ਵਿੱਚ। ਬੇਟਾ ਅਸੀਂ $4 ਲੈ ਕੇ ਆਏ ਸੀਗੇ, $4। ਉਦੋਂ ਸਾਡੇ ਕੋਲ ਸਾਈਕਲ ਹੁੰਦੇ ਸੀ, ਸਾਈਕਲਾਂ ਦੇ ਮੱਡ ਗਾਰਡ ਵੀ ਨਹੀਂ ਸੀ ਸਾਡੇ ਕੋਲ ਹੁੰਦੇ। ਸਾਡੀ ਆਪਣੀ ਜ਼ਿੰਦਗੀ ਅੱਜ ਤੋਂ 50 ਸਾਲ ਪਹਿਲਾਂ ਦੀ ਪੰਜਾਬ ਦੀਆਂ ਪਿੰਡਾਂ ਨੂੰ ਲਿੰਕ ਰੋਡਾਂ ਨਹੀਂ ਸੀਗੀਆਂ, ਕੱਚੇ ਰੋਡ ਹੁੰਦੇ ਸੀਗੇ। ਅਸੀਂ ਤੁਰ ਕੇ ਸਕੂਲ ਜਾਇਆ ਕਰਦੇ ਸਨ।
ਅਸੀਂ ਬੱਸਾਂ ਵਿੱਚ ਟਰੈਵਲ ਕਰ ਰਹੇ ਸਨ, ਸਾਡੇ ਕੋਲ ਕਾਰਾਂ ਮੋਟਰਸਾਈਕਲ ਦੇਖੇ ਨਹੀਂ ਹੈ। ਅਸੀਂ ਮੋਟਰਸਾਈਕਲ ਸਕੂਟਰ ਜਿਹੜੇ ਜਾ ਕੇ ਲਏ ਇੱਥੋਂ ਕੈਨੇਡਾ ਵਿੱਚੋਂ, ਔਰ ਅਸੀਂ ਗਰੀਬੀ ਜਿਹੜੀ ਆ ਵੇਖੀ ਆ, ਪਰ ਰੂਹ ਦੇ ਰੱਜੇ ਰਹੇ ਅਸੀਂ, ਸਾਡੀ ਰੂਹ ਰੱਜੀ ਹੋਈ ਆ। ਜਿਸ ਤਰ੍ਹਾਂ ਤੁਹਾਡੇ ਤੁਸੀਂ ਰੂਹ ਰੱਜੀ ਦੇ ਮਾਲਕ ਹੋ, ਤੁਹਾਡੇ ਕੋਲ ਮੈਨਰਸ ਨੇ ਗੱਲ ਕਰਦੇ ਬੇਟਾ, ਮੈਂ ਤੁਹਾਨੂੰ ਸਲੂਟ ਕਰਦਾ। ਇਹ ਮੈਟਰ ਨਹੀਂ ਕਿ ਤੁਸੀਂ ਮਤਲਬ ਟਰੱਕ ਚਲਾ ਰਹੇ, ਟੈਕਸੀ ਚਲਾ ਰਹੇ, ਮੇਰੇ ਵਾਸਤੇ ਤੁਸੀਂ ਸਤਿਕਾਰਯੋਗ, ਚਾਹੇ MP ਆ, ਪਰ ਉਸ ਤੋਂ ਬਾਅਦ ਸਤਿਕਾਰ ਤੁਹਾਡਾ ਆ, ਤੁਸੀਂ ਲਿਆਕਤ ਵਿੱਚ ਗੱਲ ਕਰ ਰਹੇ ਹੋ ਮੇਰੇ ਨਾਲ। ਮੇਰੇ ਕਹਿਣ ਦਾ ਭਾਵ ਹੈ ਕਿ ਆਪਾਂ ਅਦਾਲਤਾਂ ਨੂੰ ਇਗਨੋਰ ਨਾ ਕਰੋ। ਅਦਾਲਤ ਇੱਕ ਬਹੁਤ ਵੱਡੀ ਸਰਵ ਉੱਚਮ ਹੈ, ਔਰ ਜਿੱਥੇ ਅਸੀਂ ਸਤਿਕਾਰ ਕਰਦੇ ਹਾਂ, ਅਸੀਂ ਨਮਸਕਾਰ ਕਰਦੇ ਹਾਂ, ਔਰ ਅਦਾਲਤ ਦਾ ਫੈਸਲਾ ਸਾਨੂੰ ਮਨਜ਼ੂਰ ਹੁੰਦਾ, ਕਈ ਵਾਰ ਲੇਟ ਜ਼ਰੂਰ ਹੁੰਦਾ। ਔਰ ਇੱਕ ਵਿਅਕਤੀ ਸਾਨੂੰ ਬਹੁਤ ਤੰਗ ਕਰ ਰਿਹਾ ਸੀ, ਬਹੁਤ ਜ਼ਿਆਦਾ ਤੰਗ ਕਰ ਰਿਹਾ ਸੀ, ਅਸੀਂ ਚੁੱਪ ਕਰ ਗਏ। ਅਦਾਲਤ ਨੇ, ਕੈਨ ਯੂ ਬਲੀਵ ਇਟ, ਮੈਂ ਤੁਹਾਨੂੰ ਸਾਰਿਆਂ ਨੂੰ ਓਪਨ ਕਰ ਦੱਸੂਗਾ ਕਿ ਅਦਾਲਤ ਨੇ ਕੀ ਮਤਲਬ ਉਹਨਾਂ ਨੂੰ ਕੀ ਸੁਣਾਈ ਸਜ਼ਾ, ਤੁਸੀਂ ਹੈਰਾਨ ਹੋ ਜਾਓਗੇ। ਉਹ ਵੀ ਹਿੰਦੁਸਤਾਨ ਦੀ ਅਦਾਲਤ ਨੇ ਇੱਕ ਐਸੀ ਸਜ਼ਾ ਸੁਣਾਈ ਆ, ਤੁਸੀਂ ਵਿਸ਼ਵਾਸ ਕਰੋ ਕਿ ਬੰਦਾ ਹੁਣ ਚੀਕਾ ਮਾਰਦਾ ਆ। ਮੈਂ ਕੈਨੇਡਾ 'ਚ ਬੈਠੇ ਨੇ ਅਦਾਲਤ ਦੇ ਵਿੱਚ ਜਾ ਕੇ ਸਿਰਫ ਇੱਕ ਬੇਨਤੀ ਕੀਤੀ ਜੱਜ ਸਾਹਿਬ ਨੂੰ ਕਿ ਮੈਂ ਕੈਨੇਡੀਅਨ ਹੈ ਬਟ ਮੈਂ ਹਿੰਦੁਸਤਾਨ ਦਾ ਬੋਰਨ ਹੈ, ਆਹ ਚੀਜ਼ਾਂ ਹੈ। ਜਦੋਂ ਪੇਸ਼ ਕੀਤੀਆਂ ਤਾਂ ਜੱਜ ਸਾਹਿਬ ਨੇ ਇਸ ਤਰ੍ਹਾਂ ਹੱਥ ਫੜ ਲਏ, ਇਸ ਤਰ੍ਹਾਂ, ਕੈਨ ਯੂ ਬਲੀਵ ਇਟ, ਤਾਂ ਬੰਦਾ ਚੀਕਾ ਮਾਰਦਾ, ਹੁਣ ਚੀਕਾ ਮਾਰਿਆ, ਚੀਕਾ ਅਮਰਿੰਦਰ। ਸੋ ਅਦਾਲਤਾਂ ਹਰ ਦੇਸ਼ ਦੀਆਂ ਇੱਕੋ ਜਿਹੀਆਂ ਹੁੰਦੀਆਂ ਨੇ। ਸੋ ਮੈਂ ਚਾਹੁੰਦਾ ਇਹ ਕਿ ਬੱਚਿਆਂ ਨੂੰ ਕੰਮ ਕਰਾਓ, ਉਹਨਾਂ ਨੂੰ ਪੈਸੇ ਦੇ ਬਣਦੇ। ਇਹ ਲੋਕ 100% ਰਾਈਟ ਹੋ, ਕੰਮ ਕਰਾ ਕੇ ਟਰੱਕਾਂ 'ਚ ਕਿੰਨੇ ਘੰਟੇ ਕਰਦੇ ਬੱਚੇ, ਉਹਨਾਂ ਨੂੰ ਪੈਸੇ ਨਹੀਂ ਪੂਰੇ ਦਿੰਦੇ, ਫਿਰ ਉਹਨਾਂ ਨੂੰ ਕੱਢ ਦਿੰਦੇ ਨੇ। ਦੈਟਸ ਨੋਟ ਰਾਈਟ। ਮੈਂ ਬਿਲਕੁਲ ਇਸ ਦੇ ਅਗੇਂਸਟ ਹਾਂ, ਕਿਉਂ ਇਹ ਲੋਕ ਕਰਦੇ ਇੱਦਾਂ। ਪਰ ਮੈਂ ਇਹ ਚੀਜ਼ ਵੀ ਨਹੀਂ ਚਾਹੁੰਦਾ ਕਿ ਕਾਨੂੰਨ ਨੂੰ ਆਪਣੇ ਹੱਥ ਲੈ ਕੇ ਤੁਸੀਂ ਮੁਜ਼ਾਹਰੇ ਕਰੋ। ਬਾਸੀ ਸਾਹਿਬ, ਜੇ ਤੁਹਾਡੀ ਕਮਿਊਨਿਟੀ 'ਚ ਰਿਸਪੈਕਟ ਹੈ ਜੀ ਇੰਨੀ ਜ਼ਿਆਦਾ, ਮਤਲਬ ਜੇ ਨਹੀਂ ਮਤਲਬ ਹੈਗੀ ਹੋਈ ਆ, ਤੁਸੀਂ ਬਾਸੀ ਸਾਹਿਬ ਜੇ ਆਪਣਾ ਜੀ ਕੋਈ ਇਹਨਾਂ ਕੰਪਨੀ ਵਾਲਿਆਂ ਨੂੰ ਤੇ ਸਾਰਿਆਂ ਨੂੰ ਕਿਸੇ ਨੂੰ ਮਿਲਾ ਕੇ ਜੀ ਰਾਜੀਨਾਮਾ ਕਰਾ ਦਿਓ ਤੇ ਬਹੁਤ ਵਧੀਆ ਹੋ ਜਾਊਗਾ ਜੀ। ਅਸੀਂ ਕਰਾਇਆ ਰਾਜੀਨਾਮਾ, ਜਿਹੜੇ ਸਾਡੇ ਤੋਂ ਅਪਰੋਚ ਕਰਦੇ ਨੇ, ਅਸੀਂ ਨੂੰ ਪੈਸੇ ਦਵਾਏ ਆ। ਮੇਰੇ ਕੋਲ ਬਹੁਤ ਸਾਰੇ ਕੇਸ ਨੇ, ਮੇਰੇ ਕੋਲ ਮੇਰੇ ਖਿਆਲ ਕਿ 100 ਕੇਸ ਹੋ ਗਏ ਜਿਹਨਾਂ ਨੂੰ ਤੁਸੀਂ ਕਿਹਾ ਵੀ ਭਾਈ ਸਾਹਿਬ ਪੈਸੇ ਦਿਓ, ਉਹਨਾਂ ਨੂੰ ਮੈਂ ਟਾਕ ਸ਼ੋ ਕਰਨ ਲੱਗਾ। ਆਈ ਡਿਡ ਮਾਈ ਬੈਸਟ ਜੀ, ਬਿਲਕੁਲ। ਹਾਂ, ਮੈਂ ਟਾਕ ਸ਼ੋ ਕਰ ਸਕਦਾ, ਮੇਰੇ ਕੋਲ ਹੱਕ ਹੈ। ਦੋਨੇ ਵਿਕਟਮ ਨੂੰ ਲਿਆ ਕੇ ਦੂਜੇ ਬੰਦੇ ਨੂੰ ਨਹੀਂ ਬੋਲਣਾ, ਨਾ ਬੋਲੇ, ਬਟ ਇੱਕ ਸਿਸਟਮ ਹੈ ਨਾ। ਬਟ ਇਹ ਨਹੀਂ ਕਿ ਮੈਂ ਉਹਨਾਂ ਘਰ ਜਾ ਕੇ ਮੈਂ ਰੇਡੀਓ ਚਲਾਉਣ ਲੱਪਾ, ਲਾਈਵ ਲੋਕੇਸ਼ਨ ਕਰ ਦੇਵਾਂ ਪ੍ਰੋਗਰਾਮ। ਮੈਂ ਲਾਈਵ ਲੋਕੇਸ਼ਨ ਨਹੀਂ ਕਰ ਸਕਦਾ, ਪਰ ਸਟੂਡੀਓ ਵਿੱਚ ਬੈਠ ਕੇ ਮੈਂ ਟਾਕ ਸ਼ੋ ਕਰ ਸਕਦਾ। ਬਿਲਕੁਲ ਜੀ, ਬਿਲਕੁਲ। ਲਾਈਵ ਲੋਕੇਸ਼ਨ ਮੈਂ ਚਾਹਾਂ ਕਿ ਚਲੋ ਜੀ ਸਿੱਧੂ ਸਾਹਿਬ, ਚਲੋ ਆਪਾਂ ਚੁੱਕੀ ਆਪਣੀ ਟੈਕਨੋਲੋਜੀ ਉਹਨਾਂ ਘਰ ਦੇ ਮੋਹਰੇ ਰੱਖ ਕੇ ਜੀ ਆਓ ਲਾਈਵ ਲੋਕੇਸ਼ਨ ਕਰ ਰਹੇ ਹਾਂ ਜੀ, ਇਹਨਾਂ ਨੇ ਪੈਸੇ ਦੇਣੇ ਲੋਕਾਂ ਦੇ। ਇਹ ਨਹੀਂ ਮੈਂ ਕਰ ਸਕਦਾ, ਪਰ ਮੈਂ ਸਟੂਡੀਓ ਵਿੱਚ ਬੈਠ ਕੇ ਟਾਕ ਸ਼ੋ ਕਰ ਸਕਦਾ। ਮੇਰੇ ਪੂਰੇ ਹੱਕ ਆ, ਇਹਨਾਂ ਹੱਕਾਂ ਨੂੰ ਕੋਈ ਵੀ ਤਾਕਤ ਜਿਹੜੀ ਹਿਲਾ ਨਹੀਂ ਸਕਦੀ। ਮੈਂ ਕਹਿੰਦਾ ਨਹੀਂ ਕਿ ਮੈਂ ਕਹਿੰਦਾ ਨਹੀਂ ਕਿ ਇੱਥੇ ਲੋਕ ਟਾਈਆਂ ਲਾ ਕੇ ਘੁੰਮਦੇ ਆ, ਡਰੱਗਾਂ ਵੇਚਦੇ ਆ, ਬੱਚਿਆਂ ਨੂੰ ਅੰਦਰ ਦਵਾਇਆ ਇਹਨਾਂ ਨੇ, ਹਾਂਜੀ। ਆਪ ਜੇਲ੍ਹ 'ਚ ਗਏ ਹੋਏ ਨੇ, ਟਾਇਰ ਚੋਰੀ ਕਰਾਏ ਆ, ਆਪੇ ਚੋਰੀ ਕਰਾਉਂਦੇ ਟਾਇਰ, ਅੱਛਾ ਆਪੇ ਕਲੇਮ ਕਰ ਦਿੰਦੇ ਆ, ਇੰਸ਼ੋਰੈਂਸ ਲੈ ਲੈਂਦੇ ਆ, ਆਪੇ ਸੇਲ 'ਤੇ ਪਲਾ ਕੇ ਪਾ ਦਿੰਦੇ ਆ। ਇਹ ਕੀ ਸਿਸਟਮ ਹੈ ਯਾਰ? ਫਿਰ ਟਾਈਆਂ ਲਾ ਕੇ ਘੁੰਮਦੇ ਆ, ਫਿਰ ਇੰਡੀਆ ਜਾਂਦੇ ਆ, ਉਹ ਆਪਣੇ ਨਾਲ ਬਾਉਂਸਰ ਕੀ ਹੁੰਦੇ ਆ, ਉਹ ਕੀ ਕਹਿੰਦੇ ਉਹਨਾਂ ਨੂੰ, ਕਿਹੜੇ ਸਿੰਗਰ ਲਈ ਫਿਰਦੇ ਹੁੰਦੇ ਆ, ਵਟ ਯੂ ਕਾਲ, ਮੇਰੀ ਜ਼ੁਬਾਨ 'ਤੇ ਨਹੀਂ ਆ ਰਿਹਾ ਸਰ ਸਾਹਿਬ, ਵਟ ਦੇ ਕਾਲ, ਜਿਹੜੇ ਉਹ ਨਾਲ ਲਈ ਫਿਰਦੇ ਹੁੰਦੇ ਆ, ਉਹ ਅਮਰਿੰਦਰ ਕੀ ਬੋਡੀਗਾਰਡ ਕਹਿੰਦੇ, ਹਾਂ ਬੋਡੀਗਾਰਡ ਨਹੀਂ, ਉਹਨਾਂ ਨੂੰ ਕੁਛ ਹੋਰ ਕਹਿੰਦੇ ਨੇ, ਬਾਉਂਸਰ, ਰਾਈਟ। ਉਹ ਲਈ ਫਿਰਦੇ ਆ, ਉਹਨਾਂ ਨੂੰ ਕੀ ਲੋੜ ਹੈ? ਵਟ ਫਾਰ, ਉਹਨਾਂ ਨੇ ਕਿ ਦੇਸ਼ ਦੇ ਵਾਸਤੇ ਕਿਹੜੀ ਕੁਰਬਾਨੀ ਕੀਤੀ ਹੈ? ਚੋਰੀ ਕੀਤਾ, ਚੋਰੀ ਕਿਉਂ ਕੀਤਾ ਤੁਸੀਂ? ਅਮਰਿੰਦਰ ਕਿਉਂ ਚੋਰੀ ਕਰ ਰਹੇ? ਤੁਸੀਂ ਕੰਮ ਕਰ ਰਹੇ ਬੇਟਾ, ਤਾਂ ਮੈਂ ਨਾ। ਸੋ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਕੌਣ ਲੈ ਕੇ ਆਇਆ? ਜੋਗਿੰਦਰ ਬਾਦ। ਆਈ ਡੋਂਟ ਸਕੇਅਰਡ। ਬਿਲਕੁਲ। ਜੇ ਮੈਨੂੰ ਜੱਜ ਸਾਹਿਬ ਵੀ ਕਹਿਣਗੇ, ਮੈਂ ਕਹਿੰਦਾ ਹਾਂ, ਮੇਰੇ ਕੋਲ ਤਾਂ ਆਹ ਦੇਖੋ, ਤੇ ਆਹ ਇੰਨੀ ਤਰੀਕ ਨੂੰ ਇੰਨੇ ਦਿਨਾਂ ਦੀ ਜੇਲ੍ਹ ਹੋਈ ਹੈ ਜੀ, ਇਸ ਜੇਲ੍ਹ 'ਚ ਰਹਿ ਕੇ ਆਇਆ ਬੰਦਾ, ਆਹ ਦੇਖ ਲਓ, ਮੈਂ ਪੇਸ਼ ਕਰ ਦੂੰ। ਮੈਂ ਜੱਜ ਸਾਹਿਬ ਦੱਸੂਗਾ ਕਿ ਆਹ ਬੰਦੇ ਨੇ ਜੇਲ੍ਹ ਹੋਈ ਹੈ, ਇਹਨੂੰ ਇਨ ਡਰੱਗ ਵੇਚੀ ਆ, ਇੱਦਾਂ ਡਰੱਗ ਲੈ ਕੇ ਆਇਆ, ਇਹ ਬਲੈਂਕਟਾ ਵਿੱਚ ਲੈ ਕੇ ਆਇਆ, ਇਹ ਮੈਂ ਸਟੈਂਗ ਆਪਰੇਸ਼ਨ ਕੀਤਾ, ਮੈਂ ਅੰਮ੍ਰਿਤਸਰ 에ਅਰਪੋਰਟ ਨਾਲ ਕੰਟੈਕਟ ਵੀ ਨਾ ਕੀਤਾ 에ਅਰਪੋਰਟ ਵਾਲਿਆਂ ਨੇ ਕਿ ਇੱਥੋਂ ਇਸ ਜਹਾਜ਼ ਵਿੱਚ 에ਅਰ ਇੰਡੀਆ ਵਿੱਚ ਡਰੱਗ ਗਈ ਆ, ਆਹ ਬੰਦੇ ਲਈ ਆ, ਔਰ ਇੱਥੇ ਰਨ ਕਰਦਾ ਆ, ਔਰ ਉਹ 2 ਕੜਾਈਆਂ ਵਿੱਚ ਲਿਆ ਕੇ ਤੇ ਖਬਰ ਲਾਉਣ ਤੱਕ ਬੰਦੇ ਮੈਂ ਰੋਕਦਾ ਸੀ। ਮੈਂ ਕਿ ਮੈਂ ਰੋਕਦਾ, ਕਹਿੰਦਾ ਮੇਰਾ ਕੋਡ ਮੈਂ ਆਈ ਡੋਂਟ ਕੇਅਰ, ਆਈ ਹੈਵ ਟੂ ਡੂ ਮਾਈ ਜੌਬ। ਬਿਲਕੁਲ। ਸੋ ਮੈਂ ਓਪਨ ਟਾਕ ਸ਼ੋ ਕਰਦਾ, ਜਿੱਥੇ ਮੈਂ ਗਲਤ ਹੈ ਮੈਂ ਸੌਰੀ ਕਹੂੰਗਾ ਕਮਿਊਨਿਟੀ ਨੂੰ, ਜਿੱਥੇ ਮੈਂ ਨਹੀਂ ਗਲਤ। ਬੜੀ ਮਿਹਰਬਾਨੀ, ਮੈਂ ਅੱਗੇ ਲਾਵਾਂ ਆਪ ਜੀ ਤੋਂ। ਬਿਲਕੁਲ ਵਾਸਤੇ, ਥੈਂਕ ਯੂ ਸੋ ਮਚ। ਰਜੇਸ਼ ਤੁਸੀਂ ਲਾਈਨ 'ਚ ਹੋ। ਮਿਸਟਰ ਬਾਸੀ ਕੀ ਕਹਿਣਾ ਚਾਹੁੰਦੇ? ਟੈਲ ਮੀ ਟਰੂ, ਤੁਸੀਂ ਮੁਜ਼ਾਹਰੇ ਚਾਹੁੰਦੇ ਹੋ? ਬਾਸੀ ਸਾਹਿਬ, ਤੁਸੀਂ ਨਾ ਬਿਲਕੁਲ ਸਹੀ ਗੱਲ ਕਹਿ ਰਹੇ ਹੋ, ਸਮਝਣੇ ਵਾਲੇ ਸਮਝ ਨਹੀਂ ਰਹੇ ਆ। ਤੇ ਤੁਸੀਂ ਜਿਸ ਬੇਸ ਦੇ ਉੱਪਰ ਗੱਲ ਕਰ ਰਹੇ ਕਿ ਕਾਨੂੰਨ ਨੂੰ ਹੱਥ 'ਚ ਨਾਲ ਲੈ ਕੇ
ਤੁਸੀਂ ਇਹ ਕੰਮ ਨਾ ਕਰੋ, ਕਿਉਂਕਿ ਇਹ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਤੁਸੀਂ ਪ੍ਰੋਟੈਸਟ ਕਰਨਾ ਜਿਹੜਾ ਹੈ ਨਾ, ਇਹ ਕੋਈ ਇਜਾਜ਼ਤ ਨਹੀਂ ਦਿੰਦਾ, ਕੋਈ ਸਿਸਟਮ ਇਜਾਜ਼ਤ ਨਹੀਂ ਦਿੰਦਾ, ਇਸਦਾ ਕਾਨੂੰਨ ਨਹੀਂ ਇਜਾਜ਼ਤ ਦਿੰਦਾ। ਠੀਕ ਹੈ ਜੀ, ਠੀਕ ਹੈ ਜੀ। ਤੇ ਤੁਸੀਂ ਬਾਰ-ਬਾਰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜਿਹੜੇ ਵੀ ਕਰ ਰਹੇ ਹਨ, ਕਿ ਭਾਈ ਇਹ ਨਾ ਗਲਤ ਤਰੀਕੇ ਨਾਲ ਤੁਸੀਂ ਇਹ ਚੱਲ ਰਹੇ ਹੋ। ਕੋਡ ਹੈ, ਲੇਬਰ ਕੋਡ ਹੈਗਾ ਹੈ, ਤੇ ਤੁਸੀਂ ਜੇ ਕਰਨਾ ਵੀ ਹੈ ਉਹਨਾਂ ਦੇ ਕਮਰਸ਼ੀਅਲ ਜਗ੍ਹਾ ਤੇ ਜਾ ਕੇ ਕਰੋ, ਉਹਨਾਂ ਦੇ ਰੈਜ਼ੀਡੈਂਸ਼ੀਅਲ ਤੇ ਜਾ ਕੇ ਤੁਸੀਂ ਕਰਨਾ ਹੈ। ਦੂਸਰੀਆਂ ਕਮਿਊਨਿਟੀਆਂ ਵੀ ਹੈਗੀਆਂ ਆ, ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ। ਠੀਕ ਹੈ ਜੀ, ਤੁਸੀਂ ਉਹਦੇ ਘਰ ਦੇ ਮੂਹਰੇ ਜਾ ਕੇ ਪ੍ਰੋਟੈਸਟ ਕਰ ਰਹੇ ਹੋ, ਕਾਨੂੰਨ ਇਜਾਜ਼ਤ ਨਹੀਂ ਦਿੰਦਾ ਹੈ, ਕਿਤੇ ਨਹੀਂ ਲਿਖਿਆ ਵਾ ਕਿ ਤੁਸੀਂ ਪ੍ਰੋਟੈਸਟ ਕਰੋ। ਕੈਨੇਡਾ ਦੇ ਜੋ ਵੀ ਹੈਗੇ ਸਿਵਲ ਰਾਈਟ ਦੇ ਅਕੋਰਡਿੰਗ ਕੈਨੇਡਾ ਦੇ ਵਿੱਚ ਉਹਦੇ ਵਿੱਚ ਨਹੀਂ ਲਿਖਿਆ ਹੈ ਕਿ ਤੁਸੀਂ ਕਿਸੇ ਦੇ ਘਰ ਦੇ ਮੂਹਰੇ ਜਾ ਕੇ ਪ੍ਰੋਟੈਸਟ ਕਰੋ ਜੀ। ਨੇ ਪੈਸੇ ਜਿਹੜੇ ਘਰ ਦੇ ਇੱਕ ਮੈਂਬਰ ਨੇ ਪਰ ਦੂਜੇ ਮੈਂਬਰ ਨੇ ਦੇਣੇ। ਜੇ ਕਿਸੇ ਕਲੈਕਸ਼ਨ ਏਜੰਸੀ ਵਾਲੇ ਤੁਹਾਨੂੰ ਫੋਨ ਕਰਦੇ ਪੁੱਛਦੇ ਤੁਸੀਂ ਕੌਣ ਬੋਲਦੇ ਹੋ, ਫੇਰ ਕਹਿੰਦੇ ਆ ਕਿ ਤੁਸੀਂ ਸਾਡੇ ਪੈਸੇ ਦੇਣੇ ਆ, ਬੈਲ ਕੈਨੇਡਾ ਵਾਲੇ ਕਹਿੰਦੇ, ਰੋਜਰ ਵਾਲੇ ਕਹਿੰਦੇ ਆ, ਜਾਂ ਰੈਵਨਿਊ ਕੈਨੇਡਾ ਵਾਲੇ ਡਿਪਾਰਟਮੈਂਟ ਫੋਨ ਕਰ, ਜੋ ਵੀ ਕੋਈ ਵੀ ਕਰਦਾ ਆ, ਉਹਦੇ ਕੋਲ ਸਿਰਫ ਹੱਕ ਉਸ ਬੰਦੇ ਲਈ ਆ, ਉਹ ਉਹਦੀ ਵਾਈਫ ਨੂੰ ਵੀ ਨਹੀਂ ਕਹਿ ਸਕਦਾ, ਡਿਸਕਲੋਜ਼ ਨਹੀਂ ਕਰ ਸਕਦਾ ਤੁਸੀਂ ਲੈਣ ਦੇਣ ਨਹੀਂ ਕਰ ਸਕਦਾ। ਬਿਲਕੁਲ ਸਹੀ, ਤੁਸੀਂ ਬਾਰ-ਬਾਰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਹੀ ਤਰੀਕੇ ਨਾਲ ਚਲੋ। ਉਹੀ ਤਰੀਕਾ ਐਟ ਦਾ ਐਂਡ ਕੋਰਟ ਕੋਈ ਜਾਣਾ ਪੈਣਾ, ਲੇਬਰ ਵਾਲੇ ਕੋਈ ਜਾਣਾ ਪੈਣਾ। ਜਦੋਂ ਟ੍ਰੈਸਪਾਸਿੰਗ ਦੇ ਵਿੱਚ ਐਕਚੁਅਲੀ ਨਾ ਇਹ ਟ੍ਰੈਸਪਾਸਿੰਗ ਵਿੱਚ ਜੋ ਚਾਰਜ ਹੋ ਗਿਆ, ਇਹ ਬੜਾ ਸੀਰੀਅਸ ਚਾਰਜ ਹੈ, ਪੁਲਿਸ ਨੂੰ ਟ੍ਰੈਸਪਾਸਿੰਗ ਦਾ ਚਾਰਜ ਲਾਉਣਾ ਪੈਣਾ ਆ। ਬਿਲਕੁਲ ਜੀ, ਬਿਲਕੁਲ। ਇਹ ਬਿਲਕੁਲ ਗਲਤ ਤਰੀਕੇ ਦੇ ਨਾਲ ਜੋ ਇਹ ਕਰ ਰਹੇ ਨਾ, ਬਾਕੀ ਪੈਸੇ ਮਾਰਨੇ ਉਹ ਵੀ ਬਹੁਤ ਗਲਤ ਹੈ। ਮਾੜੀ ਗੱਲ ਹੈ, ਪੈਸੇ ਮਾਰਨੇ, ਕਿਸੇ ਦੇ ਕੰਮ ਕੀਤੇ ਦੇ ਪੈਸੇ ਮਾਰਨੇ, ਉਹ ਰੋਂਗ ਹੈ। ਲੇਕਿਨ ਉਹਦੇ ਕਰਕੇ ਗਲਤ ਤਰੀਕੇ ਦੇ ਨਾਲ ਮਤਲਬ ਕਿ ਇਹ ਐਕਟੀਵਿਟੀ ਕਰਨੀ ਉਹ ਵੀ ਗਲਤ ਹੈ ਨਾ ਜੀ। That's not fair। ਮਿਹਰਬਾਨੀ ਮਿਸਟਰ ਰਜੇਸ਼, ਥੈਂਕ ਯੂ ਸੋ ਮਚ। और जी जय हिंद जय भारत। जय हिंद जय भारत और 15 अगस्त जिंदाबाद। और आओ ਅਸੀਂ ਤੰਦੂਰ ਦੀ ਗੱਲ ਕਰਦੇ ਹਾਂ। ਤੰਦੂਰ ਇੱਕ ਐਸੀ ਆਈਟਮ ਹੈ ਜਿਹੜੀ ਕਿ ਤੁਸੀਂ ਆਪਣੇ ਘਰ ਵਿੱਚ ਲੈ ਕੇ ਜੇ ਨਹੀਂ ਆਂਦੀ ਤਾਂ ਸਪੈਸ਼ਲ ਰੱਖੜੀ ਦੇ ਮੌਕੇ ਤੇ ਸਸਤੇ ਲਾਏ ਹੋਏ ਨੇ ਤੰਦੂਰ, ਇੰਨੇ ਸਸਤੇ। ਹੁਣੇ ਕਾਲ ਕਰੋ, ਪੁੱਛੋ ਪ੍ਰਾਈਸ ਕੀ ਹੈ। 647 ਨੰਬਰ ਦੇ ਦਿਓ, 786 4282 647 786 4282। ਰੱਖੜੀ ਆ ਗਈ ਹੈ ਤੇ ਰੱਖੜੀ ਦੇ ਮੌਕੇ ਪੂਰੀਆਂ ਤਿਆਰੀਆਂ ਨੇ ਤੇ ਰੱਖੜੀਆਂ ਕਈ ਕਿਸਮ ਦੀਆਂ ਨੇ, ਗੀਤ ਵੀ ਗਾਉਂਦੀਆਂ ਨੇ, ਭੈਣ ਤੇ ਭਰਾ ਦੇ ਪਿਆਰ ਭਰੇ ਗੀਤ ਵਾਲੀਆਂ ਰੱਖੜੀਆਂ ਪਹੁੰਚ ਗਈਆਂ ਨੇ, ਕਈ ਰੰਗਾਂ ਵਿੱਚ ਨੇ, ਡਿਜ਼ਾਈਨਾਂ ਵਿੱਚ ਨੇ। ਕਿੱਥੇ ਸਵੀਟ ਮਹਿਲ ਤੇ ਆਫ ਕੋਰਸ ਸਵੀਟ ਮਹਿਲ ਤੇ ਮਠਿਆਈਆਂ ਤਿਆਰ ਨੇ। ਸੋ ਆਪਣੀ ਭੈਣ ਦੀ ਉਡੀਕ ਕਰੋ, ਭੈਣ ਮਠਿਆਈ ਲੈ ਕੇ ਆਵੇਗੀ ਸਵੀਟ ਮਹਿਲ ਤੋਂ, ਗਿਵਰ ਹੋ ਸਕਦਾ ਲੈ ਕੇ ਆਵੇ ਜਾਂ ਫਿਰ ਪਿਓਰ ਖੋਏ ਦੀ ਮਠਿਆਈ ਹੀ ਬਣਾ ਰਿਹਾ ਹੈ ਤੜਾ ਇੰਨੀ ਮਠਿਆਈ ਤਿਆਰ ਕੀਤੀ ਹੈ ਜਿੰਨੀ ਦੀਵਾਲੀ ਤੇ ਤਿਆਰ ਕਰਦਾ। ਕੈਨ ਯੂ ਇਮੇਜਿਨ ਕਿ ਲਾਸਟ ਈਅਰ ਦੇ ਵਿੱਚ ਉਹਨਾਂ ਨੇ ਜਿੰਨੀ ਦੀਵਾਲੀ ਤੇ ਮਠਿਆਈ ਵੇਚੀ ਸੀ ਉਨੀ ਰੱਖੜੀ ਦੇ ਵੇਚੀ ਹੈ। ਕਿਉਂਕਿ ਇੱਥੇ ਕਾਰਨ ਕੀ ਕਿ ਹਰ ਘਰ ਦੇ ਵਿੱਚ ਦੋ ਭਰਾ ਨੇ ਤੇ ਭੈਣ ਇੱਕ ਹੈ, ਤੇ ਭੈਣ ਦੋਨਾਂ ਭਰਾਵਾਂ ਵਾਲੇ ਦੋ ਬਾਕਸ ਲਿਆਣੇ ਆ, ਤਾਂ ਹਰ ਘਰ ਦੇ ਵਿੱਚ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਨਿਭਾਉਣਾ ਆ। ਭੈਣੋ ਭਰਾਵੋ, ਲੰਬੀ ਉਮਰ ਦੀ ਉਡੀਕ ਕਰੋ। ਇਸ ਸ਼ੁੱਕਰਵਾਰ ਨੂੰ ਤੁਹਾਡੇ ਘਰ ਵਿੱਚ ਆ ਰਹੀ ਹੈ ਮਠਿਆਈ, ਭੈਣ ਵਾਸਤੇ ਗਿਫਟ ਖਰੀਦ ਲਓ। ਔਰ ਜਿਹੜੇ ਲੋਕ ਸਰੀ ਵਿੱਚ ਰਹਿੰਦੇ ਨੇ ਉਹ ਗਿਫਟ ਖਰੀਦਣ ਲਈ ਮੋਤੀ ਜਰੂਰ ਜਾਣ, ਗ੍ਰੈਂਡ ਓਪਨਿੰਗ ਹੋ ਚੁੱਕੀ ਹੈ। ਅਮਨਦੀਪ ਲਾਈਨ ਤੇ ਤੁਸੀਂ ਆਪ ਜੀ ਨੰਬਰ 6 ਕਾਲ ਲਾਈਨ ਤੇ ਹੋ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਆਵਾਜ਼ ਵਿੱਚ ਕੁਝ ਗੜਬੜ ਹੈ, ਕਰਜੀਆਂ ਹੈ। ਹਾਂਜੀ ਸਰ, ਮੈਂ ਇਹਦੇ ਬਾਰੇ ਗੱਲ ਕਰਨੀ ਹੈ ਜੀ। ਆਪਣਾ ਪ੍ਰੋਟੈਸਟ ਤਾਂ ਆਪਣਾ ਡੈਮੋਕ੍ਰੇਟਿਕ ਰਾਈਟ ਹੈਗਾ ਦੇਖਿਆ ਜਾਵੇ ਤਾਂ, ਬਟ ਘਰ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਨਾ ਇਜ਼ ਨਾਟ ਅ ਗੁੱਡ ਆਈਡੀਆ ਬਿਕਾਜ਼ ਇਟਸ ਆਲਸੋ ਡਿਸਟਰਬ ਦ ਨੇਬਰਹੁਡ। ਥੈਂਕ ਯੂ ਸੋ ਮਚ। ਅਗਲੀ ਕਾਲ ਪਲੀਜ਼, ਨੈਕਸਟ ਕਾਲ ਪਲੀਜ਼। ਨੰਬਰ 1 ਕਾਲਰ, ਗੋ ਹੈਡ। ਹੈਲੋ, ਸਤਿ ਸ਼੍ਰੀ ਅਕਾਲ ਵੈਸੇ ਜੀ, ਥੈਂਕ ਯੂ ਮੇਰੀ ਕਾਲ ਲੈਣ ਲਈ। ਨੋ ਪ੍ਰੋਬਲਮ, ਤੁਹਾਡਾ ਹੱਕ ਹੈ ਪ੍ਰੋਟੈਸਟ ਕਰਨ ਦਾ, ਪਰ ਇਹ ਹੱਕ ਨਹੀਂ ਹੈ ਕਿ ਤੁਸੀਂ ਘਰਾਂ ਦੇ ਵਿੱਚ ਜਾ ਕੇ ਪ੍ਰੋਟੈਸਟ ਕਰੋ। ਘਰ ਦੇ ਮੈਂਬਰ ਨੇ ਇੱਕ ਨੇ ਪੈਸੇ ਦੇਣੇ, ਨਾ ਕਿ ਸਾਰੇ ਟੱਬਰ ਨੇ ਦੇਣੇ ਆ। ਜੀ ਮੈਂ ਪਹਿਲੇ ਤੇ ਗੱਲ ਕਲੀਅਰ ਕਰਦਾ ਕਿ ਜਿਹੜੇ ਸਾਡੀ ਕਮਿਊਨਿਟੀ ਹੈ ਉਹ ਬੜੀ ਸ਼ਰੀਫ ਹੈ। ਜਿੱਦਾਂ ਮੈਂ ਮੌਂਟਰੀਅਲ ਰਹਿੰਦਾ ਸੀ, ਕਈ ਪਿੰਡਾਂ ਦੇ ਉੱਤੇ ਰੈਡ ਇੰਡੀਅਨਸ ਰਹਿੰਦੇ ਆ, ਉਹਨਾਂ ਦੇ ਘਰਾਂ ਦੇ ਬਾਹਰ ਲਿਖਿਆ ਹੋਇਆ ਵੀ ਡੋਂਟ ਕਾਲ 911। ਇੱਕ ਵਾਰੀ ਗੱਲ ਹੋਈ ਸੀ, ਮੈਂ ਡਿਲੀਵਰੀ ਕਰਨ ਗਿਆ ਸੀ, ਉਹ ਜਨਾਨੀ ਬੰਦੂਕ ਲੈ ਕੇ ਆ ਗਈ ਸੀ, ਕਹਿੰਦੀ ਮੇਰੀ ਪ੍ਰੋਪਰਟੀ ਤੋਂ ਬਾਹਰ ਚੱਲ ਜਾ। ਤੇ ਮੈਂ ਜਿੱਦਾਂ ਮੇਰੇ ਵੀ ਪੈਸੇ ਦੱਬੇ ਸੀ, ਮੈਂ ਲੇਬਰ ਕੋਰਟ 'ਚ ਗਿਆ ਸੀ, ਉਹਨਾਂ ਨੇ ਮੈਨੂੰ ਡਿਸੀਜਨ ਦੱਸਤਾ ਸੀ ਕਿ ਇਹਨਾਂ ਨੇ ਤੁਹਾਡੇ ਪੈਸੇ ਦੇਣੇ, ਤੇ ਹੁਣ ਮੈਂ ਉਹ ਡਿਸੀਜਨ ਦੀ ਵੇਟ ਕਰ ਰਿਹਾ। ਮੈਂ ਕਹਿਣਾ ਚਾਹੁੰਦਾ ਕਿ ਦੂਜੇ ਦੀ ਪ੍ਰੋਪਰਟੀ 'ਚ ਤੁਸੀਂ ਕਿੱਦਾਂ ਵੜ ਸਕਦੇ ਹੋ? ਤੁਸੀਂ ਕਿਸੇ ਪ੍ਰੋਪਰਟੀ ਵਿੱਚ ਐਂਟਰ ਨਹੀਂ ਹੋ ਸਕਦੇ। ਇਹ ਲੋਕ ਜਿਹੜੇ ਨੇ ਇਹ ਮਜ਼ਾਕ ਸਮਝਦੇ ਨੇ। ਸੋ ਤੁਸੀਂ ਹੱਲਾ ਗੁੱਲਾ ਕਰਦੇ ਹੋ, ਔਰ ਇਹ ਤੁਹਾਨੂੰ ਇਹ ਨਾ ਹੋਵੇ ਕਿ ਤੁਹਾਡੀ ਪੀਆਰ ਜਾਂਦੀ ਲੱਗੇ, ਤੁਹਾਨੂੰ ਜੱਜ ਸਾਹਿਬ ਦੀ ਜੱਜਮੈਂਟ ਕੁਝ ਵੀ ਆ ਸਕਦੀ ਹੈ। ਮੈਂ ਤੁਹਾਨੂੰ ਅਵੇਅਰ ਤਦ ਕਰ ਰਿਹਾ ਕਿ ਕਾਨੂੰਨ ਆਗਿਆ ਨਹੀਂ ਦਿੰਦਾ। ਤੁਸੀਂ ਪੈਸੇ ਇੱਕ ਨੇ ਦੇਣੇ ਆ, ਤੁਸੀਂ ਸਾਰੇ ਟੱਬਰ ਨੂੰ ਕਹਿੰਦੇ ਹੋ ਯੂ ਕਾਂਟ ਡੂ ਦਿਸ, ਕਮ ਔਨ ਬੇਬੀ। ਇਹ ਕੋਈ ਮਜ਼ਾਕ ਨਹੀਂ ਹੈ, ਕੁਝ ਲੋਕ ਮਜ਼ਾਕ ਸਮਝਦੇ ਨੇ।
ਹੁਣ ਮੈਂ ਰੇਡੀਓ ਚਲਾ ਰਿਹਾ, ਮੈਂ ਜਾ ਕੇ ਕਿਸੇ ਦੇ ਘਰ ਦੇ ਮੂਹਰੇ ਲਾਈਵ ਥੋੜ੍ਹਾ ਕਰ ਸਕਦਾ? ਮੈਨੂੰ ਹੱਕ ਨੇ ਕੁਛ? I don't know why people doing this. Oh my God, what's going on? ਜੀ ਥੈਂਕ ਯੂ। ਬਰਾੜ ਸਾਹਿਬ ਕਹਿੰਦੇ ਕਿ ਮੈਂ ਵੀ ਸੋ ਇਹ ਤਾਂ ਇੱਦਾਂ ਜੇ ਤੁਸੀਂ ਪੈਸੇ ਦੇਣੋ ਕਿਸੇ ਦੇ, ਇਹਦਾ ਮਤਲਬ ਤੁਸੀਂ 1000 ਬੰਦਾ ਇਕੱਠਾ ਕਰਕੇ ਜੇ ਤੁਸੀਂ ਮਜ਼ਾਰੇ ਕਰ ਲਾ ਪਾਓ। I don't know. I should talk to the police ਕਿ ਇਹਨਾਂ ਨੂੰ ਮਤਲਬ ਕਿਵੇਂ ਕਿਸ ਤਰ੍ਹਾਂ ਜਿਹੜੀ ਆਗਿਆ ਦੇ ਰਹੀ ਹੈ ਕਿ ਕਿਉਂਕਿ ਜੇ ਪੁਲਿਸ ਜੇ ਮਾਲ ਘਰ ਦਾ ਪੁਲਿਸ ਨੂੰ ਫੋਨ ਕਰ ਦੇਵੇ ਕਿ ਟ੍ਰੈਸਪਾਸਿੰਗ ਵਿੱਚ ਤਾਂ ਤੁਸੀਂ ਚਾਰਜ ਹੋ ਸਕਦੇ ਹੋ, ਸ਼ੋਰ ਪੁਲਿਸ ਚਾਰਜ ਕਰੂਗੀ। ਜੇ ਤੁਸੀਂ ਇੰਡੀਆ ਨੂੰ ਜਾਣਾ ਚਾਹੁੰਦੇ ਹੋ ਤਾਂ ਇੰਡੀਅਨ ਵੀਜ਼ਾ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਪਾਸਪੋਰਟ ਆਪਣਾ ਇੰਡੀਅਨ ਜਲਦੀ ਵਿੱਚ ਬਣਾਉਣਾ ਚਾਹੁੰਦੇ ਤਾਂ ਰਵਦੀਪ ਕੌਰ ਨੂੰ ਕਾਲ ਕਰੋ। ਸੋ ਤੁਹਾਡੇ ਕਾਰਨ ਕਿ ਪਾਸਪੋਰਟ ਦੀਆਂ ਸੇਵਾਵਾਂ ਦਿੰਦੇ ਨੇ। ਨੰਬਰ ਹੈ ਉਹਨਾਂ ਦਾ 647 740 8824 647 740 8824। ਹਾਂਜੀ ਨੰਬਰ 1 ਕਾਲਰ ਲਾਈਨ 'ਤੇ ਹੋ। ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ ਤੁਸੀਂ ਕੀ ਪੰਗਾ ਪਾਓਗੇ? ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ, ਦੇਖੋ ਜਦੋਂ ਅਗਲਾ ਕਿਸੇ ਦਾ ਕੰਮ ਵਾਲੇ ਦੇ ਪੈਸੇ ਦੱਬਦਾ ਜੀ, ਘਰ 'ਚ ਇੱਕ ਜੀ ਕਮਾਉਣੀਆਂ ਹੁੰਦਾ ਜੀ, 4 ਜਣੇ ਨੂੰ ਉਹਦੇ ਜਵਾਕਾਂ ਨੂੰ ਵੀ ਮੈਂ ਖੁਦ ਦੇਖਿਆ ਜੀ ਧਰਨੇ 'ਚ। ਇੱਕ ਇੱਥੇ ਸੀਗਾ ਢਿੱਲਵੰਤ ਗੁਰਸਿੱਖ ਬੰਦਾ ਜੀ, ਉਹਦੇ ਟੱਕਾਂ ਵਾਲਾ ਪੈਸੇ ਦੱਬ ਗਿਆ ਜੀ। ਜੇ ਉਹਦੇ 4 ਘਰ ਪੀੜਾ ਚੱਲਦੇ ਆ ਜੀ, ਉਹ ਆਖਰ ਨੂੰ ਜਿਹੜਾ ਬੰਦੇ ਦੇ ਬਾਹਰ 'ਚ ਧਰਨਾ ਲਾਉਂਦਾ ਠੱਗੀਆਂ ਠੋਰੀਆਂ ਮਾਰ ਕੇ ਦਿੰਦਾ ਤਾਂ ਸਾਰੇ ਟੱਬਰ ਨੂੰ ਆਣਾ ਜੀ। ਉਨੀ ਕੁ ਤਾਂ ਫਿਰ ਬਸ਼ਰਮੀ ਮੰਨਣੀ ਵੀ ਚਾਹੀਦੀ ਹੈ, ਜਾਂ ਪੈਸੇ ਦੇ ਦੇ ਜੀ ਜੇ ਬਸ਼ਰਮ ਆਉਂਦੀ ਹੈ ਜੀ। ਪੰਜਾਬ 'ਚ ਵੀ ਫਿਰ ਆਪਾਂ ਇਹ ਤਾਂ ਮੋਦੀ ਦਾ ਫਿਰ ਤਾਂ ਧਰਨਾ ਗਲਤ ਸੀਗਾ ਜੀ, ਕੋਰਟ 'ਚ ਵਗ ਜਾਂਦੇ ਵੀ ਕਾਲੇ ਕਾਨੂੰਨ ਗਲਤ ਨੇ, ਫਿਰ ਤਾਂ ਦਿੱਲੀ ਵਾਲਾ ਧਰਨਾ ਵੀ ਗਲਤ ਸੀਗਾ ਜੀ। ਦੇਖੋ ਪੋਲੀਟੀਸ਼ੀਅਨ ਹੋਲਡ ਔਨ ਗੱਲ ਸੁਣੋ, ਤੁਸੀਂ ਮਿਕਸ ਅਪ ਕਰ ਜਾਂਦੇ ਯਾਰ। ਤੁਸੀਂ ਮੱਕੀ ਦਾ ਆਟਾ, ਜਵਾਰ ਦਾ ਆਟਾ, ਮੈਦਾ ਸਾਰਾ ਕੁਝ ਕਿਤੇ ਮਿਕਸ ਕਰ ਦੋਗੇ, ਯੂ ਕੈਨ ਡੂ ਇਟ। ਸੋ ਟਰਾਈ ਟੂ ਅੰਡਰਸਟੈਂਡ। ਘਰ ਵਿੱਚ ਸਬਜ਼ੀ ਬਣਾਉਣੀ ਆ, ਮਿਕਸ ਸਬਜ਼ੀ ਵੱਖਰੀ ਗੱਲ ਹੈ, ਪਰ ਦਾਲ ਬਣਾਉਣੀ ਆ ਜਾਂ ਕੀ ਬਣਾਉਣਾ ਆ, ਯੂ ਕੈਨ ਮਿਕਸ ਯੂ ਨੋ ਸਮ ਟਾਈਮ ਕੁਝ ਚੀਜ਼ਾਂ ਜਿਹੜੀਆਂ ਤੁਸੀਂ ਮਿਕਸ ਅਪ ਨਹੀਂ ਕਰ ਸਕਦੇ ਜਿਹੜੇ ਤੁਸੀਂ ਨਹੀਂ। ਪਰ ਬਾਸੀ ਸਾਹਿਬ ਜੀ ਦੇਖੋ ਜੀ, ਧਰਨੇ ਦੁਨੀਆ 'ਚ ਹੀ ਚੱਲਦੇ ਰਹੇ ਨੇ, ਰੋਸ ਮੁਜ਼ਾਹਰੇ ਜੀ। ਤੁਸੀਂ ਇਸ ਫਿਰ ਇਹ ਤਾਂ ਖੁਦ ਪੈਸੇ ਦੱਬ ਰਹੇ ਨੇ ਜੀ, ਉਹ ਤਾਂ ਹਜੇ ਲੋਕ ਹਾਕੀ ਮਾਰਨ ਨੇ ਵੀ ਸਾਨੂੰ ਆ ਰਿਹਾ। ਅਦਾਲਤਾਂ ਨੇ ਭਾਈ ਸਾਹਿਬ, ਤੁਸੀਂ ਥੋੜਾ ਠੰਡਾ ਪਾਣੀ ਪੀਓ। ਦਿੱਲੀ ਵਾਲਿਆਂ ਨੂੰ ਵੀ ਕਹਿੰਦੀ ਵੀ ਸਾਰੇ ਅਦਾਲਤਾਂ 'ਚ ਜਾਇਆ ਕਰੋ, ਧਰਨੇ ਤੇ ਸਰਕਾਰ ਪਾਬੰਦੀ ਲਾ ਦੇ ਜੀ ਵੀ ਧਰਨਾ ਗੈਰ ਕਾਨੂੰਨੀ ਹੈ ਜੀ, ਨਾਦਰਸ਼ਾਹੀ ਕਾਨੂੰਨ ਹੈ ਜੀ। ਉਹ ਜਿਹੜਾ ਕਾਨੂੰਨ ਕੋਈ ਮਰਜ਼ੀ ਦੱਬ ਜੀ। ਉਹ ਕਾਨੂੰਨ ਉਹ ਤੁਸੀਂ ਉਹ ਧਰਨਾ ਸਰਕਾਰ ਵਿਰੁੱਧ ਦੇ ਸਕਦੇ ਹੋ, ਤੁਹਾਡੇ ਕੋਲ ਹੱਕ ਨੇ, ਰਾਈਟਸ। ਨਹੀਂ ਜੀ, ਜਿਹੜਾ ਕੋਈ ਪੈਸੇ ਤੇ ਜਿਹੜੀ ਟੈਕਸ ਪੇਅਰ ਮਨੀ ਆ, ਸੁਣੋ ਗੱਲ, ਟੈਕਸ ਪੇਅਰ ਮਨੀ ਦੀ ਗੱਲ ਹੋਰ ਹੈ। ਟੈਕਸ ਪੇਅਰ ਮਨੀ ਜਿਹੜੇ ਨੇ ਤੁਸੀਂ ਇਹ ਹੈ ਜੀ, ਅਗਲਾ ਕੋਰਟ 'ਚ ਜਾਊ, ਕਈ ਬੰਦੇ ਫੇਰ ਹੀ ਲੋਟ ਆਉਂਦੇ ਨੇ ਜੀ ਵੀ ਨਹੀਂ ਮੰਨਦੇ ਕੋਰਟ ਤਾਂ ਉਦੋਂ ਪੈਸੇ ਵਾਲੇ ਬੰਦੇ ਹੁੰਦੇ ਨੇ। ਇੱਕ ਗਰੀਬ ਬੰਦਾ ਜੀ $10 ਤੇ ਜੌਬ ਕਰਦਾ ਤਾਂ 5000 ਦੱਬ ਕੇ ਜੀ, ਵਕੀਲ ਹੀ ਲੈ ਜੂ ਜੀ। ਤੁਹਾਨੂੰ ਸਰਕਾਰੀ ਵਕੀਲ ਫ੍ਰੀ ਮਿਲਦੇ ਨੇ, ਥੈਂਕ ਯੂ ਸੋ ਮਚ। ਨਹੀਂ ਦਿੰਦੇ ਜੀ, ਮਿਲਦੇ ਸਰਕਾਰੀ ਵਕੀਲ, ਥੈਂਕ ਯੂ ਸੋ ਮਚ। ਲੋ ਇਨਕਮ ਯੂ ਹੈਵ ਸਰਕਾਰੀ ਵਕੀਲ ਫ੍ਰੀ ਆਫ ਕਾਸਟ। ਤੁਹਾਨੂੰ ਜਾਣਕਾਰੀ ਨਹੀਂ ਹੈ, ਜਾਣਕਾਰੀ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਿਰਫ ਕੈਨੇਡਾ ਵਿੱਚ ਆਣ ਕੇ ਪੈਸੇ ਕਮਾਉਣ ਨਹੀਂ ਹੈ, ਕੁਝ ਕਾਨੂੰਨ ਦੀ ਜਾਣਕਾਰੀ ਰੱਖਣਾ ਤੁਹਾਡਾ ਫਰਜ਼ ਬਣਦਾ ਹੈ। ਨੰਬਰ 1 ਕਾਲਰ ਚੀਮਾ ਸਾਹਿਬ ਲਾਈਨ ਤੇ ਹੋ ਆਪ ਜੀ। ਨੰਬਰ 4 ਕਾਲਰ ਚੀਮਾ ਜੀ ਲਾਈਨ ਤੇ ਹੋ। ਹੈਲੋ ਜੀ। ਜੀ ਤੁਸੀਂ ਲਾਈਨ ਤੇ ਹੋ। ਹਾਂਜੀ ਕੀ ਕਹਿਣਾ ਚਾਹੁੰਦੇ ਚੀਮਾ ਸਾਹਿਬ, ਬੋਲੋ। ਅੱਛਾ ਜੀ, ਗੱਲ ਆਵਾਂ ਬਈ ਤੁਸੀਂ ਕਹੋਗੇ ਸਾਡੇ ਵਿਰੋਧ ਹੀ ਬੋਲਦੇ ਆ, ਪਰ ਵਿਰੋਧ ਤਾਂ ਬੋਲਦੇ ਨਹੀਂ ਗੇ ਅਸੀਂ ਵੀ ਤੁਸੀਂ ਗਰੀਬਾਂ ਦੇ ਹੱਕ ਦੀ ਗੱਲ ਕਰਦੇ ਹੋ ਜਾਂ ਅਮੀਰਾਂ ਦੇ ਹੱਕ ਦੀ ਗੱਲ ਕਰਦੇ ਹੋ। ਤੁਸੀਂ ਮੈਨੂੰ ਪੁੱਛ ਰਹੇ ਹੋ। ਨੰਬਰ 2, ਇੱਥੇ ਜਿਹੜੇ ਵੀ ਕੈਸ਼ ਤੇ ਕੰਮ ਕਰਦੇ ਆ ਉਹ ਆਪਣੇ ਦੂਜੇ ਬੈਸਟ ਵੀਜ਼ੇ ਵਾਲੇ ਆ ਜਾਂ ਸਟੂਡੈਂਟ ਨੇ ਜਿਨ੍ਹਾਂ ਦੇ ਵਰਕ ਪਰਮਿਟ ਨਹੀਂ ਬਣੇ ਵੇ, ਉਹਨਾਂ ਦੇ ਪੈਸੇ ਮਰਦੇ ਆ। ਅੱਛਾ, ਫਿਰ ਬਾਕੀ ਜਿਹੜੇ ਸਫਾਈ ਵਾਲੇ ਆ, ਇਹ ਸ਼ਹਿਰ ਦੇ ਵਿੱਚ 5-7 ਠੇਕੇਦਾਰ ਨੇ, ਉਹਨਾਂ ਦੇ ਗਾਹਾਂ ਉਹ ਠੇਕੇ ਤੇ ਠੇਕਾ ਦਿੱਤਾ ਗਿਆ, ਪੈਸੇ ਉਹ ਮਾਰਦੇ ਆ। ਤੇ ਬਾਕੀ ਜਿਹੜੇ ਗਰੋਸਰੀ ਸਟੋਰ ਵਾਲੇ ਆ ਉਹ ਮਾਰਦੇ ਆ, ਹੋਟਲਾਂ ਰੈਸਟੋਰੈਂਟ ਵਾਲੇ ਮਾਰਦੇ ਆ। ਹੋਰ ਜਿਹੜੀਆਂ ਰਜਿਸਟਰਡ ਕੰਪਨੀਆਂ ਨੇ ਉਹ ਚੈੱਕ ਦਿੰਦੀਆਂ ਨੇ ਤੇ ਚੈੱਕ ਤੇ ਕੰਮ ਕਰਾਉਂਦੀਆਂ ਨੇ, ਉਹ ਪੈਸੇ ਨਹੀਂ ਮਾਰਦੀਆਂ। ਉਹ ਟਾਈਮ ਸਿਰ ਪੈਸੇ ਆਪਦੇ ਅਗਲੇ ਨੂੰ ਚੈੱਕ ਫੜਾ ਦਿੰਦੇ ਆ ਜੀ। ਅੱਛਾ, ਤੁਹਾਡੀ ਕਿੰਨੀ ਉਮਰ ਆ? ਮੇਰੀ ਉਮਰ 72-73 ਸਾਲ ਦੀ ਆ ਜੀ। ਮੈਂ ਰਿਟਾਇਰਮੈਂਟ ਲਈ ਵੀ ਆ। ਕਿੰਨੇ ਸਾਲ ਰਹਿੰਦੇ ਤੁਹਾਨੂੰ ਇੱਥੇ? ਮੈਨੂੰ 12-13 ਸਾਲ ਹੋ ਗਏ ਜੀ। 13 ਸਾਲ ਤੁਸੀਂ ਕੰਮ ਕੀਤਾ? ਹਾਂ ਜੀ, ਹਾਂ ਮੈਂ ਕੰਮ ਕੀਤਾ। ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕ ਕੈਸ਼ ਪੈਸੇ ਕਰਦੇ ਨੇ, ਜਿਹੜੇ ਬਿਸਟਰਾ ਲੋਕ ਕੈਸ਼ ਕਰਦੇ ਨੇ, ਤੁਸੀਂ ਜਾਣਦੇ ਉਹਨਾਂ ਨੂੰ? ਕਿਸੇ ਨੂੰ ਵੇਖਿਆ? ਕਿਹਨੂੰ ਜੀ? ਤੁਸੀਂ ਮਤਲਬ ਜਿਹੜੇ ਬਿਸਟਰ ਆਣ ਕੇ ਤੇ ਲੋਕੀ ਚੋਰੀ ਕਰਦੇ? ਸਫਾਈ ਵਾਲੇ ਆ ਜੀ, ਉਹ 7-8 ਰੁਪਏ ਤੇ ਲੈ ਕੇ ਜਾਂਦੇ ਆ, ਕੈਸ਼ ਹੀ ਦਿੰਦੇ ਆ। ਤੁਸੀਂ ਫਿਰ ਪੁਲਿਸ ਨੂੰ ਫੋਨ ਕੀਤਾ? ਤੁਸੀਂ CBC ਨੂੰ ਕਾਲ ਕੀਤੀ ਹੈ? ਹਾਂਜੀ, ਤੁਸੀਂ ਕਾਲ ਕੀਤਾ ਅਥਾਰਟੀ ਨੂੰ
ਤੂੰ ਦੱਸਿਆ ਗਵਰਨਮੈਂਟ ਨੂੰ ਕਿ ਆ ਚੋਰੀ ਹੋ ਰਿਹਾ ਚ ਸਭ ਕੁਝ? ਤੇ ਗਵਰਨਮੈਂਟ ਨੂੰ ਤਾਂ ਦੱਸਿਆ ਜੇ ਕੋਈ ਭੇਜ ਦੇਵੇ। ਨਹੀਂ ਤੁਸੀਂ ਉਹੀ ਤੇ ਗੱਲ ਹੈ, ਬਿੱਲੀ ਦੀ ਗੱਲ ਟੱਲੀ ਕੌਣ ਬੰਨਣ ਵਾਲੀ ਗੱਲ ਤੁਸੀਂ ਤਾਂ ਕਰਦੇ ਹੋ। 4 ਰੁਪਏ ਉੱਤੇ ਰੀਤਰੇ ਜਾਂਦੇ ਹੋ। ਹਾਂਜੀ ਅਗੇ ਕੋਰਟ ਦੇ ਵਿੱਚ ਜਾਓ, ਕੋਰਟ ਦੇ ਵਿੱਚ ਤਾਂ ਜਾਊ ਆਦਮੀ ਜੇ ਉਹਦੇ ਕੋਲ ਕੋਈ ਸਬੂਤ ਹੋਊਗਾ। ਉਹਦੇ ਕੋਲ ਤਾਂ ਕੋਈ ਸਬੂਤ ਹੈ ਨਹੀਂ ਗਾ, ਉਹਦਾ ਕੰਮ ਕੀਤਾ, ਕੰਮ ਕਰਕੇ 25-30 ਦਿਨੀ 15 ਦਿਨੀ ਪੈਸੇ ਦੇਣੇ ਆ। ਐਨੀਵੇਜ਼ ਥੈਂਕ ਯੂ ਸੋ ਮਚ। 15 ਦਿਨਾਂ ਬਾਅਦ ਉਹਨੂੰ ਜਵਾਬ ਦਿੱਤਾ ਵੀ ਜਾ ਵੀ ਮੇਰੇ ਕੋਲ ਹੈ ਨਹੀਂ ਕੰਮ, ਤੇ ਫਿਰ ਉਹ ਦੱਸੋ ਕਿੱਧਰ ਨੂੰ ਜਾਊਗਾ ਆਦਮੀ। ਪਹਿਲੀ ਗੱਲ ਤਾਂ ਕਾਨੂੰਨ ਦੇ ਮੁਤਾਬਕ ਜਿਹੜੇ ਰਜਿਸਟਰ ਆਏ ਲੋਕ ਉਹ ਕੰਮ ਨਹੀਂ ਕਰ ਸਕਦੇ। ਦੂਜਾ ਇਹਨਾਂ ਨੂੰ ਜਾਣਕਾਰੀ ਇੰਨੀ ਹੈ ਨਹੀਂ ਕਿ ਜੇ ਤੁਸੀਂ ਜਾਣਕਾਰੀ ਰੱਖਦੇ ਤੁਹਾਡਾ ਕਾਨੂੰਨ ਕਹਿੰਦਾ ਆ ਕਿ ਤੁਸੀਂ ਸੀਬੀਐਸ ਨੂੰ ਇਨਫਾਰਮ ਕਰੋ, ਬੰਦੇ ਇੱਥੇ ਕੈਸ਼ ਕੰਮ ਕਰ ਰਹੇ ਹੋ, ਆਪੇ ਅਰੈਸਟ ਕਰਨਗੇ ਲੋਕਾਂ ਨੂੰ, ਤੇ ਜੇ ਇਹਨਾਂ ਨੂੰ ਬੰਦ ਕਰ ਦੇਣ ਉਹਨੂੰ ਸਮਝ ਨਹੀਂ ਗਏ। ਜੀ ਬਿਲਕੁਲ ਬਸ ਇੱਕ ਮਿੰਟ ਸਰ ਮੈਨੂੰ ਪਲੇਟੂ ਫਿਨਿਸ਼ ਆਈ ਟੈਲ them ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਇਸ ਕਾਲਰ ਨੂੰ ਮਿਸਟਰ ਚੀਮੇ ਨੂੰ ਕਿ ਜੇ ਤੁਸੀਂ ਜਾਣਕਾਰੀ ਰੱਖਦੇ ਤਾਂ ਤੁਸੀਂ ਗੁੱਡ ਕੈਨੇਡੀਅਨ ਸਿਟੀਜ਼ਨ ਨਾਗਰਿਕ ਹੋ, ਤੁਸੀਂ ਪੁਲਿਸ ਨੂੰ ਇਨਫਾਰਮ ਕਰੋ। ਤੁਸੀਂ ਪੁਲਿਸ ਨੂੰ ਕਿਉਂ ਨਹੀਂ ਦੱਸਦੇ? ਔਰ ਪੁਲਿਸ ਵਾਲੇ ਕਹਿਣਗੇ ਤੁਸੀਂ ਸੀਬੀਐਸ ਨੂੰ ਦੱਸੋ, ਸੋ ਸੀਬੀਐਸਈ ਵਾਲੇ ਆਪੇ ਉਸ ਨੂੰ ਫੜਨਗੇ। ਸੋ ਇਹ ਕਹਿੰਦੇ ਜੀ ਇਹ ਰਜਿਸਟਰ ਜਿਹੜੇ ਆ ਬਿਜ਼ਨਸ ਹੋਈ ਆ ਤੁਹਾਡੇ ਮੁਤਾਬਕ ਸਾਰੇ ਰੈਸਟੋਰੈਂਟ ਵਾਲੇ ਕਿ ਲੋਕਾਂ ਨੇ ਪੈਸੇ ਮਾਰਦੇ ਆ? ਨੋ, ਬਹੁਤ ਸਾਰੇ ਰੈਸਟੋਰੈਂਟ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਆ, ਜਿਨ੍ਹਾਂ ਵਿੱਚੋਂ ਮੈਂ ਸਾਰੇ ਨਾਂ ਨਹੀਂ ਲੈ ਸਕਦਾ। ਮੈਨੂੰ ਪਤਾ ਸਵੀਟ ਮਹਿਲ ਵਾਲੇ ਹਰ ਇੱਕ ਦਾ ਕਾਰਡ ਦੇ ਕੇ ਉਹਨਾਂ ਨੂੰ ਕੰਮ ਦਿੰਦੇ ਆ ਜਿਨ੍ਹਾਂ ਕੋਲ ਵਰਕ ਪਰਮਿਟ ਹੈ, ਔਰ ਉਹਨਾਂ ਨੂੰ ਪੂਰੀ ਜਿਹੜੀ ਆ ਪੇ ਮਿਲਦੀ ਆ, ਔਰ ਉਹਨਾਂ ਨੂੰ ਚੈੱਕ ਦਿੱਤਾ ਜਾਂਦਾ ਹੈ, ਕੈਸ਼ ਤੇ ਕੋਈ ਕੰਮ ਨਹੀਂ ਕਰਦਾ। ਇਸ ਤਰ੍ਹਾਂ ਸਮੋਸੇ ਫੈਕਟਰੀ ਦਾ ਰਿਪਾਰਟ ਸੰਧੂ ਆ, ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਆ। ਉਹ ਹਮੇਸ਼ਾ ਕਹਿੰਦੇ ਸੀ ਕੰਮ ਉਹਨੂੰ ਦੇਣਾ ਜੇ ਕੋਈ ਵਰਕ ਪਰਮਿਟ ਹੈ, ਉਹ ਕੈਸ਼ ਕਿਸੇ ਨੂੰ ਰੱਖਦੇ ਨਹੀਂਗੇ। ਸੋ ਇਹ ਰੈਸਟੋਰੈਂਟਾਂ ਵਾਲੇ ਸਾਰੇ ਇੱਕੋ ਜਿਹੇ ਨਹੀਂਗੇ, ਹੋਰ ਵੀ ਨੇ ਜਿਨ੍ਹਾਂ ਦੇ ਕੋਲ ਪੇਰੋਲ ਸਿਸਟਮ ਹੈ, ਜਿਨ੍ਹਾਂ ਕੋਲ ਅਕਾਊਂਟੈਂਟ ਹੈ, ਜਿਨ੍ਹਾਂ ਨੂੰ ਚੈੱਕ ਰਾਹੀਂ ਪੈਸੇ ਦਿੱਤੇ ਜਾਂਦੇ ਆ। ਇਹ ਸਾਰੇ ਲੋਕ ਇਸ ਤਰ੍ਹਾਂ ਨਹੀਂ ਹੈ ਜਿਹੜੇ ਕਿ ਕੈਸ਼ 'ਚ ਕੰਮ ਕਰਾਉਂਦੇ ਲੋਕਾਂ ਨੂੰ ਭਜਾ ਦਿੰਦੇ ਆ। ਔਰ ਤੁਸੀਂ ਇਹ ਨਾ ਕਹੋ ਕਿ ਜਿਹੜੇ ਕਿ ਰੈਸਟੋਰੈਂਟ ਵਾਲੇ ਜਾਂ ਗਰੋਸਰੀ ਸਟੋਰਾਂ ਵਾਲੇ ਆ, ਨੋ, ਗਰੋਸਰੀ ਸਟੋਰਾਂ ਵਾਲੇ ਏਸ਼ੀਅਨ ਫੂਡ ਸੈਂਟਰ ਮੈਂ ਜਾਣਦਾ, ਮੈਂ ਇੱਕ ਸਬਜ਼ੀ ਬਾਜ਼ਾਰ ਖੁੱਲਾ ਉੱਥੇ ਜਾਣਦਾ, ਇੱਕ ਰਣਜੀਤ ਚਾਰ ਉਹਨਾਂ ਨੇ ਜਾਣਦਾ, ਉਹ ਸਾਰੇ ਪੇਰੋਲ ਤੇ ਰੱਖੇ ਹੋਏ ਨੇ। ਸੋ ਸਾਰੇ ਨਹੀਂ, ਕੁਝ ਲੋਕ ਹੈ ਪਰ ਸਾਰਿਆਂ ਨੂੰ ਇੱਕ ਰਸੇ ਬੰਨਣਾ ਮਾੜੀ ਗੱਲ ਹੈ। ਜੀ ਬਿਲਕੁਲ।